ਨਿੱਜਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿੱਜਰ ਸਾਹਿਬ ਘੜੀ ਵੇਂਦੇ ਆ ਕਿ 10 ਮਿੰਟ ਤੋਂ ਵੱਧ ਟਾਈਮ ਹੋ ਜਾਏ ਤਾਂ ਖਤਰਾ ਵੱਧ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ ਨਿੱਜਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਸੱਚ ਦੱਸੋ, ਸੱਚ ਦੱਸੋ। ਬਸ ਇਹੀ ਗੱਲ ਆ, ਕਹਿੰਦੇ ਰਿਕਾਰਡਿੰਗ ਚਾਲੂ ਕਰੋ। ਮੈਂ ਤਾਂ ਰਿਕਾਰਡਿੰਗ ਤਾਂ ਆਪਣੀ ਕੀ ਰਿਕਾਰਡਿੰਗ ਕਰਨੀ ਹੈ, ਗੋਰਕੀ ਸਾਹਿਬ ਆਉਣਗੇ ਰਿਕਾਰਡਿੰਗ ਚਾਲੂ ਕਰਾਂਗੇ। ਮੈਂ ਕਿਹਾ ਨਿੱਜਰ ਸਾਹਿਬ ਸੱਚ ਲੱਭਦਾ ਮੁੜ ਕੇ ਲੱਭੜੇ ਨਹੀਂ। ਇਹ ਕਹਿੰਦਾ ਨਹੀਂ ਚਰਨਜੀਤ ਆਊਗਾ ਗੋਰਕਾ ਤੇ ਫੇਰ ਆਪਾਂ ਸੋਚਣਾ ਆਪਣਾ। ਨਿੱਜਰ ਸਾਹਿਬ ਫਿਰ ਮੈਟਰ ਨੂੰ ਕੈਚ ਕਰ ਦੇਣਾ। ਹਾਂਜੀ ਨਿੱਜਰ ਸਾਹਿਬ ਸੰਗਤ ਹੋ ਗਈ ਆਪਣੇ ਕੋਲ ਪੂਰੀ। ਹਾਂਜੀ ਤੇ ਅੱਜ ਦੀ ਵਿਚਾਰ ਆਪਾਂ ਸ਼ੁਰੂ ਕਰੀਏ। ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨੇ ਆਖਰੀ ਪੌੜੀ ਲੈਣੀ ਹੈ ਜੀ। 35 ਹੋ ਗਈ, 36ਵੀਂ ਪੌੜੀ ਹੈਗੀ। ਉਹ 35ਵੀਂ ਪੌੜੀ ਜਿਹੜੀ ਹੈ ਪੰਜਵੀਂ ਪਾਤਸ਼ਾਹੀ ਨੇ ਲਗਾਈ ਸੀਗੀ। ਮਾਈਕ ਬੰਦ ਕਰ ਦੇਣਾ ਜੀ ਸਾਰੇ। ਮਾਈਕ ਬੰਦ ਕਰ ਦਿਓ ਜੀ। ਮਾਈਕ ਇੱਕ ਮਾਮਾ ਜੀ ਤੁਹਾਡਾ ਮਾਈਕ ਤੇ ਪਤਾ ਨਹੀਂ ਕਿ ਬਹੁਤ ਪ੍ਰਾਤਾ ਦੀ ਆਵਾਜ਼ ਆਉਂਦੀ ਇਧਰੋਂ। ਬੜੀ ਆਉਂਦੀ। ਤੇ 35ਵੀਂ ਪੌੜੀ ਦੇ ਵਿੱਚ ਮਹਾਰਾਜ ਨੇ ਦੱਸਿਆ, ਪੰਜਵੀਂ ਪਾਤਸ਼ਾਹੀ ਨੇ ਆਪ ਪੌੜੀ ਪੰਜਵੀਂ ਪਾਤਸ਼ਾਹੀ ਦੀ ਲੱਗੀ ਹੋਈ ਹੈ, ਵਾਰ ਚੌਥੀ ਪਾਤਸ਼ਾਹੀ ਦੀ ਹੈਗੀ ਆ। ਤੇ ਉਹ ਮਹਾਰਾਜ ਨੇ ਦੱਸਿਆ, ਭਾਈ ਦੇਖ ਤੈਨੂੰ ਜੇ ਇਸ ਖੇਡ ਨੂੰ ਜਿੱਤਣਾ ਚਾਹੁੰਦਾ ਆ ਤੇ ਸੱਚ ਦੇ ਨਾਲ ਤੈਨੂੰ ਜੁੜਨਾ ਪਊਗਾ ਭਾਈ। ਤੇਰਾ ਰਹਿਣ ਸਹਿਣ, ਤੇਰਾ ਖਾਣ ਪੀਣ ਸਾਰਾ ਸੱਚ ਦੇ ਨਾਲ ਹੋਣਾ ਚਾਹੀਦਾ ਆ ਤੇ ਨਾਮ ਦਾ ਆਧਾਰ ਹੋਣਾ ਚਾਹੀਦਾ ਤੇਰੇ। ਔਰ ਪਰਮੇਸ਼ਰ ਦੇ ਨਾਲ ਜਿਹੜਾ ਹੈਗਾ ਉਹ ਨਿਰਾਕਾਰ ਨਿਰੰਕਾਰ ਜਿਹੜਾ ਹੈਗਾ ਉਸ ਨੂੰ ਜਿਹੜਾ ਹੈਗਾ ਜਪਣਾ ਪਊਗਾ ਭਾਈ, ਤਾਂ ਤੇਰੇ ਭਾਗ ਪੂਰੇ ਹੋ ਜਾਣਗੇ। ਔਰ ਫਿਰ ਬ੍ਰਹਮ ਗਿਆਨੀਆਂ ਦੀ ਸੰਗਤ ਚਾਹੀਦੀ ਆ, ਗੁਰੂ ਦੀ ਸੰਗਤ ਚਾਹੀਦੀ ਆ, ਤਾਂ ਇਹ ਸੰਸਾਰ ਸਮੁੰਦਰ ਨੂੰ ਤਰ ਲਏਗਾ। ਔਰ ਜੇ ਤਰ ਲਏਗਾ ਤੇ ਤੇਰਾ ਫਿਰ ਜਿਹੜਾ ਹੈਗਾ ਲੋਕ ਪਰਲੋਕ ਦੇ ਵਿੱਚ ਜਿਹੜਾ ਹੈਗਾ ਤੇਰੀ ਜਿਹੜੀ ਹੈਗੀ ਸੋਭਾ ਹੋ ਜਾਏਗੀ। ਆਹੀ ਪਰਮਾਤਮਾ ਦਾ ਜੈਕਾਰਾ ਹੈਗਾ, ਇਹੀ ਪਰਮਾਤਮਾ ਦੀ ਸਿਫਤ ਸਲਾਹ ਹੈਗੀ। ਹੁਣ ਅਗਲਾ ਜਿਹੜਾ ਹੈਗਾ 36ਵੀਂ ਜਿਹੜੀ ਪੌੜੀ ਆ ਉਹ ਚੌਥੀ ਪਾਤਸ਼ਾਹੀ ਦੀ ਹੈਗੀ ਤੇ ਸ਼ਲੋਕ ਲਗਾਏ ਪੰਜਵੀਂ ਪਾਤਸ਼ਾਹੀ ਨੇ। ਸ਼ਲੋਕ ਮਹੱਲਾ ਪੰਜਵਾਂ। ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਸਾਰਿਆਂ ਨੂੰ ਸੰਭਾਲ ਰਿਹਾ ਆ ਔਰ ਆਪਣੀ ਮਿਹਰ ਕਰ ਰਿਹਾ, ਸਾਰਿਆਂ ਦੇ ਉੱਤੇ ਮਿਹਰ ਕਰ ਰਿਹਾ। ਉਹਦੇ ਵਾਸਤੇ ਸਾਰੇ ਜਿਹੜੇ ਹੈਗੇ ਇੱਕ ਬਰੋਬਰ ਹੈਗੇ ਮਾਲਕ ਪਰਮਾਤਮਾ ਦੇ ਵਾਸਤੇ। ਸਾਰੇ ਦੇ ਸਾਰੇ ਮਾਲਕ ਪਰਮਾਤਮਾ ਦੇ ਵਾਸਤੇ ਇੱਕ ਬਰੋਬਰ ਹੈਗੇ ਆ। ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਆਪਣੀ ਮਿਹਰ ਕਰਦਾ ਹੈ। ਕਿਸ ਤਰ੍ਹਾਂ ਕਰਦਾ ਹੈ ਮਿਹਰ? ਮਿਹਰ ਦੇ ਵਾਸਤੇ ਆਪਾਂ ਨੂੰ ਜਿਹੜਾ ਹੈਗਾ ਪਾਤਰਤਾ ਦਿਖਾਉਣੀ ਪੈਂਦੀ ਆ ਵੀ ਮੈਨੂੰ ਮਿਹਰ ਚਾਹੀਦੀ ਆ, ਮੈਂ ਤੇਰੀ ਮਿਹਰ ਚਾਹੁੰਦਾ ਹੈ ਮਾਲਕਾ। ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਅੰਨ ਪਾਣੀ ਮੁੱਚ ਉਪਾਏ ਦੁੱਖ ਦਾਲਦ ਭੰਨ ਤਰ। ਦੇਖੋ ਕਿੰਨਾ ਮਾਲਕ ਪਰਮਾਤਮਾ ਨੇ ਸ੍ਰਿਸ਼ਟੀ ਦੇ ਵਿੱਚ, ਧਰਤੀ ਦੇ ਵਿੱਚ ਅੰਨ ਪਾਣੀ ਮੁੱਚ ਕਹਿੰਦੇ ਬਹੁਤ ਜ਼ਿਆਦਾ, ਸਾਰਾ ਅੰਨ ਪਾਣੀ ਇੰਨਾ ਜ਼ਿਆਦਾ ਪੈਦਾ ਕਰਦਾ ਹੈ ਮਾਲਕ ਪਰਮਾਤਮਾ। ਦੁੱਖ ਦਰਿੱਦਰ ਜਿਹੜਾ ਹੈਗਾ ਭੰਨ ਦਿੰਦਾ ਹੈ। ਐਸੇ ਤਰੀਕੇ ਦੇ ਨਾਲ ਇੱਥੇ ਜਿਹੜਾ ਹੈਗਾ ਅੰਨ ਨੂੰ ਔਂਕੜ ਲਗਾਈ ਮਹਾਰਾਜ ਨੇ। ਹੁਣ ਪਾਣੀ ਨੂੰ ਬਿਹਾਰੀ ਲੱਗ ਗਈ, ਇਸ ਕਰਕੇ ਔਂਕੜ ਨਹੀਂ ਲੱਗ ਸਕਦੀ। ਕਹਿੰਦੇ ਅੰਨ ਪਾਣੀ ਕਿਹੜੀ ਮੈਂ ਗੱਲ ਕਰ ਰਿਹਾ? ਅੰਨ ਪਾਣੀ ਜਿਹੜੀ ਹੈਗੀ ਇਹ ਦੇਖ, ਐਸ ਅੰਨ ਪਾਣੀ ਵਾਸਤੇ ਤੂੰ ਆਇਆ ਸ੍ਰਿਸ਼ਟੀ ਦੇ ਵਿੱਚ। ਔਰ ਮਾਲਕ ਦੇ ਕੋਲ ਇਹ ਅੰਨ ਪਾਣੀ ਜਿਹੜਾ ਹੈਗਾ ਇਹ ਨਾਮ ਇਹ ਬਹੁਤ ਜ਼ਿਆਦਾ ਹੈਗਾ, ਬਹੁਤ ਹੈਗਾ ਮਾਲਕ ਦੇ ਕੋਲ। ਅੰਨ ਪਾਣੀ ਮੁੱਚ ਉਪਾਏ ਬਹੁਤ ਪੈਦਾ ਕਰ ਦਿੰਦਾ ਹੈ ਉਹ। ਦੁੱਖ ਦਾਲਿਦ ਭੰਨ ਤਰ, ਦੁੱਖ ਦਰਿੱਦਰ ਨੂੰ ਭੰਨ ਦਿੰਦਾ ਹੈ ਔਰ ਤਾਰ ਦਿੰਦਾ ਹੈ ਮਾਲਕ ਪਰਮਾਤਮਾ। ਕਿਵੇਂ ਜੀ ਮਹਾਰਾਜ ਜੀ? ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ। ਦੇਖੋ ਅਰਦਾਸ ਸੁਣਦਾ ਹੈ ਦਾਤਾਰ। ਤੂੰ ਅਰਦਾਸ ਕਰ ਨਹੀਂ ਰਿਹਾ, ਤੂੰ ਅਰਦਾਸ ਕਰਦਾ ਹੀ ਨਹੀਂ ਹੈ। ਉਹ ਤਾਂ ਦਾਤਾ ਹੈ, ਸਾਰੀ ਸ੍ਰਿਸ਼ਟੀ ਨੂੰ ਠਾਰਨ ਵਾਲਾ ਹੈ। ਤੂੰ ਤਾਂ ਅਰਦਾਸ ਹੀ ਨਹੀਂ ਕਰ ਰਿਹਾ, ਤੂੰ ਤਾਂ ਕਹਿ ਹੀ ਨਹੀਂ ਰਿਹਾ। ਲੇਵੋ ਕੰਠ ਲਗਾਏ ਅਪਦਾ ਸਭ ਹਰ। ਤੂੰ ਕਦੋਂ ਕਹਿ ਰਿਹਾ ਹੈ ਵੀ ਮੈਨੂੰ ਆਪਣੇ ਗਲ ਨਾਲ ਲਾ ਲਾ, ਸਾਰੀ ਮੇਰੀ ਅਪਦਾ ਦੂਰ ਕਰ ਦੇ। ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ। ਕਿੱਥੇ ਤੂੰ ਨਾਮ ਤਾਂ ਧਿਆਏ ਨਹੀਂ ਰਿਹਾ। ਪਰਮਾਤਮਾ ਦਾ ਤਾਂ ਸਫਲ ਘਰ ਹੈ, ਉੱਥੇ ਤਾਂ ਕੋਈ ਅਸਫਲ ਹੁੰਦਾ ਹੀ ਨਹੀਂ ਹੈ।
ਜਿਹੜਾ ਵੀ ਅਰਦਾਸ ਕਰਦਾ ਆ ਉਹਦੀ ਸੁਣਦਾ ਹੈ ਉਹ ਮਾਲਕ ਪਰਮਾਤਮਾ। ਉਹ ਤਾਂ ਸਾਰੇ ਜੀਵਾਂ ਨੂੰ ਸੰਭਾਲ ਰਿਹਾ ਹੈ। ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਅੰਨ ਪਾਣੀ ਮੂੰਹ ਚੋਂ ਪਾਏ, ਦੁੱਖ ਦਾਲਿਦ ਭੰਨ ਤਰ, ਅਰਦਾਸ ਸੁਣੀ ਦਾਤਾਰ, ਹੋਈ ਸਿਸ਼ਟ ਠਰ, ਲੇਵੋ ਕੰਠ ਲਗਾਏ, ਆਪਦਾ ਸਭ ਹਰ, ਨਾਨਕ ਨਾਮ ਧਿਆਏ, ਪ੍ਰਭ ਕਾ ਸਫਲ ਕਰ। ਨਾਮ ਨੂੰ ਧਿਆ ਪਿਆਰਿਆ, ਇਹੀ ਅਰਦਾਸ ਆ। ਪਰਮਾਤਮਾ ਦਾ ਘਰ ਤਾਂ ਸਫਲ ਆ, ਉਹਦੇ ਤਾਂ ਅਸਫਲਤਾ ਹੀ ਨਹੀਂ ਹੁੰਦੀ। ਹਾਂਜੀ ਗੁਰਕੀ ਸਾਹਿਬ, ਸ਼ਲੋਕ ਮਹਲਾ ਪੰਜਵਾਂ। ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਅੰਨ ਪਾਣੀ ਮੂੰਹ ਚੋਂ ਪਾਏ, ਦੁੱਖ ਦਾਲਦ ਭੰਨ ਤਰ। ਸਾਰੇ ਸ੍ਰਿਸ਼ਟੀ ਜਿਹੜੀ ਹੈਗੀ ਦੇਖ ਲਓ, ਮਾਲਕ ਨੂੰ ਕਹਿ ਰਹੇ ਸਾਰੀ ਸ੍ਰਿਸ਼ਟੀ ਨੂੰ ਜਿਹੜਾ ਹੈਗਾ ਤੂੰ ਪਾਲਣਹਾਰਾ ਹੈਗਾ ਹੈ, ਸਾਰੀ ਸ੍ਰਿਸ਼ਟੀ ਨੂੰ ਦਾਨ ਕਰਨ ਵਾਲਾ ਹੈ, ਸਾਰੀ ਸ੍ਰਿਸ਼ਟੀ ਤੇ ਮਿਹਰ ਕਰਨ ਵਾਲਾ ਹੈਗਾ ਆ। ਪਰ ਮਿਹਰ ਜਿਹੜੀ ਹੈਗੀ ਇਹ ਜਿਹੜੀ ਮਿਹਰ ਜਿਹਦੀ ਗੱਲ ਕਰ ਰਹੇ ਆ, ਇਹ ਹੈਗੀ ਪਾਏ ਆਤਮਿਕ ਆਤਮਾ ਦੀ ਖੁਰਾਕ ਦੇ ਵਾਸਤੇ ਮਹਾਰਾਜ ਕਹਿ ਰਹੇ ਆ। ਇਹਦਾ ਅੰਨ ਪਾਣੀ ਬਈ ਮਾਲਕ ਬਹੁਤ ਅੰਦਰ ਮਾਲਕ ਪਰਮਾਤਮਾ ਪੈਦਾ ਕਰਦਾ ਹੈ। ਦੁੱਖ ਦਰਿਦਰਤਾ ਸਾਰੀ ਚਲੀ ਜਾਂਦੀ ਹੈ, ਔਰ ਤਰ ਲਿਖਿਆ ਹੋਇਆ ਇਹ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ। ਔਰ ਮਾਇਆ ਦੀ ਜਿਹੜੀ ਖੇਡ ਪਾਈ ਹੋਈ ਆ, ਇਸ ਤਰੀਕੇ ਦੇ ਨਾਲ ਆਪ ਹੀ ਕਿਰਪਾ ਕਰਕੇ ਅਰਦਾਸ ਸੁਣ ਕੇ ਆਪ ਹੀ ਜਿਹੜਾ ਹੈਗਾ ਉਹ ਔਂਕੜ ਜਿਹੜੀ ਹੈਗੀ ਆ, ਉਹ ਖੇਡ ਜਿਹੜੀ ਹੈਗੀ ਉਹਨੂੰ ਦੂਰ ਕਰ ਦਿੰਦਾ ਹੈ। ਹਾਂਜੀ ਵੀਰ ਜੀ। ਹਾਂਜੀ ਨਿਜਰ ਸਾਹਿਬ। ਹਾਂਜੀ ਸਭੇ ਜੀਏ ਸੰਭਾਲ ਆਪਣੀ ਮਿਹਰ ਕਰ। ਠੀਕ ਹੈ, ਆਪਣੀ ਮਿਹਰ ਦੇ ਨਾਲ ਹੀ ਸਾਰੀਆਂ ਜੀਵਾਂ ਦਾ ਸੰਭਾਲਣਾ ਕਰਦਾ, ਸਾਂਭਦਾ। ਹਾਂ ਬਿਲਕੁਲ। ਉਹ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਮਿਹਰ ਕਰਕੇ ਤਾਰਦਾ ਹੈ ਸਾਰਿਆਂ ਨੂੰ, ਜਿਹੜਾ ਸਾਰਿਆਂ ਦੀ ਕੇਅਰ ਕਰ ਰਿਹਾ, ਸਾਰੇ ਉਹਦੀ ਨਜ਼ਰ ਦੇ ਵਿੱਚ ਹੈਗੇ। ਪਰ ਇਹ ਹੈਗੀ ਬਈ ਆਪਾਂ ਨੂੰ ਕੀ ਚਾਹੀਦਾ ਆ, ਉਹ ਦੇਖਦਾ ਹੈ ਮਾਲਕ ਪਰਮਾਤਮਾ ਵੀ ਆਪਾਂ ਨੂੰ ਕਿਹੜੀ ਚੀਜ਼ ਚਾਹੀਦੀ ਹੈ। ਜੇ ਆਪਾਂ ਆਤਮਿਕ ਰਸਤੇ ਤੇ ਚਾਹੁੰਦੇ ਆ, ਜੇ ਆਪਾਂ ਜਿਹੜੇ ਹੈਗੇ ਮਾਲਕ ਵੱਲ ਨੂੰ ਗਤੀ ਕਰਨਾ ਚਾਹੁੰਦੇ ਆ, ਤੇ ਆਪਾਂ ਨੂੰ ਜਿਹੜਾ ਹੈਗਾ ਉਹਦੇ ਵਾਸਤੇ ਅੰਦਰੋਂ ਜਿਹੜੀ ਹੈ ਆਪਣੇ ਅੰਦਰੋਂ ਪੁਕਾਰ ਉੱਠਣੀ ਚਾਹੀਦੀ ਹੈ। ਮਾਲਕ ਨੂੰ ਜਸਟੀਫਾਈ ਹੋਣਾ ਚਾਹੀਦਾ ਵੀ ਇਹ ਬੱਚਾ ਜਿਹੜਾ ਹੈਗਾ ਇਹ ਆਹ ਚੀਜ਼ ਚਾਹੁੰਦਾ ਆ, ਆਹ ਚੀਜ਼ ਚਾਹੁੰਦਾ ਹੈ। ਇਹ ਮਾਇਆ ਨਹੀਂ ਚਾਹੁੰਦਾ, ਇਹ ਮੇਰੀ ਖੇਡ ਨਹੀਂ ਚਾਹੁੰਦਾ, ਇਹ ਮੈਨੂੰ ਚਾਹੁੰਦਾ ਹੈ। ਆਹ ਗੱਲ ਹੈ ਜੀ। ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਸਾਰੇ ਜੀਵਾਂ ਨੂੰ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਸਾਰਿਆਂ ਨੂੰ ਸੰਭਾਲ ਰਿਹਾ ਆ ਔਰ ਮਿਹਰ ਕਰ ਰਿਹਾ ਆ। ਜੋ ਜਿਸ ਤਰ੍ਹਾਂ ਜੋ ਚੀਜ਼ ਚਾਹੁੰਦਾ ਹੈ ਉਹਨੂੰ ਦੇ ਰਿਹਾ ਹੈ ਬੱਚੇ ਨੂੰ, ਤੇ ਉਹਦੇ ਕੋਲ ਹਰ ਚੀਜ਼ ਬਹੁਤ ਹੈਗੀ। ਅੰਨ ਪਾਣੀ ਮੂੰਹ ਚੋਂ ਪਾਏ, ਦੁੱਖ ਦਾਲਿਦ ਭੰਨ ਤਰ। ਉਹ ਬਹੁਤ ਹੈ, ਅੰਨ ਪਾਣੀ ਮੂੰਹ ਚ ਮਤਲਬ ਬਹੁਤ, ਉਪਾਏ ਮਤਲਬ ਪੈਦਾ ਕਰਦਾ ਹੈ, ਦੁੱਖ ਦਰਿਦਰਤਾ ਦੂਰ ਕਰਕੇ ਤਾਰ ਦਿੰਦਾ ਹੈ। ਇਹ ਅੰਨ ਪਾਣੀ ਜਿਹੜਾ ਹੈਗਾ ਇਹ ਹੈਗਾ ਨਾਮ ਧਨ, ਨਾਮ ਦੀ ਖੇਤੀ। ਨਾਮ ਖੇਤੀ ਬੀਜੋ ਭਾਈ ਮੀਤ, ਸੌਦਾ ਕਰੋ ਗੁਰ ਸੇਵੋ ਨੀਤ। ਹਾਂਜੀ ਹਾਂਜੀ ਵੀਰ ਜੀ। ਠੀਕ ਹੈ ਨਿਜਰ ਸਾਹਿਬ। ਦੇਖੋ ਪ੍ਰਮਾਤਮਾ ਇੱਕ ਐਸੀ ਸ਼ਕਤੀ ਹੈ ਜਿਹਦਾ ਮਤਲਬ ਨਾ ਤੇ ਰੂਪ ਹੈ, ਨਾ ਉਹਦਾ ਰੰਗ ਹੈ, ਤੇ ਨਾ ਉਹਦੀ ਕੋਈ ਰੇਖ ਹੈ। ਹਾਂਜੀ। ਪਰ ਇਹਦੇ ਬਾਵਜੂਦ ਵੀ ਸਾਡੀਆਂ ਜਿਹੜੀਆਂ ਜ਼ਰੂਰਤਾਂ ਉਹ ਪ੍ਰਮਾਤਮਾ ਪੂਰੀਆਂ ਕਰਦਾ। ਬਿਲਕੁਲ। ਔਰ ਇੰਨੀ ਬਰੀਕੀ ਨਾਲ ਕਰਨ ਦਿਆ ਵਾ ਕਿ ਆਪ ਜੀ ਦੇਖੋਗੇ ਨਾ, ਸੰਸਾਰ ਤੇ ਜਿਹੜਾ ਕੀੜੇ ਮਕੌੜੇ A to Z, ਉਹਨਾਂ ਨੇ ਕੋਈ ਖੇਤੀ ਖੂਤੀ ਦਾ ਕੰਮ ਦਾ ਅਰੇਂਜਮੈਂਟ ਨਹੀਂ ਹੈਗਾ। ਚਲੋ ਇੱਥੇ ਤੇ ਮੰਨ ਲਓ ਆਪਾਂ ਇੱਥੇ ਤੇ ਆਪਾਂ ਤੇ ਜ਼ਮੀਨ ਤੇ ਚਲੋ ਮੰਨ ਲਓ ਆਪਣਾ ਜਿੱਥੇ ਇਨਸਾਨ ਰਹਿੰਦਾ ਉੱਥੇ ਆਪਾਂ ਫੂਡ ਸੁੱਟ ਦਿੰਦੇ, ਚਲੋ ਉਹ ਜਾਨਵਰ ਖਾ ਲੈਂਦੇ ਨੇ। ਪਰ ਜੇ ਤੁਸੀਂ ਜੰਗਲਾਂ 'ਚ ਜਾਓਗੇ ਤੇ ਉਹਨਾਂ ਨੇ ਉੱਥੋਂ ਦਾ ਹੀ ਡਿਸਪਲਿਨ ਬਣਾਇਆ ਹੋਇਆ, ਉਹ ਇੰਡੀਪੈਂਡੈਂਟ ਹੈਗੇ ਨੇ ਉਹ ਸਾਰੇ। ਠੀਕ ਹੈ ਨਾ ਜੈਸਾ? ਬਿਲਕੁਲ ਠੀਕ ਹੈ ਜੀ। ਤੇ ਉਹ ਬਿਲਕੁਲ ਕੁਦਰਤ ਉਹਨਾਂ ਨੂੰ ਸੰਭਾਲ ਕਰ ਰਹੀ ਹੈ। ਔਰ ਜੇਕਰ ਪੱਥਰਾਂ ਦੇ ਵਿੱਚ ਜੀ ਹੈਗੇ ਤੇ ਉਹਦਾ ਵੀ ਸੰਭਾਲ ਵਾਸਤੇ ਉਹਦੇ ਕੋਲ ਉਸਨੇ ਓਨੀ ਬੁੱਧੀ ਉਹਨਾਂ ਨੂੰ ਦਿੱਤੀ ਆ। ਮੈਂ ਤੈਨੂੰ ਵੇਖਣ ਡਿਆ ਨੇਜਰ ਸਾਹਿਬ, ਜਿਹੜੀ ਬਰਫ਼ ਪੈਂਦੀ ਨਾ ਜਿੱਥੇ, ਹਾਂਜੀ ਹਾਂਜੀ, ਤੇ ਉੱਥੇ ਸੇਲ ਮੱਛੀ ਕੀ ਹੁੰਦੀ, ਸੇਲ ਹੀ ਕਹਿੰਦੇ, ਸੀਲ ਪਤਾ ਨਹੀਂ ਮੱਛੀ ਹੁੰਦੀ ਜਿਹੜੀ ਪੈਂਗੁਇਨ ਵਗੈਰਾ। ਹਾਂਜੀ ਹਾਂਜੀ। ਤੇ ਉਹ ਨੇਜਰ ਸਾਹਿਬ ਵੇਖ ਲਓ ਹਜ਼ਾਰਾਂ ਦੀ ਗਿਣਤੀ 'ਚ ਹੁੰਦੀਆਂ ਨੇ, ਤੇ ਬੜੀ ਠੰਡੀ ਹਵਾ ਚੱਲਦੀ ਆ, ਤੇ ਉਹ ਹਵਾ ਚੱਲਦੀ ਆ। ਤੇ ਜੇ ਮੇਰੇ ਇੱਕ ਮੱਛੀ ਜੇ ਮੰਨ ਲਓ ਅੱਗੇਲੇ ਬੰਨੇ ਹੋਈ ਨਾ ਤੇ ਉਹ ਮਰ ਜੂਗੀ। ਉਹ ਕੀ ਕਰਦੀਆਂ, ਅੱਧਾ ਘੰਟਾ ਡਿਊਟੀ ਨਿਭਾਉਂਦੀਆਂ ਨੇ, ਅੱਧਾ ਘੰਟਾ ਅਗਲੇ ਬੰਨੇ ਸਭ ਤੋਂ ਪਹਿਲੀ ਲਾਈਨ 'ਚ ਖਲੋਦੀਆਂ ਨੇ, ਫਿਰ ਉਹ ਮਗਰ ਚੱਲ ਜਾਂਦੀਆਂ ਨੇ ਤੇ ਦੂਜੀਆਂ ਅੱਗੇ ਆ ਜਾਂਦੀਆਂ। ਦੇਖੋ ਨਿਜਰ ਸਾਹਿਬ ਕਿੰਨੀ ਟੈਕਨੀਕ ਉਹਨਾਂ ਦੀ। ਉਹਨੂੰ ਪੈਂਗੁਇਨ ਕਹਿੰਦੇ ਆ, ਪੈਂਗੁਇਨ ਕਹਿੰਦੇ ਉਹਨੂੰ, ਪੈਂਗੁਇਨ ਹੀ ਹੈ ਨਾ? ਹਾਂ ਪੈਂਗੁਇਨ। ਹਾਂ
ਤੇ ਦੇਖ ਲਓ ਪਰਮਾਤਮਾ ਨੇ ਜੇ ਉਹਨੂੰ ਇੰਨੇ ਠੰਡੇ ਇਲਾਕੇ 'ਚ ਜੇ ਉਹਨੂੰ ਰੱਖਿਆ ਤੇ ਉਹਨੂੰ ਇੰਨੀ ਬੁੱਧੀ ਦਿੱਤੀ ਹੈ ਕਿ ਆਪਣੇ ਆਪ ਨੂੰ ਸਰਵਾਈਵ ਕਿੱਦਾਂ ਕਰਨਾ। ਹੁਣ ਅਸੀਂ ਵੀ ਤੇ ਸਰਵਾਈਵ ਹੀ ਕਰ ਰਹੇ ਹਾਂ। ਤੁਸੀਂ ਦੇਖੋ ਸਾਡਾ ਜੀਵਨ ਦਾ ਮਕਸਦ ਕੀ ਹੈ? ਸਰਵਾਈਵ ਕਰਨਾ। ਅਸੀਂ ਸਭ ਤੋਂ ਪਹਿਲਾਂ ਸਾਡਾ ਜਿਹੜਾ ਅਸੀਂ ਕੀ ਆ ਇਨਸਾਨ ਦੀ ਜਿਹੜੀ ਡਿਊਟੀ ਹੈਗੀ ਆ ਉਹ ਇਹ ਹੈਗਾ ਕਿ ਆਪਣੇ ਸਰੀਰ ਨੂੰ ਚਲਾਉਣ ਵਾਸਤੇ ਅੰਨ ਚਾਹੀਦਾ ਇਹਨੂੰ। ਹੁਣ ਗੱਲ ਪੰਗਾ ਤੇ ਉੱਥੇ ਪੈ ਜਾਂਦਾ ਵਾ ਕਿ ਇਹ ਅਸਲ ਦੇ ਵਿੱਚ ਤੇ ਫਿਊਲ ਸੀ, ਜਿੱਦਾਂ ਗੱਡੀ 'ਚ ਤੇਲ ਪਾਈਦਾ ਫਿਊਲ, ਪਰ ਬੰਦੇ ਨੇ ਕੀ ਕੀਤਾ ਉਸੇ ਫਿਊਲ ਨੂੰ ਭੋਗ ਦੇ ਵਿੱਚ ਕਨਵਰਟ ਕਰ ਲਿਆ। ਆਪਣੀ ਸ਼ਰਾਰਤ ਦੇ ਨਾਲ ਇਹਨੇ ਕੀਤਾ ਉਹਨੂੰ ਇੰਦਰੀਆਂ ਦਾ ਰਸ ਬਣਾ ਲਿਆ। ਹੁਣ ਇਹਨੇ ਕੀ ਕੀਤਾ ਕਿ ਖਾਣੇ 'ਚ ਸੁੱਖ ਲੱਭਣ ਡਿਆ ਪਿਆ। ਹੁਣ ਇਹਦੇ ਲਈ ਫਿਰ ਕੀ ਕਰਦੇ ਨੇ ਇਹ ਲੋਕ? ਫਿਰ ਹੁਣ ਹਫ਼ਤੇ 'ਚ ਕੋਈ ਵੀ ਕਹਿੰਦੇ, ਬੱਚੇ ਕਹਿੰਦੇ ਕਿ ਪਾਪਾ ਸਾਨੂੰ ਮੈਕਡੋਨਲਡ 'ਚ ਲੈ ਕੇ ਜਾ, ਉੱਥੇ ਸਾਨੂੰ ਸਬਵੇ ਦਾ ਸੈਂਡਵਿਚ ਖਾਣਾ ਹੈ ਜਾਂ ਬਰਗਰ ਕਿੰਗ ਤੇ ਜਾਣਾ ਹੈ, ਐਰਾ ਵਗੈਰਾ ਜੋ ਵੀ ਸਵਾਦ ਵਾਲੀਆਂ ਚੀਜ਼ਾਂ। ਹਾਂਜੀ ਹਾਂਜੀ। ਉਹ ਚੀਜ਼ ਹੋ ਗਿਆ ਕਿ ਇਨਸਾਨ ਨੇ ਉਹਦੇ ਅੰਦਰ ਕੀ ਸਵਾਦ ਉਹਦੇ 'ਚ ਕੀ ਉਹਨੂੰ ਮਿਲ ਡਿਆ ਪਿਆ ਕਿ ਆੜੀ ਘਰੇ ਰੋਟੀ ਆ, ਮਤਲਬ ਇਹ ਸਹੀ ਨਹੀਂ ਆ। ਬੱਚੇ ਦੇ ਮਨ 'ਚ ਆ ਕਿ ਮੈਨੂੰ ਟੇਸਟ ਚੰਗਾ ਕਰਨ ਵਾਸਤੇ ਮੈਨੂੰ ਉੱਥੇ ਖਾਣਾ ਪਊਗਾ। ਉਹ ਉੱਥੇ ਤੇ ਕੰਮ ਸ਼ੁਰੂ ਹੋ ਜਾਂਦਾ। ਜਦ ਕਿ ਖਾਣਾ ਆਪਾਂ ਸਵਾਦ ਲਈ ਨਹੀਂ ਖਾਣਾ, ਖਾਣਾ ਤੇ ਆਪਾਂ ਖਾਣਾ ਵਾ ਕਿ ਸਾਡਾ ਸਰੀਰ ਜਿਹੜਾ ਤੰਦਰੁਸਤ ਰਵੇ। ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ ਗੁਰਜੀ ਸਾਹਿਬ। ਪਰ ਆਪਾਂ ਕੀ ਕਰਦੇ ਹਾਂ? ਆਪਾਂ ਉਲਟਾ ਕਰਨਾ ਸ਼ੁਰੂ ਕਰਤਾ। ਆਪਾਂ ਤੇ ਸੁੱਖ ਭਾਲਣ ਡਿਆ। ਇਸੇ ਹੀ ਤਰ੍ਹਾਂ ਕਾਮ ਹੈ। ਹੁਣ ਕਾਮ ਜਿਹੜਾ ਨਾ ਇੱਕ ਪ੍ਰਕਿਰਤੀ ਦਾ ਨਿਯਮ ਹੈ। ਉਹ ਤੇ ਹੈ ਇੱਕ ਕੁਦਰਤੀ ਤੌਰ ਤੇ ਇੱਕ ਜਿੱਦਾਂ ਆਪਾਂ ਬੱਚੇ ਪੈਦਾ ਕਰਨ ਵਾਸਤੇ ਹੈਗਾ, ਜੇ ਆਪਾਂ ਉਹਨੂੰ ਦੂਜੀ ਤਰ੍ਹਾਂ ਵੇਖਿਆ ਜਾਵੇ ਤੇ ਉਹ ਜਿਹੜਾ ਮਤਲਬ ਹੁਣ ਲੋਕਾਂ ਨੇ ਉਹਦੇ ਵਿੱਚ ਤੇ ਉਹ ਕੁਝ ਹੋਰ ਲੱਭ ਲਿਆ ਇਨਸਾਨ ਨੇ। ਇਹਦੇ ਵਿੱਚ ਵੀ ਦੇਖੋ ਨਿੱਜੀ ਸਭ ਕੋਈ ਵੀ ਚੀਜ਼ ਹੈ ਨਾ ਉਹਨੂੰ ਚੀਜ਼ ਇਨਸਾਨ ਨੇ ਵਿਗਾੜ ਦਿੱਤਾ ਹੈ। ਬਿਲਕੁਲ। ਇਨਸਾਨ ਨੇ ਕੀ ਕੀਤਾ ਕਿ ਉਹਨੂੰ ਉਹ ਹੈ ਤੇ ਪ੍ਰਕਿਰਤੀ ਤੌਰ ਤੇ ਉਹ ਹੁਣ ਵੇਖੋ ਕਾਮ ਦੀ ਸਿਰ ਤੇ ਦੁਨੀਆ ਪੈਦਾ ਹੁੰਦੀ ਹੈ। ਬਿਲਕੁਲ। ਪਰ ਇਹਨੇ ਕੀ ਕੀਤਾ ਇਹਨੇ ਵੀ ਉਹਦੀ ਫਾਰਮ ਚੇਂਜ ਕਰਤੀ। ਹੁਣ ਜਾਨਵਰ ਜਿਹੜੇ ਨਾ ਜਾਨਵਰ ਜਿਹੜਾ ਕਾਮ ਦੀ ਯੂਜ਼ ਕਰਦੇ ਆ ਉਹ ਕੇਵਲ ਕਰਦੇ ਆ ਕਿ ਬੱਚਿਆਂ ਨੂੰ ਪੈਦਾ ਕਰਨ ਵਾਸਤੇ। ਪਰ ਇਨਸਾਨ ਜਿਹੜਾ ਵਾ ਇਨਸਾਨ ਨੇ ਉਹਦੇ ਵਿੱਚ ਵੀ ਉਹਦੀ ਫਾਰਮ ਚੇਂਜ ਕਰਤੀ ਹੈ। ਹੁਣ ਇਨਸਾਨ ਦੀ ਇੱਕ ਨਿਜਸਾ ਬੜੀ ਪ੍ਰੋਬਲਮ ਹੈ। ਇੱਥੇ ਗੜਬੜ ਹੋ ਜਾਂਦੀ। ਇਨਸਾਨ ਕੀ ਚਾਹੁੰਦਾ ਹੈ? ਸੁੱਖ, ਸਸਤੇ ਤੋਂ ਸਸਤਾ ਸੁੱਖ, ਘੱਟ ਮਿਹਨਤ ਕਰਨੀ ਪਵੇ, ਮਿਹਨਤ ਨਾ ਕਰਨੀ ਪਵੇ, ਔਰ ਉਹਦੇ ਲਈ ਵੱਡੀ ਤੋਂ ਵੱਡੀ ਕੀਮਤ ਦੇਣ ਨੂੰ ਵੀ ਤਿਆਰ ਹੈ। ਔਰ ਇਨਸਾਨ ਵੇਖ ਲਓ ਏਦਾਂ ਹੀ ਕਰਨ ਦਿਆ ਵਾ। ਹੁਣ ਇਨਸਾਨ ਕੋਈ ਵੀ ਚੀਜ਼ ਪ੍ਰਾਪਤ ਕਰਦਾ ਉਹਦਾ ਪ੍ਰਮਾਣ ਥੋੜੀ ਵਹਿੰਦਾ। ਹੁਣ ਇਹ ਵਹਿੰਦਾ ਵਾ ਕਿ ਕੋਈ ਚੀਜ਼ ਇਹਨੂੰ ਪਸੰਦ ਆ ਗਈ ਆ, ਮੰਨ ਲਓ ਕਾਮ ਹੀ ਆ ਜਾਂ ਚੋਰੀ ਆ ਜਾਂ ਕੋਈ ਬੇਈਮਾਨੀ ਆ। ਜਿੱਦਾਂ ਤੁਹਾਡੀ ਆਵਾਜ਼ ਬੰਦ ਹੋ ਗਈ ਗੁਰਜੀ ਸਾਹਿਬ। ਮਿਊਟ ਆਰਡਰ ਬੁੱਕ ਕਰਤਾ, ਪਤਾ ਕਿ ਤੂੰ ਬੇਵਕੂਫ ਆ। ਆਵਾਜ਼ ਬੰਦ ਹੋ ਗਈ? ਹਾਂ ਹੁਣ ਠੀਕ ਹੈ। ਦੇਖੋ ਵਿੱਚ ਬੰਦ ਹੋ ਜਾਂਦੀ ਆਵਾਜ਼। ਹੁਣ ਠੀਕ ਹੈ। ਹਾਂ ਇਹ ਕੀ ਕਰਦਾ ਕਿ ਜਿੱਦਾਂ ਆਪਾਂ ਆਨਲਾਈਨ ਜਾ ਕੇ ਸ਼ਾਪਿੰਗ ਨਹੀਂ ਕਰਦੇ, ਆਨਲਾਈਨ ਜਾ ਕੇ ਸ਼ਾਪਿੰਗ 'ਚ ਆਰਡਰ ਕਰਤਾ ਕਿ ਬਈ ਮੈਨੂੰ ਫਲਾਣੀ ਚੀਜ਼ ਚਾਹੀਦੀ ਹੈ। ਹਾਂਜੀ। ਹੁਣ ਉੱਥੇ ਸੁੱਖ ਭੋਗ ਲਿਆ, ਸੁੱਖ ਤੇ ਭੋਗ ਲਿਆ, ਸਸਤਾ ਸੁੱਖ ਹੈ, ਖਰਚਾ ਕੋਈ ਨਹੀਂ ਵਹਿੰਦਾ ਪਿਆ, ਕੋਈ ਰੱਬ ਨਹੀਂ ਵਹਿੰਦਾ, ਕੋਈ ਆਂਢ ਗੁਆਂਢ ਨਹੀਂ ਵਹਿੰਦੇ। ਮਾੜਾ ਕਰਮ ਕਰਨ ਦਿਆ ਬੰਦਾ, ਚਾਹੇ ਚੋਰੀ ਕਰਨ ਦਿਆ ਜਾਂ ਕੋਈ ਇਹੀ ਦੇ ਤੌਰ ਤੇ ਸਰੀਰਕ ਤੌਰ ਤੇ ਸੁੱਖ ਭੋਗਣ ਦਿਆ ਵਾ। ਤੇ ਪਰ ਨਿੱਜਰ ਸਾਹਿਬ ਜਦੋਂ ਆਨਲਾਈਨ ਆਪਾਂ ਆਰਡਰ ਕਰਦੇ ਹਾਂ ਤੇ ਉਹ ਪਾਰਸਲ ਉਸੇ ਦਿਨ ਥੋੜੀ ਆ ਜਾਂਦਾ। ਉਹ ਪਾਰਸਲ ਨੇ ਆਉਣਾ ਨਹੀਂ। ਤੁਹਾਡੀ ਆਵਾਜ਼ ਬੰਦ ਹੋ ਗਈ। ਮੇਰੀ ਗੱਲ ਫਿਰ ਧਿਆਨ ਨਾਲ ਸੁਣੋ। ਨਹੀਂ ਤੁਹਾਡੀ ਆਵਾਜ਼ ਜਦੋਂ ਹਾਂਜੀ ਅਜੇ ਵੀ ਬੰਦ ਆ? ਹੁਣ ਠੀਕ ਹੈ, ਹੁਣ ਠੀਕ ਹੈ। ਹਾਂਜੀ ਬੋਲੋ ਜੀ। ਉਹ ਪਾਰਸਲ ਵਾਲੀ ਗੱਲ ਨਹੀਂ ਸਮਝ ਆਈ। ਜਦੋਂ ਸਾਧ ਸੰਗਤ ਜੀ ਜਦੋਂ ਆਪਾਂ ਆਨਲਾਈਨ ਸ਼ਾਪਿੰਗ ਕਰਦੇ ਆ ਨਾ ਤੇ ਆਪਾਂ ਆਨਲਾਈਨ ਜਾ ਕੇ ਆਰਡਰ ਤੇ ਬੁੱਕ ਕਰ ਦਿੰਦੇ ਆ। ਚੀਜ਼ ਵੇਖੀ ਤੇ ਮੇਰੇ ਵਰਗੇ ਨੇ ਵੇਖੀ ਚੀਜ਼ ਤੇ ਪਸੰਦ ਆ ਗਈ ਆ, ਹੁਣ ਜਾ ਕੇ ਆਰਡਰ ਤੇ ਕਰਤਾ। ਪਰ ਤੁਹਾਨੂੰ ਪਤਾ ਕਿ ਉਹ ਚੀਜ਼ ਉਹ ਡਿਲੀਵਰੀ ਤੇ ਹੋਣੀ ਆ। ਅੱਜ ਨਹੀਂ ਤੇ ਹਫ਼ਤੇ ਬਾਅਦ ਹੋ ਜਾਊਗੀ। ਇਸੇ ਹੀ ਤਰ੍ਹਾਂ ਕੀ ਇਨਸਾਨ ਕਰਦਾ ਕਿ ਇਨਸਾਨ ਜਿਹੜਾ ਨਾ ਔਗਣਾਂ ਦੇ ਵਿੱਚ ਸੁੱਖਾਂ ਨੂੰ ਭੋਗਦਾ ਹੈ। ਹੁਣ ਆਪਾਂ ਕਿਹੜੇ ਵੀ ਮੰਨ ਲਓ 2 ਨੰਬਰ ਦੇ ਸੁੱਖ ਨੂੰ ਭੋਗਦੇ ਆ, ਚਾਹੇ ਚੋਰੀ ਕਰਦੇ ਆ ਜਾਂ ਬੇਈਮਾਨੀ ਕਰਦੇ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦੇ ਵਿੱਚ ਆਪਾਂ ਮੰਨ ਲਓ ਭੋਗਦੇ ਆ ਇਸ ਚੀਜ਼ ਨੂੰ। ਉਹ ਕੀ ਆ? ਉਹ ਦੇਖਦਾ ਵਾ
ਟੈਂਪਰੇਰੀ ਦੇਦਾ ਵਾ ਕਿ ਆਲਸ ਹੋ ਕੇ ਇਨਸਾਨ ਦੇ ਮਨ 'ਚ ਲਾਲਚ ਆ ਜਾਂਦਾ, ਲੋਭ ਕਰਕੇ ਜਾਂ ਕਾਮ ਕਰਕੇ ਉਹ ਬੰਦਾ ਸੁੱਖ ਤੇ ਭੋਗ ਲੈਂਦਾ। ਉਹ ਸਮਝ ਲਓ ਕਿ ਜਿੱਦਾਂ ਆਪਾਂ ਆਰਡਰ ਕਰਤਾ, ਵਾਹ ਜੀ ਵਾਹ, ਕਮਾਲ ਹੈ, ਆਨਲਾਈਨ ਜਿੱਦਾਂ ਆਪਾਂ ਆਰਡਰ ਨਹੀਂ ਕਰ ਦਈਦਾ, ਦੁੱਖ ਦਾ ਆਰਡਰ ਕਰਤਾ, ਉਹ ਆਰਡਰ ਤੇ ਕਰਤਾ ਮੈਂ ਹੁਣ, ਹਾਂ ਉਹ ਦੁੱਖ ਤੇ ਉਹਦੇ 'ਚ ਆਉਣਾ ਤੁਹਾਡੇ ਘਰ। ਬਿਲਕੁਲ। ਉਹ ਬੰਦਾ ਵੇਂਦਾ ਹੀ ਨਹੀਂ ਆਰਡਰ ਕਰਨ ਲੱਗਿਆ, ਪਰ ਬੰਦਾ ਸੋਚਦਾ ਵਾ ਕਿ ਵਾਹ ਵੀ ਵਾਹ ਕਿੱਡਾ ਮਖਮਲ ਕਿੱਡੀ ਵਧੀਆ ਚੀਜ਼, ਚੁੱਕ ਲਓ। ਕਰਮ ਕਰਦਾ ਬੰਦਾ ਏਦਾਂ ਹੀ, ਪਰ ਇਹ ਨੀ ਵੇਂਦਾ ਚਰਨਜੀਤ ਤੂੰ ਤੇ ਆਰਡਰ ਕਰਤਾ, ਉਹ ਚੀਜ਼ ਤੇਰੇ ਘਰੇ ਆ ਜਾਣੀ ਆ, ਮੁੜ ਕੇ ਡਿਲੀਵਰੀ ਹੋਈ ਤੇ ਫਿਰ ਤੂੰ ਰੌਲਾ ਪਾਉਣਾ। ਬਿਲਕੁਲ ਬਿਲਕੁਲ। ਫਿਰ ਤੂੰ ਕਹਿਣਾ ਕਿ ਨਿੱਜਰ ਸਾਹਿਬ ਆ ਕੀ ਲੈਂਦਾ ਮੇਰੇ ਘਰ ਤੁਸੀਂ। ਬਿਲਕੁਲ ਸਹੀ। ਤੇ ਨਿੱਜਰ ਸਾਹਿਬ ਕਹਿੰਦੇ ਚਰਨਜੀਤ ਇੱਕ ਹਫ਼ਤਾ ਪਹਿਲਾਂ ਤੇ ਤੂੰ ਖੁਦ ਹੀ ਆਰਡਰ ਕਰਕੇ ਆਇਆ ਸੀ, ਤੂੰ ਖੁਦ ਹੀ ਕਿਹਾ ਸੀ ਕਿ ਮੈਨੂੰ ਦੇ ਦਿਓ। ਹੁਣ ਆਹ ਬੀ ਬੀਜਿਆ ਹੀ, ਉਹਦਾ ਆਰਡਰ ਦਾ ਰਿਜ਼ਲਟ ਆਈ ਤੇਰੇ ਸਾਹਮਣੇ ਆ ਗਏ, ਪ੍ਰਗਟ ਹੋ ਗਿਆ। ਔਰ ਇਹ ਗੱਲ ਵੀ ਬੱਲ ਸਾਹਿਬ ਦੀ ਸਹੀ ਆ ਕਿ ਜਿਹਦਾ ਸਾਧਕ ਆ ਉਹਨੂੰ ਉਹਦਾ ਰਿਜ਼ਲਟ ਉਸੇ ਟਾਈਮ ਹੀ ਮਿਲ ਜਾਂਦਾ ਜੀ, ਕਿਉਂਕਿ ਪ੍ਰਮਾਤਮਾ ਨੇ ਜ਼ਿਆਦਾ ਡਿਲੇ ਨਹੀਂ ਪਾਉਣਾ। ਜਿਹੜੇ ਦੂਜੇ ਜੀਵ ਹੁੰਦੇ ਉਹਨਾਂ ਦੀ ਇੰਨੀ ਪਰਵਾਹ ਨਹੀਂ ਹੁੰਦੀ, ਕਿਉਂਕਿ ਉਹ ਅਨੰਤ ਯਾਤਰਾ। ਬਿਲਕੁਲ ਸਹੀ। ਹੁਣ ਇਹਦੇ ਵਿੱਚ ਹੁਣ ਵੇਖੋ, ਹੁਣ ਆਰਡਰ ਤੁਸੀਂ ਕਰ ਲਿਆ ਤੇ ਉਹਦਾ ਡਿਲੀਵਰੀ ਤੇ ਵੇਖ ਲਓ ਕਿ 3-4 ਚੀਜ਼ਾਂ ਹੈਗੀਆਂ, 5 ਚੀਜ਼ਾਂ ਹੈਗੀਆਂ, ਮੈਂ ਤੁਹਾਨੂੰ ਦੱਸ ਦਿੰਦਾ, ਤੁਸੀਂ ਵੇਖ ਲਓ। ਤੁਸੀਂ ਆਰਡਰ ਕੀਤੀਆਂ ਸੀ, ਤੁਹਾਨੂੰ ਮਿਲੀਆਂ ਵੀ ਹੋਣਗੀਆਂ, ਤੇ ਮੈਨੂੰ ਵੀ ਮਿਲੀਆਂ ਨਿੱਜਰ ਸਾਹਿਬ ਇਹਨਾਂ ਚੋਂ। ਨੰਬਰ 1 ਤੇ ਜਿਹੜਾ ਮੈਂ ਆਰਡਰ ਮੈਂ ਗੱਲ ਕਰਦਾ ਕਿ ਇੱਕ ਸਰੀਰਕ ਕਸ਼ਟ, ਜਿਹੜਾ ਸਰੀਰਕ ਕਸ਼ਟ ਹੁੰਦਾ ਇਹ ਵੀ ਆਰਡਰ ਆ, ਇਹ ਵੀ ਕੋਈ ਪਾਪ ਆ, ਕੁਝ ਕੀਤਾ ਵਾ, ਉਹਦੇ ਕਰਕੇ ਸਰੀਰਕ ਤੌਰ ਤੇ ਕਸ਼ਟ ਭੋਗਣਾ ਪੈਂਦਾ। ਇਹ ਵੀ ਕਿਸੇ ਨੇ ਆਰਡਰ ਕੀਤਾ ਸੀ, ਉਹ ਡਿਲੀਵਰੀ ਹੋਈ ਹੈ। ਨਿੱਜਰ ਸਾਹਿਬ ਬਹੁਤ ਵਧੀਆ ਜੀ, ਬਹੁਤ ਵਧੀਆ। ਨੰਬਰ 2 ਤੇ ਮਾਨਸਿਕ ਕਸ਼ਟ। ਮਾਨਸਿਕ ਵੇਖੋ ਕਿੰਨੇ ਲੋਕ ਚਿੰਤਾਗ੍ਰਸਤ ਨੇ, ਐਵੇਂ ਪਰੇਸ਼ਾਨ ਹੋਈ ਜਾਂਦੇ ਨੇ। ਇਹ ਵੀ ਕਿਸੇ ਕਿਸਮ ਦੀ ਕੁਛ ਇਹਨੇ ਆਰਡਰ ਕੀਤਾ ਸੀ, ਡਿਲੇ ਹੋ ਗਿਆ, ਬਟ ਏਡਾ ਵੱਡਾ ਆਰਡਰ ਨਹੀਂ ਕੀਤਾ ਸੀ, ਪਰ ਕਿਸੇ ਕਿਸਮ ਦਾ ਕੋਈ ਕੀਤਾ ਵਾ ਤੇ ਉਹਦਾ ਆਰਡਰ ਇਹਨੂੰ ਮਿਲ ਰਿਹਾ ਹੈ ਚਿੰਤਾ ਦੇ ਰੂਪ ਦੇ ਵਿੱਚ। ਜਾਂ ਤੇ ਇਹਨੇ ਕਿਸੇ ਨੂੰ ਚਿੰਤਾ ਦੇ ਵਿੱਚ ਪਾਇਆ, ਕਿਸੇ ਨੂੰ ਚਿੰਤਾ ਦਿੱਤੀ ਹੋਊਗੀ, ਕਿਸੇ ਦੀ ਨੌਕਰੀ ਖੋਈ ਹੋਊਗੀ, ਉਹ ਜਿਹੜਾ ਪਰੇਸ਼ਾਨ ਹੋਇਆ, ਤੇ ਉਹ ਜਿੱਦਾਂ ਆਪਾਂ ਕਿਸੇ ਨੂੰ ਸਫਰਿੰਗ ਕਰਦੇ ਆ, ਉਸੇ ਹੀ ਚੀਜ਼ ਦਾ ਜਿਹੜਾ ਦੁੱਖ ਹੈ ਨਿੱਜਰ ਸਾਹਿਬ ਮੋਸਟਲੀ ਸਾਨੂੰ ਭੋਗਣਾ ਪੈਂਦਾ। ਵਾਹ ਜੀ ਵਾਹ, ਕਮਾਲ ਹੈ, ਬਹੁਤ ਵਧੀਆ। ਹੁਣ ਨੰਬਰ 3 ਤੇ ਮੈਂ ਆਰਡਰ ਕਰ ਲਿਆ, ਮੰਨ ਲਓ ਘਰ, ਮੈਂ ਇੱਕ ਹੋਰ ਆਰਡਰ ਕੀਤਾ, ਆਰਡਰ ਕਰ ਲਿਆ ਘਰ ਪਰਿਵਾਰ ਮੈਂਬਰਾਂ ਦੇ ਪ੍ਰਤੀ ਅਸੰਤੁਸ਼ਟੀ, ਸੰਤੁਸ਼ਟ ਨਹੀਂ ਹੋਣਾ, ਪਤੀ ਪਤਨੀ ਤੋਂ ਨਹੀਂ ਹੋਣੀ, ਪਤੀ ਪਤਨੀ ਤੋਂ ਨਹੀਂ ਹੋਣਾ। ਇਹ ਨਹੀਂ ਕਿ ਤੁਹਾਨੂੰ ਪਸੰਦ ਨਹੀਂ, ਉਹ ਬੰਦਾ ਉਦੋਂ ਪਸੰਦ ਸੀ, ਜਨਾਨੀ ਉਦੋਂ ਪਸੰਦ ਸੀ, ਪਰ ਹੁਣ ਸੰਤੁਸ਼ਟ ਨਹੀਂ ਹੈਗੇ ਤੁਸੀਂ। ਕਿਉਂ ਨਹੀਂ ਸੰਤੁਸ਼ਟ? ਇਹਦਾ ਵੀ ਕਾਰਨ ਹੈ, ਇਹ ਵੀ ਕਰਮ ਹੈ, ਕਿਉਂਕਿ ਇਹ ਕੋਈ ਤੁਹਾਡਾ ਪਾਪ ਹੀ ਪ੍ਰਗਟ ਹੋ ਰਿਹਾ। ਹੁਣ ਉਹ ਚੀਜ਼ ਤੁਹਾਨੂੰ ਉੱਥੇ ਉਹ ਕਰਨੀ ਸ਼ੋਅ ਹੀ ਨਹੀਂ ਹੋਣ ਦੇਣ ਦੇ ਅਗਲੇ ਬੰਦੇ ਬੰਦਾ ਸਹੀ ਹੈ, ਜੋ ਵੀ ਤੁਹਾਡੀਆਂ ਤਾਰਾਂ ਮਿਲਣੀਆਂ ਹੀ ਨਹੀਂ, ਇਹ ਵੀ ਪਾਪ ਆ। ਇਕੱਠੇ ਰਹਿਣ ਦੇ, ਜੋ ਬੱਚੇ ਹੋ ਗਏ, ਤੁਹਾਡਾ ਸਾਰਾ ਕੁਝ ਸੈੱਟ ਆ, ਪਰ ਇਹ ਵੀ ਪਾਪ ਦੇ ਰੂਪ ਚ ਡਿਲੀਵਰੀ ਹੋ ਚੁੱਕਿਆ। ਕੁਛ ਤੇ ਹੈ ਉਹ ਪ੍ਰਗਟ ਹੋ ਗਿਆ, ਤੁਸੀਂ ਸੰਤੁਸ਼ਟ ਨਹੀਂ ਹੋਣਾ। 50 ਸਾਲ ਕੀ 70-80 ਸਾਲ ਰਹਿ ਕੇ ਵੇਖ ਲਓ, ਤੁਸੀਂ ਇੱਕ ਵੀ ਸੱਜੇ ਬੰਨੇ ਜਾਣਾ, ਉਹਨੇ ਖੱਬੇ ਬੰਨੇ ਜਾਣਾ। ਇਹ ਵੀ ਨਿੱਜਰ ਸਾਹਿਬ, ਇਹ ਵੀ ਕਰਮਾਂ ਦਾ ਫਲ ਜੇ। ਬਹੁਤ ਵਧੀਆ। ਨੰਬਰ 4 ਤੇ ਇੱਥੇ ਹੋ ਰਹੀ ਆ, ਇੱਥੇ ਆ ਜਿੱਦਾਂ ਇੱਜ਼ਤ ਨਹੀਂ ਬੰਦੇ ਦੀ, ਜਿੱਦਾਂ ਕੋਈ ਧੀ ਪੁੱਤ ਭੱਜ ਜੇ ਜਾਂ ਜਨਾਨੀ ਜਾਂ ਬੰਦਾ ਗਲਤ ਹੋ ਜੇ ਨਿੱਜਰ ਸਾਹਿਬ। ਹਾਂਜੀ ਹਾਂਜੀ। ਇਹ ਵੀ ਕਿਸੇ ਰੂਪ ਚ ਜਾ ਕੇ ਕਸ਼ਟ ਆ ਗਿਆ ਵਾ ਘਰ ਚ, ਸਾਰਿਆਂ ਟੱਬਰਾਂ ਲਈ ਕਸ਼ਟ। ਉਹ ਸਾਰੇ ਜੀ ਲਈ ਆ, ਦੋਹਾਂ ਲਈ ਆ, ਚੌਹਾਂ ਲਈ ਆ, ਜਾਂ ਜੀਵਨ ਸਾਥੀ ਭੱਜ ਗਿਆ, ਜਾਂ ਜੀਵਨ ਸਾਥਣ ਭੱਜ ਗਈ ਆ, ਜਾਂ ਉਹ ਮਤਲਬ ਬੇਈਮਾਨ ਆ, ਜਾਂ ਧੋਖਾ ਦੇ ਰਹੀ ਹੈ, ਜਾਂ ਧੋਖਾ ਦੇ ਰਿਹਾ ਹੈ। ਇਹ ਵੀ ਨਿੱਜਰ ਸਾਹਿਬ, ਇਹ ਵੀ ਪਾਪ ਜੇ, ਇਹ ਵੀ ਪਾਪ ਦਾ ਡਿਲੀਵਰੀ ਹੋ ਰਹੀ ਜੇ। ਇਹ ਕਸ਼ਟ ਹੈ ਜਿਹੜਾ ਭੋਗ ਰਹੇ ਆਪਾਂ, ਇਹ ਵੀ ਹੋ ਗਿਆ। ਠੀਕ ਹੈ। ਹੁਣ ਨੰਬਰ 5 ਤੇ ਵੀ ਇੱਕ ਹੋਰ ਕਸ਼ਟ ਹੈਗਾ ਜੇ, ਅਧਿਆਤਮਿਕ ਹੀਨਤਾ। ਧਾਰਮਿਕ ਤੌਰ ਤੇ ਵੀ ਹੀਨਤਾ ਹੋ ਜਾਣੀ। ਕਿ ਮੈਂ ਮਹਿਸੂਸ ਕਰਦਾ ਕਿ ਨਿੱਜਰ ਸਾਹਿਬ ਕਈ ਬੰਦੇ ਬੜੇ ਮੈਂ ਵੇਖਦਾ ਵਾਂ ਕਿ ਇੱਥੇ ਤੁਰੇ ਫਿਰਦੇ ਆ, ਥਾਂ ਤੇ ਧੱਕੇ ਖਾਂਦੇ ਫਿਰਦੇ। ਕਿਉਂ ਧੱਕੇ ਖਾਂਦੇ ਆ? ਉਹਦਾ ਕਾਰਨ ਵੀ ਅੱਜ ਮੈਨੂੰ ਪਤਾ ਲੱਗਾ। ਅਧਿਆਤਮਿਕ ਹੀਨਤਾ ਦਾ ਮਤਲਬ ਉਹਦੇ ਪਾਪ ਉਹਨੂੰ ਚੰਗੀ ਜਗ੍ਹਾ 'ਚ ਜਾਣ ਹੀ ਨਹੀਂ ਦਿੰਦੇ। ਵਾਹ ਬੇ ਵਾਹ, ਕਮਾਲ ਹੈ ਜੀ। ਐਡਾ ਔਖਾ ਸਵਾਲ, ਮੈਂ ਹੈਰਾਨ ਹੋ ਗਿਆ। ਕਰੋੜਾਂ ਬੰਦੇ ਤੁਰੇ ਫਿਰਦੇ, ਛਡਾਈ ਹੋਏ ਫਿਰਦੇ, ਰੱਬ ਲੱਭਦੇ, ਕਿਉਂ ਨਹੀਂ ਰੱਬ ਮਿਲਦੇ? ਕਿਉਂਕਿ ਉਹਨਾਂ ਦੇ ਪਾਪ ਉਹਨੂੰ ਜਾਣ ਨਹੀਂ ਦਿੰਦੇ ਉੱਥੇ। ਔਰ ਇੱਥੇ ਆ ਵੀ ਜਾਊਗਾ, ਉਹਨੇ ਭੱਜ ਜਾਣਾ, ਬਿਲਕੁਲ ਉਹਨੇ ਟਿਕਣਾ ਹੀ ਨਹੀਂ, ਉਹਨੂੰ ਸਮਝ ਨਹੀਂ ਆਉਣੀ। ਦੇਖੋ ਪਾਪ ਕਿੰਨੀ ਖਤਰਨਾਕ ਚੀਜ਼ ਹੈ ਨਿੱਜਰ ਸਾਹਿਬ, ਕਿੰਨੇ ਸੂਖਮ, ਪਰ ਸਾਨੂੰ ਪਤਾ ਹੀ ਨਹੀਂ ਉਹ ਸਾਡੇ ਜੀਵਨ ਨੂੰ ਕਿੱਦਾਂ ਪ੍ਰਭਾਵਿਤ ਕਰ ਰਹੇ ਨੇ। ਪਰ ਅਸੀਂ ਹੁਣ ਤੁਹਾਡੇ 'ਚ ਤੁਸੀਂ ਵੇਖ ਲਓ, 5 'ਚ ਤੁਸੀਂ ਕਾਫੀ ਬੰਦੇ ਆ ਗਏ ਹੋਣੇ, ਮੈਂ ਵੀ ਹੈਗਾ ਇਹਨਾਂ 'ਚ 3-4 ਤੇ ਮੇਰੇ 'ਚ ਵੀ ਆਉਂਦੀਆਂ ਨੇ ਚੀਜ਼ਾਂ।
ਦੇਖ ਲਓ ਗੁਰਖੀ ਸਾਹਿਬ ਆਪਣੇ ਜਿਹੜੇ ਨਾ ਇਹਦੇ ਵਿੱਚ ਤੀਸਰੀ ਪਾਤਸ਼ਾਹੀ ਆਨੰਦ ਸਾਹਿਬ ਦੇ ਵਿੱਚ ਕਹਿੰਦੀ ਹੈ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਦੇਖ ਲਓ ਇੱਥੇ ਚੱਲਣਾ ਹੈ ਪਾਏ, ਇੱਥੇ ਤਾਂ ਚਾਂਸ ਹੀ ਨਹੀਂ ਹੈਗਾ ਕਿਸੇ ਪਾਸੇ ਜਿਹੜਾ ਹੈਗਾ, ਜਿਹੜਾ ਮਾੜੀ ਜੀ ਵੀ ਜਿਹੜੀ ਹੈ ਗਲਤੀ ਕਰਨ ਦਾ ਚਾਂਸ ਨਹੀਂ ਹੈਗਾ। ਹਾਂ ਜੇ ਮਾੜਾ ਤੁਸੀਂ ਆਰਡਰ ਗਲਤ ਕਰਤਾ, ਨਿੱਜਰ ਸਾਹਿਬ ਤੁਹਾਡੇ ਘਰ ਆ ਜਾਣਾ, ਉੱਥੇ ਬੁੱਕ ਕਰਤਾ ਤੁਸੀਂ। ਹਾਂ ਹੁਣ ਵੀ ਸਾਧ ਸੰਗਤ ਜੀ ਇਹ ਚੀਜ਼ ਨੂੰ ਥੋੜਾ ਧਿਆਨ ਦਿਓ। ਜੇਕਰ ਸਾਡੇ ਘਰ ਡਿਲੀਵਰੀ ਬੁਆਏ ਆ ਗਿਆ ਵਾ, ਪਾਰਸਲ ਲੈ ਕੇ ਆ ਗਿਆ ਵਾ, ਇਹ ਨਾ ਕਹੋ ਕਿ ਗਲਤ ਆਰਡਰ ਆ ਗਿਆ ਹੈ, ਹੀ ਇਜ਼ ਔਨ ਦ ਰਾਈਟ ਪਲੇਸ, ਕਿਉਂਕਿ ਪ੍ਰਮਾਤਮਾ ਦੇ ਘਰ ਤੇ ਗਲਤੀ ਹੁੰਦੀ ਨਹੀਂ। ਬਿਲਕੁਲ, ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ। ਉਹ ਸਾਡਾ ਹੀ ਆਰਡਰ ਸਾਡੇ ਘਰ ਪਹੁੰਚ ਗਿਆ ਜੋ। ਹੁਣ ਉਹਨੂੰ ਮੈਂ ਪਤਾ ਕੀ ਕਹਿਣਾ ਵਾ, ਉੱਥੇ ਕਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਸ਼ਾਂਤ ਨਾਲ ਉਹਨੂੰ, ਸ਼ਾਂਤੀ ਦੇ ਨਾਲ ਉਹਨੂੰ ਭੋਗ ਲਓ, ਐਕਸੈਪਟ ਕਰ ਲਓ ਉਹਨੂੰ। ਉਹ ਤਾਂ ਮੁਕਤੀ ਨਹੀਂ, ਲੈ ਲਓ ਪਾਰਸਲ। ਉਹ ਤਾਂ ਮੁਕਤੀ ਨਹੀਂ ਹੈਗੀ, ਮੁਕਤ ਕਿੱਥੋਂ? ਹਾਂਜੀ ਨਿੱਜਰ ਸਾਹਿਬ, ਮੈਂ ਕਿਹਾ ਪਾਰਸਲ ਲੈ ਲਓ ਚੁੱਪਚਾਪ। ਹੁਣ ਸੰਗਤ ਕਹਿੰਦੀ ਨਹੀਂ ਚਰਨਜੀਤ ਨੂੰ ਵੀ ਗੱਪਾਂ ਆਉਂਦੀਆਂ, ਇੱਕ 3-4 ਪਾਰਸਲ ਤੇ ਮੈਨੂੰ ਮਿਲ ਗਏ ਆ, ਕਾਫੀ ਤੇ ਮੈਨੂੰ ਮਿਲੇ ਆ, ਮੈਂ ਵੀ ਚੁੱਕ ਲਏ, ਮੈਂ ਵੀ ਸ਼ਾਂਤੀ ਨਾਲ ਮੈਂ ਚੁੱਕ ਲਏ, ਮੈਂ ਮੰਨ ਲਏ। ਫਿਰ ਉਹ ਮੈਂ ਸਹੀ ਦੱਸਾਂ, ਝੂਠ ਨਹੀਂ ਮਾਰਾਂਗਾ ਮੈਂ, ਆਪਾਂ ਕੋਈ ਫੜ ਮਾਰਾਂਗੇ, ਆਪਾਂ ਕੋਈ ਬਾਬੇ ਥੋੜੀ ਹੈਗੇ ਜੇ ਮੈਨੂੰ ਕੋਈ ਲਾਲਚ ਹੋਵੇ। ਉਹ ਪਾਰਸਲ ਮੈਨੂੰ ਮਿਲ ਗਏ, ਉਹ ਮੈਂ ਪੱਕੇ ਆਰਡਰ ਕੀਤੇ ਆ। ਮੈਂ ਵੀ ਕਹਾਂ ਕਿ ਮੈਂ ਨਹੀਂ ਆਰਡਰ ਕੀਤੇ, ਮੈਂ ਆਰਡਰ ਕੀਤੇ ਸੀ, ਉਹਦੇ ਤੇ ਕੀਤੇ ਸੀ ਮੈਂ, ਪਰ ਜਦੋਂ ਡਿਲੀਵਰੀ ਆਈ ਸੀ ਨਾ ਤੇ ਮੇਰੀ ਜਾਨ ਕੱਢਤੀ ਉਹਨੇ ਪਾਰਸਲ ਨੇ। ਤੋ ਧਿਆਨ ਨਾਲ ਕੋਈ ਵੀ ਗਲਤ ਕੰਮ ਨਾ ਕਰਿਓ, ਪਾਰਸਲ ਤੁਹਾਡੇ ਘਰ ਆ ਜਾਣਾ ਜੇ, ਗਰੰਟੀ ਜੋ। ਨਹੀਂ ਯਕੀਨ ਆਉਂਦਾ ਕਰਕੇ ਵੇਖ ਲਓ, ਪਹੁੰਚਣਾ ਵਾ ਪੱਕਾ। ਉਹਨੇ ਪਾਰਸਲ ਨੇ ਜਦੋਂ ਕਲਿੱਕ ਕਰਤਾ, ਪੇਮੈਂਟ ਕਰਤੀ, ਉਹ ਕਹਿੰਦੇ ਸੱਜਣਾ ਆਹ ਤੇਰਾ ਐਡਰੈਸ ਸੀ, ਤੂੰ ਭੱਜ ਸਕਦਾ ਪਰ ਪਾਰਸਲ ਨਹੀਂ ਤੇਰੇ ਤੋਂ ਭੱਜੂਗਾ, ਉਹ ਜਿੱਥੇ ਮਰਜੀ ਪਹੁੰਚ ਜੀ ਤੇਰੇ ਕੋਲ ਪਹੁੰਚ ਜੂਗਾ। ਤੂੰ ਕੈਨੇਡਾ ਚੱਲ ਜਾ, ਅਮਰੀਕਾ ਚੱਲ ਜਾ, ਫਰਾਂਸ ਚੱਲ ਜਾ, ਜਰਮਨੀ ਚੱਲ ਜਾ, ਕਿਉਂਕਿ ਉਹ ਪਾਰਸਲ ਜਿੱਥੇ ਮਰਜੀ ਤੂੰ ਜਾਵੇਂਗਾ ਉੱਥੇ ਤੈਨੂੰ ਆ ਜਾਣਾ, ਤੇਰੇ ਘਰ ਗਾੜੀ ਖਲੋ ਜਾਣਾ ਉਹਨੇ। ਫਿਰ ਤੂੰ ਬੂਹੇ ਤੋਂ ਬਾਹਰ ਵੀ ਨਹੀਂ ਨਿਕਲ ਸਕਦਾ, ਉਹਦੇ ਬੂਹੇ ਤੇ ਗਾੜੀ ਤੇ ਬੰਦਾ ਖਲੋਤਾ ਲੈ ਕੇ, ਡਿਲੀਵਰੀ ਬੁਆਏ। ਬਿਲਕੁਲ। ਹਾਂਜੀ ਸਾਧ ਸੰਗਤ ਜੀ, ਅੱਜ ਦੀ ਕਥਾ ਫਿਰ ਅੱਗੇ ਵਿਚਾਰ ਕਰੀਏ। ਤੋ ਇੱਥੇ ਆਪਾਂ ਜਿੱਥੋਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇੱਥੇ ਕਹਿਣ ਤੋਂ ਭਾਵ ਕਿ ਬਾਣੀ ਆਪਾਂ ਨੂੰ ਇਹ ਸਮਝਾਉਂਦੀ ਆ ਕਿ ਸਭੇ ਜੀਆਂ ਸੰਭਾਲ ਆਪਣੀ ਮਿਹਰ ਕਰ। ਉਹ ਮਿਹਰ ਕਰਦਾ ਹੈ, ਜੀਆਂ ਨੂੰ ਸਾਂਭਦਾ ਹੈ, ਔਰ ਉਹ ਜੀ ਜੋ ਆਰਡਰ ਕਰਦੇ ਆ ਤੇ ਉਹਨਾਂ ਨੂੰ ਉਹ ਡਿਲੀਵਰੀ ਵੀ ਦਿੰਦਾ ਹੈ। ਕਿਉਂਕਿ ਖੁਦ ਹੀ ਤਾਂ ਆਰਡਰ ਕੀਤਾ ਹੈ। ਬਹੁਤ ਵਧੀਆ। ਉਹ ਕਹਿੰਦਾ ਨਹੀਂ, ਉਹ ਕਹਿੰਦਾ ਚਰਨਜੀਤ ਤੂੰ ਮੁੱਕਰ ਨਹੀਂ ਸਕਦਾ, ਕਿਉਂਕਿ ਤੂੰ ਤਾਂ ਖੁਦ ਹੀ ਤੇ ਖੁਦ ਡਿਮਾਂਡ ਕੀਤੀ ਹੈ। ਤੂੰ ਬੇਵਕੂਫਾ, ਤੈਨੂੰ ਨਹੀਂ ਪਤਾ ਲੱਗਾ ਤੂੰ ਕਿਸੇ ਦੀ ਅੱਖ ਕੱਢਣੇ, ਤੇਰੀ ਵੀ ਕੱਢ ਦੇਣੀ ਆ ਕਿਸੇ ਨੇ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਤੂੰ ਹੁਣ ਤੇ ਕੱਢ ਲਈ ਆ, ਸਮੇਂ ਨੇ ਆਉਣਾ, ਸਮੇਂ ਨੇ ਤੇਰੀ ਕੱਢਣੀ ਆ, ਪੱਕੀ ਕੱਢਣੀ ਆ, ਗਰੰਟੀ ਆ। ਉਹਦੇ ਵਿੱਚ ਸਾਧ ਸੰਗਤ ਜੀ ਕੋਈ ਦੋ ਰਹਿ ਨਹੀਂ ਹੈਗੀ। ਹਾਂਜੀ ਠੀਕ ਹੈ ਜੀ, ਭੋਗਣਾ ਪੈਣਾ ਕਰਮ। ਕਹਿੰਦੇ ਜੈਸਾ ਕਰਮ ਕਰੇ ਇਨਸਾਨ ਤੈਸਾ ਫਲ ਦੇਵੇ ਭਗਵਾਨ। ਅਮਰਪਾਲ ਜੀ ਦਾ, ਅਮਰਪਾਲ ਜੀ ਦਾ ਮਾਈਕ ਬੰਦ ਕਰੋ ਜੀ, ਮਾਈਕ ਬੰਦ ਕਰੋ ਜੀ। ਮੈਂ ਕਰਤਾ ਜੀ। ਠੀਕ ਹੈ ਠੀਕ। ਹਾਂਜੀ ਬੋਲੋ ਨਿੱਜਰ ਸਾਹਿਬ। ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਹ ਮਾਲਕ ਪਰਮਾਤਮਾ ਤਾਂ ਸਾਰੇ ਜੀ ਸੰਭਾਲ ਰਿਹਾ ਆ, ਔਰ ਜਿਹੜਾ ਜੋ ਡਿਮਾਂਡ ਹੈ ਇਨਸਾਨ ਦੀ ਉਹ ਸਪਲਾਈ ਕਰ ਰਿਹਾ ਹੈ ਮਾਲਕ ਪਰਮਾਤਮਾ। ਉਹ ਤਾਂ ਅੰਨ ਪਾਣੀ ਮੂੰਹ ਚ ਪਾਏ। ਮਾਲਕ ਦੇ ਘਰ ਦੇ ਵਿੱਚ ਕਿਹੜੀ ਚੀਜ਼ ਦੀ ਕਮੀ ਹੈ? ਮਾਇਆ ਉਹਨੇ ਇੰਨੀ ਸਾਰੇ ਸੰਸਾਰ ਦੀ ਮਾਇਆ ਬਣਾਈ ਹੈ ਵੀ ਤੈਨੂੰ ਨਹੀਂ ਦਊਗਾ ਮਾਇਆ। ਜੇ ਤੂੰ ਮਾਇਆ ਦਾ ਆਰਡਰ ਕਰੇਗਾ ਤੇ ਤੇਰੇ ਘਰ ਸਪਲਾਈ ਹੋਣੀ ਹੈ। ਅੰਨ ਪਾਣੀ ਮੂੰਹ ਚ ਪਾਏ, ਦੁੱਖ ਦਾਲਤ ਭੰਨ ਤਰ। ਉਹ ਤਾਂ ਦੁੱਖ ਦਰਿੱਦਰ ਜੇ ਤੂੰ ਪਰਮੇਸ਼ਰ ਦਾ ਨਾਮ ਦਾ ਜਿਹੜਾ ਹੈਗਾ ਧਿਆਨ ਸਿਮਰਨ ਦਾ ਆਰਡਰ ਕਰਦਾ। ਅਮਰਪਾਲ ਜੀ ਮਾਈਕ ਬੰਦ ਕਰੋ, ਤੁਹਾਡਾ ਮਾਈਕ ਚਾਲੂ ਫਿਰ ਵੀ ਕਰਦਾ। ਮੈਂ ਹੁਣੇ ਬੰਦ ਕੀਤਾ। ਹਾਂਜੀ ਹਾਂਜੀ ਬੋਲੋ ਨਿੱਜਰ। ਅੰਨ ਪਾਣੀ ਦੁਬਾਰਾ ਬੋਲੋ ਜੀ। ਅੰਨ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਅੰਨ ਪਾਣੀ ਮੂੰਹ ਚ ਪਾਏ। ਮੂੰਹ ਚ ਮਤਲਬ ਬਹੁਤ ਜ਼ਿਆਦਾ। ਅੰਨ ਪਾਣੀ ਮੂੰਹ ਚ ਪਾਏ, ਦੁੱਖ ਦਾਲਤ ਭੰਨ ਤਰ। ਉਹ ਮਾਲਕ ਪਰਮਾਤਮਾ ਦਾ ਦੁੱਖ ਦਰਿੱਦਰ ਭੰਨ ਕੇ ਤਾਰ ਦਿੰਦਾ ਹੈ ਮਾਲਕ ਪਰਮਾਤਮਾ। ਭਾਵੇਂ ਜਿਹੜਾ ਹੈਗਾ ਜੇ ਆਪਾਂ ਨੇ ਦੁਨਿਆਵੀ ਜਿਹੜਾ ਹੈਗਾ ਆਰਡਰ ਕੀਤਾ ਹੈ ਤੇ ਦੁਨਿਆਵੀ ਉਹ ਲੋੜਾਂ ਪੂਰੀਆਂ ਕਰ ਦਿੰਦਾ ਹੈ, ਤੇ ਜੇ ਆਪਾਂ ਨੇ ਇਸ ਆਤਮਿਕ ਖੁਰਾਕ ਜਿਹੜੀ ਆ ਆਤਮਾ ਦਾ ਅੰਨ ਪਾਣੀ ਮੰਗਿਆ ਆ ਤੇ ਉਹ ਵੀ ਮਾਲਕ ਪਰਮਾਤਮਾ ਆਪਣੇ ਅੰਦਰ ਜਿਹੜਾ ਹੈਗਾ ਨਾਮ ਦਾ ਜਿਹੜਾ ਹੈਗਾ ਖੇਤੀ ਨਾਮ ਦੀ ਜਿਹੜੀ ਹੈਗੀ ਉਗਾ ਕੇ ਉਹ ਵੀ ਆਪਾਂ ਨੂੰ ਜਿਹੜਾ ਹੈਗਾ ਆਤਮਾ ਨੂੰ ਜਿਹੜਾ ਹੈਗਾ ਪੂਰੀ ਤਰ੍ਹਾਂ ਜਿਹੜਾ ਹੈਗਾ ਸੰਤੋਸ਼ ਦੇ ਵਿੱਚ ਲੈ ਆਉਂਦਾ ਹੈ। ਆਤਮਿਕ ਖੁਰਾਕ ਦੇ ਕੇ ਰਜਾ ਦਿੰਦਾ ਹੈ ਭੁੱਖੀ ਆਤਮਾ ਨੂੰ। ਹਾਂਜੀ ਵੀਰ ਜੀ।
ਹਾਂਜੀ ਠੀਕ ਹੈ। ਸਾਧ ਸੰਗਤ ਜੀ ਕਹਿੰਦੇ ਜਿੱਦਾਂ ਦੀ ਆਪਾਂ ਚੀਜ਼ ਮੰਗਦੇ ਆ ਕੁਦਰਤ ਸਾਨੂੰ ਦੇ ਦਿੰਦੀ ਹੈ। ਚਾਹੇ ਨਾਮ ਮੰਗਿਆ ਤੇ ਨਾਮ ਮਿਲ ਜੂਗਾ, ਜੇ ਅੰਨ ਪਾਣੀ ਮੰਗਿਆ ਵਾ ਉਹ ਵੀ ਸਾਨੂੰ ਮਿਲਣਾ, ਕਿਉਂਕਿ ਪ੍ਰਮਾਤਮਾ ਨੇ ਜਿਹੜਾ ਭੰਡਾਰੀ ਹੈ ਉਹਦੀ ਡਿਊਟੀ ਲਾਈ ਹੋਈ ਆ। ਔਰ ਭੰਡਾਰੀ ਰਾਤ ਨੂੰ ਦੇਖਦਾ ਹੈ, ਦਿਨੇ ਵੀ ਵੇਖਦਾ ਹੈ ਕਿ ਜਿੱਥੇ ਜੀਵ ਨੂੰ ਲੋੜ ਆ ਉੱਥੇ ਉਸਨੇ ਅੰਨ ਨੂੰ ਪਹੁੰਚਾਉਣਾ ਹੀ ਪਹੁੰਚਾਉਣਾ। ਹਾਂਜੀ ਨਿੱਜਰ ਸਾਹਿਬ, ਅਰਦਾਸ ਹਾਂਜੀ ਏਦਾਂ ਵੀ ਆ ਦੁੱਖ ਦਾਲਦ ਉਹ ਇਹ ਸ਼ਕਤੀ ਜੇਕਰ ਅਸੀਂ ਮੰਗਦੇ ਹਾਂ ਤੇ ਸਾਡੇ ਦੁੱਖ ਤੇ ਦਾਲਦ ਵੀ ਦਲਿੱਦਰ ਨੂੰ ਵੀ ਉਹ ਦੂਰ ਕਰ ਦਿੰਦਾ ਹੈ। ਠੀਕ ਹੈ ਨਿੱਜਰ ਸਾਹਿਬ। ਹਾਂ, ਭੰਨ ਤਰ ਮਤਲਬ ਉਹ ਜਿਹੜਾ ਹੈਗਾ ਤਾਰ ਦਿੰਦਾ ਸੰਸਾਰ ਸਮੁੰਦਰ ਤੋਂ। ਜੇ ਅਸੀਂ ਜਿਹੜਾ ਹੈਗਾ ਇਹ ਤਰਨ ਵਾਲੀ ਜਿਹੜਾ ਹੈਗਾ ਇਹ ਚੀਜ਼ ਦੀ ਡਿਮਾਂਡ ਕੀਤੀ ਹੈ, ਜੇ ਆਪਾਂ ਨੇ ਪ੍ਰੇਮਾ ਭਗਤੀ ਮਾਲਕ ਕੋਲੋਂ ਜਿਹੜਾ ਹੈਗਾ ਇਹ ਆਤਮਿਕ ਖੁਰਾਕ ਮੰਗੀ ਆ, ਤੇ ਉਹ ਜਿਹੜੀ ਹੈਗੀ, ਕਿਉਂਕਿ ਜਿੰਨਾ ਮਰਜੀ ਅਮੀਰ ਹੋਏ ਬੰਦਾ ਉਹ ਤਾਂ ਜਿਹੜਾ ਹੈਗਾ ਬਾਣੀ ਨਹੀਂ ਮੰਨਦੀ ਅਮੀਰ ਉਹਨੂੰ। ਬਾਣੀ ਤਾਂ ਕਹਿੰਦੀ ਇਹ ਤਾਂ ਬਿਲਕੁਲ ਭਿਖਾਰੀ ਹੈਗਾ ਹੈ, ਇਹਦੇ ਕੋਲ ਨਾਮ ਦੀ ਕਣੀ ਵੀ ਨਹੀਂ ਹੈਗੀ। ਹਾਂਜੀ ਗੋਰਖੀ ਜੀ, ਬਿਲਕੁਲ ਠੀਕ ਹੈ ਨਿਗਜਰ ਸਾਹਿਬ। ਸਾਧ ਸੰਗਤ ਜੀ ਬਾਣੀ ਕਹਿ ਰਹੀ ਹੈ ਕਿ ਜੇ ਤੁਸੀਂ ਸਹੀ ਗਿਆਨ ਦਾ ਆਰਡਰ ਕੀਤਾ ਨਾ ਤੇ ਤੁਹਾਨੂੰ ਸਹੀ ਗਿਆਨ ਵੀ ਆ ਜਾਏਗਾ, ਤੇ ਜੇ ਆਪਾਂ ਆਰਡਰ ਨਹੀਂ ਕੀਤਾ ਤੇ ਫਿਰ ਉਹ ਸਹੀ ਗਿਆਨ ਵੀ ਕਿੱਥੋਂ ਮਿਲੂਗਾ। ਇਹ ਪ੍ਰਮਾਤਮਾ ਦੇ ਘਰ ਸਾਰੇ ਆਪਸ਼ਨ ਅਵੇਲੇਬਲ ਹੈਗੇ ਆ। ਠੀਕ ਹੈ ਨਿਜਰ ਸਾਹਿਬ। ਬਿਲਕੁਲ ਠੀਕ ਹੈ ਜੀ ਗੋਰਖੀ ਸਾਹਿਬ। ਹੁਣ ਦੇਖ ਲਓ ਅਗਲੀ ਗੱਲ ਚ ਮਹਾਰਾਜ ਦੱਸ ਰਹੇ, ਕਹਿੰਦੇ ਅਰਦਾਸ ਸੁਣੀ ਦਾਤਾਰ। ਉਹ ਦਾਤੇ ਨੇ ਅਰਦਾਸ ਸੁਣਨੀ ਹੈ ਭਾਈ, ਦਾਤੇ ਨੇ ਉਹ ਤਾਂ ਸਾਰਿਆਂ ਦੀ ਸੁਣ ਰਿਹਾ। ਹੋਈ ਸ੍ਰਿਸ਼ਟ ਠਰ, ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਠਾਰ ਦਿੰਦਾ ਹੈ ਉਹ, ਜੋ ਡਿਮਾਂਡ ਹੈ ਸਪਲਾਈ ਕਰਦਾ ਹੈ ਉਹ। ਅਰਦਾਸ ਸੁਣੀ ਦਾਤਾਰ ਹੋਈ ਸ੍ਰਿਸ਼ਟ ਠਰ, ਪਰ ਆਪਣੀ ਡਿਮਾਂਡ ਜੈਨੂਇਨ ਹੋਣੀ ਚਾਹੀਦੀ। ਹੁਣ ਅੱਗੇ ਜਿਹੜਾ ਹੈਗਾ ਲੇਵੋ ਕੰਠ ਲਗਾਏ ਆਪਦਾ ਸਭ ਹਾਰ। ਆਹ ਦੇਖੋ ਆਹ ਡਿਮਾਂਡ ਹੋਣੀ ਚਾਹੀਦੀ ਆ ਵੀ ਇਹ ਮੇਰੇ ਮਾਲਕਾ ਮੈਨੂੰ ਆਪਣੇ ਗਾਲ ਨਾਲ ਲਾ ਲਾ, ਮੇਰੀ ਸਾਰੀ ਆਪਦਾ ਜਿਹੜੀ ਮਾਇਆ ਜਿਹੜੀ ਤੂੰ ਪਾਈ ਹੋਈ ਹੈ ਮਾਲਕਾ, ਇਹਨੂੰ ਹਾਰ ਲਾ, ਇਹਨੂੰ ਪਾਸੇ ਕਰ ਦੇ ਮਾਲਕਾ, ਮੈਨੂੰ ਮਦਦ ਕਰ ਮਾਲਕਾ, ਮੈਨੂੰ ਮਦਦ ਕਰ। ਮੈਂ ਜਿਹੜਾ ਇਹ ਪ੍ਰੇਮਾ ਭਗਤੀ ਦੇ ਮੈਨੂੰ, ਮੈਂ ਇਹ ਸੰਸਾਰ ਸਮੁੰਦਰ ਨੂੰ ਤਰ ਲਵਾਂ। ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ। ਕਹਿੰਦੇ ਆ ਲੈ ਭਾਈ ਕਰ, ਫਿਰ ਹੋ ਧਿਆਨ ਸਿਮਰਨ ਕਰ। ਪਰਮਾਤਮਾ ਦਾ ਤਾਂ ਕਦੀ ਅਸਫਲਤਾ ਹੋਈ ਨਹੀਂ। ਜਿਹਨੇ ਵੀ ਧਿਆਨ ਸਿਮਰਨ ਕੀਤਾ, ਜਿਹਨੇ ਵੀ ਇਸ ਰਸਤੇ ਤੇ ਜਿਹੜਾ ਵੀ ਚੱਲਿਆ ਇਸ ਰਸਤੇ ਤੇ ਭਾਈ, ਉਹਨੂੰ ਸਫਲਤਾ ਮਿਲਣੀ ਹੈ। ਇਹ ਪਰਮਾਤਮਾ ਦਾ ਘਰ ਆ ਭਾਈ, ਹੋਰ ਕਿਸੇ ਦਾ ਐਰੇ ਗੈਰੇ ਦਾ ਨਹੀਂ ਹੈਗਾ। ਪ੍ਰਭ ਕਾ ਸਫਲ ਘਰ, ਕਹਿੰਦੇ ਸਫਲ ਆ ਭਾਈ, ਫਲ ਤੋਂ ਵੀ ਸਫਲ ਆ। ਕਹਿੰਦੇ ਕਦੀ ਇਹਦੇ ਵਿੱਚ ਅਸਫਲਤਾ ਹੋਈ ਨਹੀਂ। ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਘਰ। ਹਾਂਜੀ ਗੋਗੀ, ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਉਹ ਕਹਿੰਦੇ ਕਿ ਜਿੱਦਾਂ ਆਨਲਾਈਨ ਜਾ ਕੇ ਤੂੰ ਆਰਡਰ ਕੀਤਾ ਸੀ, 10-20 ਮਿੰਟ ਲਾਏ ਸੀ, ਉੱਥੇ ਔਗਣਾਂ ਨੂੰ ਤੂੰ ਭੋਗਿਆ ਤੇ ਔਗਣਾਂ ਦੀ ਡਿਲੀਵਰੀ ਪਾਪ ਦੇ ਰੂਪ ਚ ਤੇਰੇ ਕੋ ਆ ਗਈ ਤੇ ਤੈਨੂੰ ਭੋਗਣੇ ਪਏ। ਉਸੇ ਹੀ ਤਰ੍ਹਾਂ ਜਦੋਂ ਤੂੰ ਸੰਗਤ ਕਰਦਾ ਹੈ ਤੇ ਸਹੀ ਤਰ੍ਹਾਂ ਆਪਣੀ ਗਤੀ ਕਰਦਾ, ਧਿਆਨ ਸਿਮਰਨ ਕਰਦਾ ਹੈ, ਤੇ ਉਹਦੇ ਬਦਲੇ ਵੀ ਪ੍ਰਮਾਤਮਾ ਨੇ ਤੈਨੂੰ ਦੇਣਾ ਹੈ ਜੋ ਤੇਰੀ ਪਾਤਰਤਾ ਬਣੇਗੀ। ਔਰ ਪਾਤਰਤਾ ਤੇ ਉਹ ਜਿਹੜਾ ਹੈਗਾ ਕਿ ਸਾਨੂੰ ਚਾਹੀਦਾ ਕਿ ਪ੍ਰਮਾਤਮਾ ਦੇ ਚਰਨਾਂ 'ਚ ਜਗ੍ਹਾ ਚਾਹੀਦੀ ਹੈ, ਔਰ ਉਹਦੇ ਬਦਲੇ ਜੇ ਕੋਈ ਆਰਡਰ ਕਰਦਾ ਹੈ ਤੇ ਉਸ ਨੂੰ ਉਹ ਚੀਜ਼ ਜ਼ਰੂਰ ਮਿਲਦੀ ਹੈ। ਠੀਕ ਹੈ ਨਿਜਰ ਸਾਹਿਬ। ਬਹੁਤ ਵਧੀਆ ਗੋਗੀ ਸਾਹਿਬ, ਬਹੁਤ ਵਧੀਆ। ਹਾਂ, ਬਿਨਾਂ ਆਰਡਰ ਤੇ ਨਹੀਂ ਜੋ ਮਿਲਣੀ। ਮੈਂ ਵੀ ਕਹਿ ਦਵਾਂ ਕੋਈ ਦੇਖੋ ਆਪਣੇ ਘਰ 'ਚ ਤੁਸੀਂ ਸਿਆਣੇ ਬਿਆਣੇ ਜੋ ਸਾਰੇ ਪੜ੍ਹੇ ਲਿਖੇ ਜੋ, ਆਪਾਂ ਆਰਡਰ ਹੀ ਨਹੀਂ ਕੀਤਾ ਤੇ ਡਿਲੀਵਰੀ ਬॉय ਸਾਡੇ ਘਰ ਕਿੱਥੋਂ ਲੈ ਕੇ ਆਊਗਾ ਚੀਜ਼। ਬਿਲਕੁਲ ਹਾਂ, ਪਰ ਆਪਾਂ ਆਰਡਰ ਜਿਹੜੀਆਂ ਚੀਜ਼ਾਂ ਕਰਦੇ ਪਏ ਆਪਾਂ ਨੂੰ ਮਿਲਦੀਆਂ ਪਈਆਂ ਨੇ, ਉਹ ਤੇ ਡਬਲ ਕੀ 10 ਗੁਣਾ ਵਧਾ ਕੇ ਦੇ ਦਿੰਦੇ ਅਗਲਾ। ਹਾਂ ਸਭ ਬਿਲਕੁਲ ਠੀਕ ਹੈ ਜੀ। ਹਾਂਜੀ ਠੀਕ ਹੈ ਜੀ। ਤੇ ਦੇਖ ਲਓ ਮਹਾਰਾਜ ਕਹਿੰਦੇ ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ। ਕਹਿੰਦੇ ਆਹ ਚੀਜ਼ ਆਰਡਰ ਕਰ ਤੂੰ ਨਾਮ ਵਾਲੇ ਪਾਸੇ ਨੂੰ, ਜਿਹੜਾ ਜੇ ਤੂੰ ਚਾਹੇਗਾ ਤੇ ਪਰਮਾਤਮਾ ਦਾ ਘਰ ਸਫਲ ਹੈ, ਇਹਦੇ 'ਚ ਤੈਨੂੰ ਸਫਲਤਾ ਮਿਲ ਜਾਏਗੀ। ਤੇਰੀ ਡਿਮਾਂਡ ਚਾਹੀਦੀ ਹੈ ਭਾਈ। ਹਾਂਜੀ ਵੀਰ ਜੀ ਕੁਛ ਇਸ। ਹਾਂਜੀ ਬਿਲਕੁਲ, ਹਾਂਜੀ ਠੀਕ ਹੈ ਜੀ। ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ। ਤੇ ਦੇਖ ਲਓ ਜੀ ਆਪਾਂ ਪਰਮਾਤਮਾ ਦਾ ਉਹਦਾ ਨਾਮ ਤੇ ਹੁੰਦੇ ਆ, ਉਹਦੀ ਬੰਦਗੀ ਕਰਦੇ ਆ, ਤੇ ਫਿਰ ਉਹ ਸਾਡੀਆਂ ਮੁਰਾਦਾਂ ਪੂਰੀਆਂ ਕਰਦਾ ਹੈ। ਮੁਰਾਦਾਂ ਤੇ ਸਾਡੀਆਂ ਦੇਖੋ ਭੌਤਿਕ ਪਦਾਰਥ ਜਿਹੜਾ ਹੈ ਨਾ, ਉਹ ਤੇ ਸਾਨੂੰ ਰੋਟੀ ਪਾਣੀ ਮਿਲਣਾ ਵਾ, ਉਹਦੇ ਬਾਰੇ ਨਹੀਂ ਚਿੰਤਾ ਕਰਨੀ ਦੀ ਲੋੜ ਹੁੰਦੀ। ਕੁਦਰਤ ਨੇ ਜਿਹੜੇ ਬੱਚੇ ਨੂੰ ਪੈਦਾ ਕੀਤਾ ਨਾ, ਉਹਦਾ ਰਿਜ਼ਕ ਦਿੱਤਾ ਉਹਨੇ, ਉਹ ਸਾਡੇ ਤੋਂ ਜ਼ਿਆਦਾ ਟੈਨਸ਼ਨ ਉਹਦੀ ਹੈ, ਕਿਉਂਕਿ ਉਹਨੇ ਸ੍ਰਿਸ਼ਟੀ ਨੂੰ ਬਣਾ ਕੇ ਰੱਖਣਾ, ਜਿਹੜਾ ਭੰਡਾਰੀ ਹੈਗਾ। ਸੋ ਸਾਡਾ ਜਿਹੜਾ ਮੇਨ ਮਕਸਦ ਹੈਗਾ ਕਿ ਆਪਣੇ ਜੀਵਨ ਦੇ ਵਿੱਚ ਕੁਝ ਸਮਾਂ ਕੱਢ ਕੇ ਉਸ ਦੀ ਬੰਦਗੀ ਕਰੀਏ, ਤਾਂ ਜੋ ਸਾਨੂੰ
ਸਾਨੂੰ ਅਸੀਂ ਉਹ ਜਿਹੜਾ ਪਾਰਸਲ ਚਾਹੁੰਦੇ ਆ ਪਰਮਾਤਮਾ ਦੇ ਚਰਨਾਂ 'ਚ ਜਗ੍ਹਾ ਚਾਹੁੰਦੇ ਆ, ਉਹਦੇ ਬਦਲੇ ਵੀ ਸਾਨੂੰ ਆਰਡਰ ਉਹ ਕਰਨਾ ਪੈਣਾ। ਉਹਦੇ ਲਈ ਸਾਨੂੰ ਹਰ ਦਿਨ ਥੋੜੀ ਮਿਹਨਤ ਲਾਉਣੀ ਪਊਗੀ। 15 40 50 ਮਿੰਟ ਆਰਡਰ ਕਰੀਏ, ਇੱਕ ਸਮਾਂ ਆਊਗਾ ਤੇ ਸਾਨੂੰ ਜਿਹੜੀ ਉਹ ਚੀਜ਼ ਆ ਉਹਦੀ ਕੀਮਤ ਅਸੀਂ ਦੇ ਦਾਂਗੇ ਤੇ ਸਾਨੂੰ ਮਿਲ ਜੂਗੀ। ਠੀਕ ਹੈ ਨਾ ਚੌਥਾ? ਬਿਲਕੁਲ। ਇਹ ਦੇਖ ਲਓ, ਇਹਦੇ ਵਿੱਚ ਨਾ ਇੱਕ ਮੈਂ ਆਪਣੀ ਇਹਨਾਂ ਦਾ ਤੀਸਰੀ ਪਾਤਸ਼ਾਹੀ ਦਾ ਸੋਰਠ ਰਾਗ ਦੇ ਵਿੱਚ ਸ਼ਬਦ ਹੈਗਾ, ਸੋਰਠ ਮਹੱਲਾ ਤੀਜਾ, ਉਹਦੇ ਵਿੱਚ ਜਿਹੜਾ ਹੈਗਾ ਮੈਂ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, 603 ਅੰਗ ਦੇ ਉੱਤੇ ਹੈਗਾ, 603 ਤੇ 4 ਦੇ ਉੱਤੇ, ਤੇ ਉਹ ਆਰਡਰ ਦੀ ਗੱਲ ਕਰ ਰਹੇ, ਇਸੇ ਚੀਜ਼ ਦੀ ਗੱਲ ਕਰ ਰਹੇ ਆ, ਇਹਦੇ ਬਾਰੇ ਹੀ ਖੁਲਾਸਾ ਕਰ ਰਹੇ ਆ ਵੀ ਇਹ ਜਿਹੜਾ ਨਾਮ ਸਿਮਰਨ ਜਿਹੜਾ ਹੈਗਾ, ਇਹ ਨਾਮ ਦੀ ਦਾਤ ਜਿਹੜੀ ਹੈਗੀ ਉਹ ਮਾਲਕ ਪਰਮਾਤਮਾ ਕਿਸ ਤਰ੍ਹਾਂ ਦਿੰਦਾ ਹੈ, ਕਿਵੇਂ ਆਰਡਰ ਕਰਨਾ ਹੈ। ਸੋਰਠ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ। ਕਹਿੰਦੇ ਆ ਜੇ ਤੂੰ ਨਹੀਂ ਜਿਹੜਾ ਹੈਗਾ ਇਹ ਸੇਵਾ ਜਿਹੜੀ ਹੈ ਜੋ ਬ੍ਰਹਮ ਗਿਆਨੀ ਕਹਿ ਰਹੇ ਆ, ਜੋ ਸਤ ਗੁਰੂ ਕਹਿ ਰਹੇ ਆ, ਜੋ ਸੇਵਾ ਕਰਨ ਦੇ ਵਾਸਤੇ ਧਿਆਨ ਸਿਮਰਨ ਪ੍ਰੇਮਾ ਭਗਤੀ ਕਹਿੰਦੇ ਨਹੀਂ ਕਰੇਗਾ ਤੇ ਤੂੰ ਦੇਖ ਲਾ ਬਹੁਤ ਦੁਖੀ ਰਹੇਗਾ, ਜੂਨਾਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਪਾਏਗਾ ਔਰ ਚਾਰੇ ਯੁਗਾਂ ਦੇ ਵਿੱਚ ਜਿਹੜਾ ਹੈਗਾ ਭਰਮ ਦਾ ਭਟਕਦਾ ਰਹੇਗਾ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ। ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇ ਬੁਝਾਈ। ਕਹਿੰਦੇ ਅਸੀਂ ਤਾਂ ਦੀਨ ਆ, ਤੂੰ ਜੁਗਾਂ ਜੁਗਾਂ ਤੋਂ ਦਾਤਾ ਹੈਗਾ, ਮੈਨੂੰ ਸ਼ਬਦ ਦੀ ਬੁਝਾਈ ਦੇ ਮਾਲਕਾ, ਮੈਨੂੰ ਸ਼ਬਦ ਦੇ ਬਾਰੇ ਦੱਸ ਵੀ ਕਿਸ ਤਰ੍ਹਾਂ ਸ਼ਬਦ ਦੇ ਨਾਲ ਲੱਗ ਕੇ ਜਿਹੜਾ ਹੈਗਾ ਮੈਂ ਤੇਰੇ ਤੱਕ ਪਹੁੰਚ ਸਕਦਾ ਹੈ। ਮੈਨੂੰ ਜਿਹੜਾ ਹੈਗਾ ਇਹ ਵਰਣਾਤਮਕ ਔਰ ਮੈਨੂੰ ਜਿਹੜਾ ਹੈਗਾ ਧੁਨਾਤਮਕ, ਮੈਨੂੰ ਜਿਹੜਾ ਹੈ ਪ੍ਰਕਾਸ਼ਾਤਮਕ, ਮੈਨੂੰ ਜਿਹੜਾ ਹੈਗਾ ਇੱਕ ਸੁਨਾਤਮਕ ਜਿਹੜਾ ਹੈਗਾ ਇਹ ਸ਼ਬਦ ਮੈਨੂੰ ਇਸ ਦੀ ਬੁਝਾਈ ਦੇ, ਮੈਨੂੰ ਗੁਰੂ ਦੀ ਮੱਤ ਦੀ ਵੀ ਬੁਝਾਈ ਦੇ, ਮੈਨੂੰ ਬ੍ਰਹਮ ਗਿਆਨ ਦਾ ਵੀ ਉਹ ਵੀ ਸ਼ਬਦਾਂ ਦੇ ਦੁਆਰਾ ਮੈਨੂੰ ਬੁਝਾ। ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ, ਸ਼ਬਦ ਦੀ ਬੁਝਾਈ ਦੇ ਮੈਨੂੰ। ਹਰ ਜਿਉ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦਿਓ ਆਧਾਰੇ ਰਹੋ। ਆ ਦੇਖੋ ਡਿਮਾਂਡ ਇੱਥੇ ਹੋ ਰਹੀ ਹੈ ਡਿਮਾਂਡ, ਹਰ ਜਿਉ ਕਿਰਪਾ ਕਰੋ ਤੁਮ ਪਿਆਰੇ, हे ਮੇਰੇ ਮਾਲਕਾ ਕਿਰਪਾ ਕਰ ਮੇਰੇ ਉੱਪਰ ਕਿਰਪਾ ਕਰ ਮਾਲਕਾ, ਮੈਂ ਤੇਰੇ ਵੱਲ ਆਉਣਾ ਚਾਹੁੰਦਾ ਹੈ। ਹਰ ਜਿਉ ਕਿਰਪਾ ਕਰੋ ਤੁਮ ਪਿਆਰੇ, ਮੈਨੂੰ ਵੀ ਮਿਲਾ ਕੋਈ ਬ੍ਰਹਮ ਗਿਆਨ ਦੇ ਮੈਨੂੰ, ਸਤਿਗੁਰ ਦਾਤਾ ਜਿਹੜੀ ਸਤਿਗੁਰੂ ਦੇ ਥਰੂ ਜਿਹੜਾ ਹੈਗਾ ਨਾਮ ਵਾਲੀ ਦਾਤ ਜਿਹੜੀ ਹੈਗੀ ਆ ਉਹ ਦੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦਿਓ ਆਧਾਰੇ ਰਹੋ। ਕਿ ਨਾਮ ਦਾ ਆਧਾਰ ਦੇ ਮੈਨੂੰ, ਨਾਮ ਦਾ ਆਸਰਾ ਦੇ ਮਾਲਕਾ, ਨਾਮ ਦੀ ਬਾਰੇ ਸੋਝੀ ਦੇ ਮੈਨੂੰ। ਮਨਸਾ ਮਾਰ ਦੁਬਦਾ ਸਹਿਜ ਸਮਾਣੀ, ਪਾਇਆ ਨਾਮ ਆਧਾਰਾ। ਕਹਿੰਦੇ ਇਹਦੇ ਨਾਲ ਫਿਰ ਮਨਸਾ ਜਿਹੜੀ ਹੈਗੀ ਆ, ਮਨਸਾ ਮਨ ਦੇ ਵਿੱਚ ਜਿਹੜੀ ਹੈਗੀ ਆ ਇੱਛਾਵਾਂ, ਜਿਹੜੇ ਮਨ ਦੀਆਂ ਇੱਛਾਵਾਂ ਹੈਗੀਆਂ ਜਿਹੜੀਆਂ ਬਾਹਰ ਪਦਾਰਥਾਂ ਨੂੰ ਜਾ ਰਹੀਆਂ ਹੈ, ਕਹਿੰਦੇ ਇਹਨਾਂ ਨੂੰ ਮਨਸਾ ਮਾਰ ਦੁਬਦਾ ਸਹਿਜ ਸਮਾਣੀ, ਦੁਬਦਾ ਸਹਿਜ ਦੇ ਵਿੱਚ ਸਮਾ ਗਈ। ਦੁਬਦਾ ਕੀ ਹੈ? ਬਾਕੀ ਪਦਾਰਥ ਆਕਾਰ। ਪਾਇਆ ਨਾਮ ਅਪਾਰਾ, ਉਹ ਨਾਮ ਅਪਾਰ ਮਾਲਕ ਪਰਮਾਤਮਾ ਦਾ ਨਾਮ ਉਹ ਇਸ ਤਰੀਕੇ ਦੇ ਨਾਲ ਮਿਲਦਾ ਹੈ। ਹਰ ਰਸ ਚਾਕ ਮਨ ਨਿਰਮਲ ਹੋਆ, ਕਿਲ ਵੀ ਕਾਟਣ ਹਾਰਾ। ਔਰ ਫਿਰ ਅੰਮ੍ਰਿਤ ਦੀ ਬੂੰਦ ਜਦ ਚੱਕਦਾ ਹੈ ਇਨਸਾਨ ਤੇ ਮਨ ਪੂਰਾ ਦਾ ਪੂਰਾ ਨਿਰਮਲ ਹੋ ਜਾਂਦਾ ਹੈ, ਸਾਰੀ ਮੈਲ ਬੱਜਰ ਪਾਪ ਸਾਰੇ ਕੱਟ ਦਿੰਦਾ ਹੈ ਉਹ। ਸ਼ਬਦੇ ਮਰੋ ਫਿਰ ਜੀਵੋ ਸਦਹੀ, ਤਾਂ ਫਿਰ ਮਰਨ ਨਾ ਹੋਈ। ਕਹਿੰਦੇ ਇਸ ਤਰੀਕੇ ਦੇ ਨਾਲ ਸ਼ਬਦ ਦੇ ਨਾਲ ਕਹਿੰਦੇ ਆ ਜੇ ਮਰਾਂਗੇ, ਸ਼ਬਦ ਦੇ ਦੁਆਰਾ ਮਰਨਾ ਸਿੱਖ ਲਾਂਗੇ, ਆਪਣੇ ਮਨ ਨੂੰ ਮਾਰਨਾ ਸ਼ਬਦ ਅਭਿਆਸ ਦੇ ਦੁਆਰਾ, ਫਿਰ ਹਮੇਸ਼ਾ ਵਾਸਤੇ ਸਦ ਜੀਵਨ ਹੈਗਾ। ਸ਼ਬਦੇ ਮਰੋ ਫਿਰ ਜੀਵੋ ਸਦ ਹੀ, ਹਮੇਸ਼ਾ ਹੀ ਅਬਨਾਸੀ ਮਾਲਕ ਪਰਮਾਤਮਾ ਵਾਂਗੂ ਆਤਮਿਕ ਰੂਪ ਦੇ ਵਿੱਚ। ਸਰੀਰ ਜਿਹੜਾ ਹੈਗਾ, ਸਰੀਰ ਦੀ ਕੈਦ, ਸਰੀਰ ਦੀ ਪਕੜ ਖਤਮ। ਸ਼ਬਦੇ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਕਹਿੰਦੇ ਦੁਬਾਰਾ ਜਨਮ ਮਰਨ ਥੋੜੀ ਨਾ ਹੋਏਗਾ ਫਿਰ। ਅੰਮ੍ਰਿਤ ਨਾਮ ਸਦਾ ਮਨ ਮੀਠਾ, ਸ਼ਬਦੇ ਭਾਵੈ ਕੋਈ। ਕਹਿੰਦੇ ਅੰਮ੍ਰਿਤ ਨਾਮ ਹਮੇਸ਼ਾ ਮਿੱਠਾ ਹੈਗਾ ਪਾਏ, ਸ਼ਬਦ ਦੇ ਦੁਆਰਾ ਹੀ ਮਿਲਣਾ ਆ, ਧਿਆਨ ਸਿਮਰਨ ਦੇ ਦੁਆਰਾ ਹੀ ਮਿਲਣਾ ਹੈ ਨੇ, ਸੁਨ ਸਮਾਧੀ ਦੇ ਵਿੱਚ ਹੀ ਮਿਲਣਾ ਹੈ ਇਸਨੇ। ਅੰਮ੍ਰਿਤ ਨਾਮ ਸਦਾ ਮਨ ਮੀਠਾ, ਸ਼ਬਦੇ ਭਾਵੈ ਕੋਈ। ਆਖਰੀ ਬੰਦ ਆਇਆ, ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦਈ। ਕਹਿੰਦੇ ਆਹ ਚੀਜ਼ ਜਿਹੜੀ ਹੈਗੀ ਮਾਲਕ ਡਿਮਾਂਡ ਐਂਡ ਸਪਲਾਈ ਹੈਗੀ ਪਾਏ। ਬਾਕੀ ਸਾਰਾ ਕੁਝ
ਨਾ ਆਪਾਂ ਨਾ ਮੰਗਾਂਗੇ, ਮਾਇਆ ਨਹੀਂ ਮੰਗਾਂਗੇ, ਕੋਈ ਚੀਜ਼ ਦੂਸਰੇ ਦੁਨੀਆ ਦੀ ਚੀਜ਼ ਨਹੀਂ ਮੰਗਦੇ, ਮਾਲਕ ਨੇ ਫਿਰ ਵੀ ਦੇਣੀ ਹੈ ਆਪਾਂ ਨੂੰ, ਕਿਉਂਕਿ ਉਹਨੇ ਆਪਾਂ ਨੂੰ ਭੇਜਿਆ ਹੈ ਇਨਸਾਨ ਦੇ ਜਾਮੇ ਦੇ ਵਿੱਚ। ਉਹਦੀ ਡਿਊਟੀ ਹੈਗੀ ਆ ਵੀ ਸਾਰੀਆਂ ਚੀਜ਼ਾਂ ਵੀ ਮੈਂ ਆਪਣੇ ਆਪ ਨੂੰ ਜਿਹੜਾ ਹੈਗਾ ਸਸਟੇਨ ਕਰ ਸਕਾਂ, ਇੱਥੇ ਨਿਰਵਾਹ ਕਰ ਸਕਾਂ ਮੈਂ। ਜੇ ਨਹੀਂ ਮਾਲਕ ਦਊਗਾ ਤੇ ਫਿਰ ਤਾਂ ਜੀ ਨਹੀਂ ਸਕਦੇ ਆਪਾਂ। ਪਰ ਇੱਕ ਚੀਜ਼ ਜਿਹੜੀ ਹੈਗੀ, ਆਹ ਚੀਜ਼ ਮਾਲਕ ਨੇ ਆਪਣੇ ਹੱਥ ਦੇ ਵਿੱਚ ਰੱਖੀ ਹੋਈ ਹੈ, ਇਹ ਆਤਮਿਕ ਖੁਰਾਕ ਹੈਗੀ ਆ, ਇਹਦੀ ਜ਼ਰੂਰਤ ਨਹੀਂ ਹੈਗੀ। ਜੇ ਦੁਨੀਆ ਦੇ ਵਿੱਚ ਭੋਗ ਵਿਲਾਸਾਂ ਦੇ ਵਿੱਚ, ਮਾਇਆ ਦੇ ਵਿੱਚ ਆਪਾਂ ਨੇ ਗਤੀ ਕਰਨੀ ਆ, ਇਹਦੀ ਕੋਈ ਜ਼ਰੂਰਤ ਨਹੀਂ ਹੈਗੀ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਕਹਿੰਦੇ ਉਹਨੂੰ ਦਊਗਾ ਜਿਹਨੂੰ ਇਹਦੀ ਜ਼ਰੂਰਤ ਹੈਗੀ ਆ, ਜਿਹਨੂੰ ਪਾਉਂਦੀ ਆ, ਉਹਨੂੰ ਮਾਲਕ ਦਊਗਾ। ਮਾਲਕ ਦੀ ਮਰਜ਼ੀ ਹੈ ਵੀ ਕਿਹਨੂੰ ਦੇਣੀ ਆ। ਉਹ ਮਾਲਕ ਨੇ ਕ੍ਰਾਈਟੇਰੀਆ ਰੱਖਿਆ ਹੈ, ਦੇਣੀ ਉਹਨੂੰ ਹੈ ਜਿਹੜਾ ਬੱਚਾ ਰੋ ਰਿਹਾ ਹੈ, ਜਿਹੜਾ ਬੱਚਾ ਮੰਗ ਕਰ ਰਿਹਾ ਇਸ ਚੀਜ਼ ਦੀ। ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰ ਗਏ ਜਾਪੇ ਸੇ। ਕਹਿੰਦੇ ਆਇਆ ਮਾਲਕ ਪਰਮਾਤਮਾ ਦਾ ਰੂਲ, ਨਾਮ ਦੇ ਵਿੱਚ ਰੱਤੇ ਗਏ ਜਿਹੜੇ, ਉਹਨਾਂ ਨੂੰ ਉਹ ਸੁਖੀ ਹੋ ਜਾਂਦੇ ਆ, ਔਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਸੁਰਖਰੂ ਉਹੀ ਹੁੰਦੇ ਆ ਪਾਏ। ਲੋਕ ਪਰਲੋਕ ਦੇ ਵਿੱਚ ਉਹਨਾਂ ਦੀ ਇੱਜ਼ਤ ਹੁੰਦੀ। ਹਾਂ ਸੀਗੀ ਗੋਲਕੀ ਸਾਹਿਬ। ਹਾਂਜੀ, ਬਹੁਤ ਵਧੀਆ ਨਿਜਰ ਸਾਹਿਬ, ਬਹੁਤ ਵਧੀਆ। ਹਾਂਜੀ, ਕਿਉਂਕਿ ਇਹ ਜਿਹੜਾ ਨਾ ਇਹ ਬਹੁਤ ਜ਼ਰੂਰੀ ਸੀਗੀ ਇਹ ਗੱਲ ਜਿਹੜੀ ਹੈਗੀ। ਕਿਉਂ ਇਹ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਮਾਲਕ ਪਰਮਾਤਮਾ ਜਿਹੜਾ ਹੈਗਾ ਇਹ ਜਿਹਦੀ ਕਿਰਪਾ ਕਰਦਾ ਹੈ। ਹਾਂਜੀ ਹਾਂਜੀ, ਬਿਲਕੁਲ ਸਹੀ ਹੈ ਜੀ। ਹਾਂ, ਦੇਖੋ ਨਿਜਰ ਸਾਹਿਬ, ਪਤਾ ਕੀ ਹੈ, ਦੇਖੋ ਜਿਹੜੀ ਚੀਜ਼ ਜਿਹੜੀ ਆਪਾਂ ਆਰਡਰ ਹੀ ਨਹੀਂ ਕਰਨੀ, ਬਿਲਕੁਲ ਕਿੱਥੋਂ, ਪਰ ਜੇ ਨਹੀਂ ਮਿਲ ਰਹੀ ਤੇ ਨਿਜਰ ਸਾਹਿਬ ਇਹਦਾ ਮਤਲਬ ਇਹ ਹੋ ਕਿ ਆਪਾਂ ਆਰਡਰ ਹੀ ਨਹੀਂ ਕੀਤੀ। ਬਿਲਕੁਲ ਆਰਡਰ ਸਕਸੈਸਫੁਲ ਨਹੀਂ ਆ, ਕਿਉਂਕਿ ਜਦੋਂ ਆਰਡਰ ਰਾਈਟ ਆਰਡਰ ਦੀ ਡਿਮਾਂਡ ਹੀ ਨਹੀਂ ਕਰੋਗੇ ਤੇ ਕਿੱਥੋਂ ਆਊਗੀ। ਜੇ ਤੁਸੀਂ ਨਕਲੀ ਦੀ ਡਿਮਾਂਡ ਕੀਤੀ ਹੈ ਤੇ ਇਹਦਾ ਮਤਲਬ ਨਿਜਰ ਸਾਹਿਬ ਸਾਨੂੰ ਨਕਲੀ ਮਿਲਣਾ ਵਾ। ਬਿਲਕੁਲ ਠੀਕ ਹੈ ਜੀ। ਹੁਣ ਉੱਥੇ ਆਨਲਾਈਨ ਜਾ ਕੇ ਵੇਖੀਏ ਤੇ ਹੁਣ ਪ੍ਰੋਡਕਟ ਤੇ ਸਾਰੇ ਹੈਗੇ ਆ, ਤੇ ਉਹ ਜਿੱਦਾਂ ਦੀ ਆਪਾਂ ਇੱਥੇ ਅਧਿਆਤਮਿਕ ਵੀ ਅਗਰ ਜੇ ਕਿਸੇ ਨੂੰ ਕੋਈ ਚੀਜ਼ ਨਹੀਂ ਮਿਲ ਰਹੀ ਹੈ ਤੇ ਨਿਜਰ ਸਾਹਿਬ ਇਹ ਆਪਾਂ ਆਪਣੇ ਮਨ ਚ ਹੁੰਦਾ ਨਾ ਕਿ ਵੇਲਾ ਇੰਨੀ ਦੁਨੀਆ ਤਰੀ ਕਰਦੀ ਆ, ਅਸਲ ਦੇ ਵਿੱਚ ਉਹਨਾਂ ਦੇ ਅੰਦਰ ਹੈ ਹੀ ਨਹੀਂ ਉਹ ਜੀ, ਰਾਈਟ ਨੂੰ ਚਾਹੁੰਦੇ ਨਹੀਂ ਆ ਉਹ। ਬਸ ਏਦਾਂ ਵਾ ਕਿ ਮਤਲਬ ਆਪਣੇ ਆਪ ਨੂੰ ਭਰਮ ਦੇ ਵਿੱਚ ਰੱਖਿਆ ਹੈ, ਔਰ ਮਾਇਆ ਦਾ ਵੀ ਪ੍ਰਤਾਪ ਹੈਗਾ। ਤੁਸੀਂ ਆਪ ਦਿਖਾ ਲਓ, ਦੇਖ ਲਓ ਕਿ ਮਾਇਆ ਨੇ ਕਿੱਦਾਂ ਸੰਸਾਰ ਨੂੰ ਘੇਰਿਆ ਹੋਇਆ, ਤੇ ਮਾਇਆ ਕੀ ਧਾਰਮਿਕ ਸਥਾਨ ਤੇ ਨਹੀਂ ਆਊਗੀ, ਉੱਥੇ ਸਭ ਜ਼ਿਆਦਾ ਆਉਂਦੀ ਹੈ। ਬਿਲਕੁਲ ਜ਼ਿਆਦਾ ਆਉਂਦੀ, ਉੱਥੇ ਬਹੁਤ ਜ਼ਿਆਦਾ ਪ੍ਰਭਾਵ ਹੈ। ਉੱਥੇ ਜਾ ਕੇ ਆਪ ਦੇਖੋ, ਸਾਡਾ ਚਿੱਤ ਆ, ਤੇ ਚਿੱਤ ਦੇ ਵਿੱਚ ਕਿੱਦਾਂ ਉਹ ਚੀਜ਼ ਡਿਸਪਲੇ ਹੋ ਜਾਂਦੀ ਆ। ਅਸੀਂ ਕੋਈ ਵੀ ਭੋਗ ਨੂੰ ਭੋਗਦੇ ਆ ਤੇ ਉਹ ਤੋਂ ਸਭ ਤੋਂ ਪਹਿਲਾਂ ਉਹਦੀ ਗੱਲ ਸਾਡੇ ਚਿੱਤ ਚ ਆਉਂਦੀ ਆ। ਉਹਦੀ ਚਿੱਤ ਦੇ ਵਿੱਚ ਡਿਸਪਲੇ ਹੁੰਦੀ ਆ। ਹੁਣ ਵੇਖ ਲਓ, ਰਾਗਮਈ ਵਿਚਾਰ ਆ ਗਿਆ ਹੁਣ, ਔਰ ਕੋਈ ਮਾਈ ਦਾ ਲਾਲ ਹੋਊਗਾ ਜਿਹੜਾ ਕਹੂਗਾ ਕਿ ਨਹੀਂ ਭੋਗਣਾ। ਰਾਈਟ ਨਿਜਰ ਸਾਹਿਬ? ਬਿਲਕੁਲ। ਉਹਨੇ ਤੇ ਕਹਿਣਾ ਵਾ ਕਿ ਬਈ ਇਹ ਆਪ ਕਿੱਡਾ ਵਧੀਆ ਚਿੰਤਨ ਚੱਲਣ ਦਿਆ ਵਾ ਤੇ ਉਹਨੂੰ ਵੇੜੀਆ ਕੰਮ। ਔਰ ਏਦਾਂ ਦਾ ਬੰਦਾ ਸ਼ਰਾਰਤੀ ਹੈਗਾ ਵਾ ਨਿਜਰ ਸਾਹਿਬ। ਉਹ ਵੇਂਦਾ ਵਾ ਕਿ ਮੈਨੂੰ ਰਾਤ ਨੂੰ ਕੋਈ ਨਹੀਂ ਵੇਂਦਾ ਪਿਆ, ਚੋਰੀ ਛੁਪੇ ਕਰਦਾ ਉਹ। ਪਰ ਇਹਦਾ ਮਤਲਬ ਇਹ ਨਹੀਂ ਕਹਿ ਸਕਦਾ ਕਿ ਕੱਲ ਨੂੰ ਮੈਨੂੰ ਪਤਾ ਨਹੀਂ ਸੀ। ਉਹਨੂੰ ਸਾਰਾ ਪਤਾ ਵਾ ਕਿ ਪਿੰਡ ਵਾਲੇ, ਗੁਆਂਢ ਵਾਲੇ, ਆਰਾ ਵਗੈਰਾ ਲੋਕ ਵਹਿੰਦੇ ਪਏ ਆ, ਅਫਸਰ ਵੀ ਮੇਰੇ ਵਹਿੰਦੇ ਪਏ ਆ, ਮੈਂ ਕਿੱਦਾਂ ਚੋਰੀ ਕਰਨੀ ਆ ਜਾਂ ਜਿੱਦਾਂ ਮਾੜਾ ਕੰਮ ਕਰਨਾ ਹੈ। ਇਹਦੇ ਬਾਵਜੂਦ ਚੋਰੀ ਕਰਨ ਦਿਆ। ਇਹਦਾ ਮਤਲਬ ਨਿਜਰ ਸਾਹਿਬ ਉਹਨੂੰ ਆਪਣੇ ਪਾਪਾ ਨੂੰ ਲੁਕਾਉਣ ਦਾ ਪਤਾ ਹੈ, ਤੇ ਇਹਦਾ ਮਤਲਬ ਕਿ ਅੰਨਾ ਨਹੀਂ ਹੈਗਾ, ਬੇਹੋਸ਼ ਨਹੀਂ ਹੈਗਾ, ਹੋਸ਼ ਚ ਹੈਗਾ। ਬਿਲਕੁਲ। ਇਹਦਾ ਮਤਲਬ ਕਿ ਜੇਕਰ ਆਰਡਰ ਕੀਤਾ ਹੋਇਆ, ਇਹ ਨਹੀਂ ਆ ਕਿ ਬੇਹੋਸ਼ੀ ਚ ਆਰਡਰ ਹੋ ਗਿਆ। ਰਾਈਟਲੀ ਉਹਨੂੰ ਪੱਕਾ ਪਤਾ ਨਿਜਰ ਸਾਹਿਬ, ਤਾਈਓ ਤੇ ਉਹ ਦੁਨੀਆ ਨੂੰ ਅੱਖਾਂ ਚ ਘੱਟਾ ਪਾਉਂਦਾ। ਔਰ ਉਹ ਚੀਜ਼ ਨੂੰ ਹਾਸਲ ਕਰਦਾ ਹੈ, ਉਹ ਚਾਹੇ ਕਿਸੇ ਵੀ ਰੂਪ ਚ ਆ। ਹੁਣ ਸੰਸਾਰਿਕ ਬੰਦਾ ਵਾ, ਜਦੋਂ ਵੀ ਪਤਾ ਹੈਗਾ ਪਾਣੀ ਚ ਕਿਹਾ ਤਾਂ ਹੈਗਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜਿਹੜੇ ਸਾਰੇ ਹੈਗੇ ਆ ਔਗਣ ਹੈ। ਔਰ ਜਦੋਂ ਬੰਦਾ ਇਹਨਾਂ ਚ ਜਾਂਦਾ ਵਾ ਤੇ ਉਹਦੇ ਨਾਲ ਕੀ ਹੁੰਦਾ ਕਿ ਨਿਜਰ ਸਾਹਿਬ, ਇਹਦੇ ਨਾਲ ਉਹਦੀ ਹਉਮੈ ਦੀ ਤ੍ਰਿਪਤੀ ਹੁੰਦੀ ਆ। ਮਨ ਬੜਾ ਖੁਸ਼ ਹੁੰਦਾ, ਕਿਉਂਕਿ ਮਨ ਦੀ ਖੁਰਾਕ ਹੈ ਉਹ ਸਾਰਾ ਕੁਝ। ਇੱਕ ਸਮੇਂ ਤੇ ਵੇਖੋ, ਕ੍ਰੋਧ ਵੀ ਇੱਕ ਕਿਸਮ ਦਾ ਇਨਸਾਨ ਨੂੰ ਉਹਦੇ ਚ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਨਿਜਰ ਸਾਹਿਬ, ਇਸ ਲਈ ਤਾਂ ਬਾਰ-ਬਾਰ ਕਰਦਾ ਉਹ। ਬਿਲਕੁਲ ਬਿਲਕੁਲ ਠੀਕ ਹੈ ਜੀ। ਉਹਦੇ ਵਿੱਚ ਵੀ ਉਹਨੂੰ ਚੰਗਾ ਲੱਗਦਾ ਹੈ। ਪਰ ਕੁਝ ਲੋਕ ਇਸੇ ਕਰਕੇ ਵੀ ਉਹ ਸਾਰਾ ਦਿਨ ਕਰਦੇ ਨੇ। ਹਾਂਜੀ, ਉਹਦੀ ਹਉਮੈ ਨੂੰ ਜਿਹੜਾ ਹੈਗਾ ਬਹੁਤ ਪੱਠੇ ਪੈਂਦੇ ਆ, ਬਹੁਤ ਜ਼ਿਆਦਾ। ਹਾਂ, ਔਰ ਇਹ ਬੰਦਾ ਜਦੋਂ ਵੀ ਦੇਖੋ ਮਹਿਕਮੇ ਦੇ ਵਿੱਚ ਕਈ ਬੰਦੇ ਹੁੰਦੇ ਆ, ਉਹ
ਓਏ ਇਹ ਕਰਨਾ, ਇਹਦੇ ਚ ਉਹਨੂੰ ਫੀਲਿੰਗ ਮਿਲਦੀ ਆ। ਹਾਂ ਬਿਲਕੁਲ ਮਿਲਦੀ, ਹਾਂ ਬਹੁਤ ਜ਼ਿਆਦਾ ਤ੍ਰਿਪਤੀ। ਹਾਂਜੀ ਨਿੱਜਰ ਸਾਹਿਬ, ਹਾਂਜੀ ਬਹੁਤ ਵਧੀਆ ਜੀ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਇਸ ਤਰ੍ਹਾਂ ਹੀ ਹੈਗਾ ਜੀ, ਬਿਲਕੁਲ ਇਸ ਤਰ੍ਹਾਂ ਹੀ ਹੈਗਾ। ਹਾਂ ਜਿੱਦਾਂ ਕਾਮ ਦੇ ਵਿੱਚ ਨਿੱਜਰ ਸਾਹਿਬ ਆਪਾਂ ਨੂੰ ਤ੍ਰਿਪਤੀ ਮਿਲਦੀ, ਆਪਾਂ ਨੂੰ ਆਨੰਦ ਮਿਲਦਾ ਨਾ, ਉਸੇ ਤਰ੍ਹਾਂ ਕ੍ਰੋਧ ਚ ਮਿਲਦਾ ਹੈ, ਮੁੜ ਕੇ ਲੋਭ ਚ ਮਿਲਦਾ ਹੈ, ਲੋਭ ਚ ਵੀ ਆਨੰਦ ਮਿਲਦਾ ਹੈ, ਬਿਲਕੁਲ ਲਾਲਚ। ਫਿਰ ਬੈਂਕ ਚ ਪੈਸੇ ਇਕੱਠੇ ਹੁੰਦੇ ਆ, ਘਰੇ ਪੈਸੇ, ਇਹ ਪਦਾਰਥ ਸਾਰੇ ਲਾਗੇ ਬੰਨੇ। ਮੈਨੂੰ ਵੀ 5-6 ਗੱਡੀਆਂ ਦਿਖਦੀਆਂ ਪਈਆਂ ਵਾ, ਮੇਰੇ ਘਰ ਦੇ ਪਿੰਡ ਦੇ ਵਿੱਚ ਲੋਕੀ ਪੂਰੀ ਬੱਲੇ ਬੱਲੇ ਕਰਦੇ, ਔਰ ਉਸ ਦੇ ਕਰਕੇ ਮੇਰੇ ਲੋਭ ਦੇ ਵਿੱਚ ਮੇਰਾ ਹੋਰ ਆਨੰਦ ਵੱਧਦਾ ਹੈ। ਮੈਂ ਚਾਹੁੰਦਾ ਹੋਰ ਪਦਾਰਥ ਇਕੱਠੇ ਕਰਾਂ, ਕਿਉਂਕਿ ਆਨੰਦ ਮਿਲ ਰਿਹਾ ਪਿਆ। ਲੋਕੀ ਮੇਰੇ ਹੰਕਾਰ ਦੀ ਪੂਰਤੀ ਕਰਨ ਡਿਆ ਪਿਆ ਕਿ ਚਰਨਜੀਤ ਦਾ ਮਕਾਨ ਬਹੁਤ ਵੱਡਾ, ਕਿੱਡਾ ਵੱਡਾ ਘਰ ਪਾਇਆ। ਜੀ ਸਾਹਿਬ ਬਿਲਕੁਲ ਠੀਕ ਹੈ ਜੀ। ਇਹ ਸਾਰੀਆਂ ਤੇ ਸਾਡੀਆਂ ਤ੍ਰਿਪਤੀਆਂ ਹੀ ਆ। ਕਿਸਮਤ ਦਾ ਸਾਡੇ ਅੰਦਰ ਜਿਹੜਾ ਬੈਠਾ ਮਨ, ਉਹਨੂੰ ਚੰਗਾ ਲੱਗਦਾ, ਔਰ ਉਸੇ ਕਰਕੇ ਤੇ ਜਾਨਤ ਵੀ ਅਵਗਣ ਕਰੇ। ਬਾਣੀ ਦੇਵੇਂ ਤੇ ਕਹਿੰਦੀ, ਹਾਂ ਹਾਥ ਦੀਪਕ ਕੁਐਂ ਪਰੇ ਕਾਹੇ ਕੀ ਕੁਸ਼ਲਾਤ, ਕੁਸ਼ਲ ਕੀ ਹੈ ਤੇਰੇ ਦੇ ਵਿੱਚ, ਕਾਹਦੀ ਕਿਹੜੀ ਹੈ? ਸਾਹਿਬ ਇੱਥੇ ਮੈਂ ਮਹਿਸੂਸ ਕਰਦੇ ਆ ਕਿ ਇਹਦਾ ਆਰਡਰ ਕਰਨ ਦੇ ਕੋਈ ਬੇਵਕੂਫ ਨਹੀਂ ਹੈਗਾ, ਇਹ ਚੰਗਾ ਭਲਾ ਪਤਾ ਇਹਨੂੰ ਆਰਡਰ ਤੋਂ ਬਾਅਦ ਕੀ ਮਿਲਣਾ ਵਾ। ਹਾਂਜੀ ਬਹੁਤ ਵਧੀਆ ਜੀ, ਬਹੁਤ ਬਿਲਕੁਲ ਸਹੀ ਹੈ ਗੁਰਪ੍ਰੀਤ ਸਾਹਿਬ, ਬਿਲਕੁਲ ਸਹੀ। ਅੱਜ ਦੀ ਤਾਂ ਵਿਚਾਰ ਜਿਹੜੀ ਹੈ, ਮੈਂ ਕਹਿੰਦਾ ਬਿਲਕੁਲ ਜਿਹੜੀ ਹੈ ਨਾ ਵਿਚਾਰ ਉੱਪਰ ਜਾਈ ਜਾ ਰਹੀ ਹੈ ਆਪਣੀ, ਬਹੁਤ ਕਮਾਲ ਹੋਈ ਜਾ ਰਿਹਾ, ਮੈਂ ਕਹਿ ਰਿਹਾ। ਹਾਂ ਇਹ ਤੇ ਨਿੱਜਰ ਸਾਹਿਬ, ਜਿੱਦਾਂ ਮੈਂ ਹੁਣ ਸਵੇਰੇ ਸਵੇਰੇ ਉੱਠਿਆ ਵਾ ਤੇ ਮੈਂ ਅੰਨਾ ਥੋੜੀ ਹੈਗਾ, ਮੈਂ ਆਰਡਰ ਦਿੱਤਾ ਵਾ ਬਈ ਦੋ ਪਰਾਂਠੇ ਲੈ ਕੇ ਆਓ ਜੀ, ਘੰਟੇ ਬਾਅਦ ਉਹ ਰੂਮ ਚ ਮੇਰੇ ਲੈ ਕੇ ਆ ਜਾਂਦਾ, ਬਈ ਲਓ ਜੀ ਆਪ ਪਰੌਂਠੇ ਦੇ ਨਾਲ ਦਹੀਂ ਫ੍ਰੀ ਚ। ਨਿੱਜਰ ਸਾਹਿਬ ਬਿਲਕੁਲ ਸਹੀ ਹੈ ਜੀ। ਤੇ ਮੈਂ ਕਹਿੰਦਾ ਕਿ ਭਾਜੀ ਇਹ ਤੇ ਮੈਂ ਪਰੌਂਠਿਆਂ ਦਾ ਆਰਡਰ ਦਿੱਤਾ ਸੀ, ਉਹ ਕਹਿੰਦਾ ਕੋਈ ਨੀ, ਏਦਾਂ ਪਰੌਂਠੇ ਇਕੱਲੇ ਨਹੀਂ ਮਿਲਦੇ ਸੱਜਣਾ, ਨਾਲ ਚਾਰ ਵੀ ਮੈਂ ਫਿਰ ਕਹਿੰਦਾ ਅੱਛਾ, ਕਹਿੰਦੇ ਠੀਕ ਹੈ ਭਰਾ ਦੇ ਦਿਓ ਫਿਰ। ਉਹ ਕਹਿੰਦੇ ਭਰਾ ਤੇਰੇ ਕਮਰੇ ਚ ਰੱਖ ਲਈ, ਇਹਨੂੰ ਖਾਣਾ ਪੈਣਾ ਤੈਨੂੰ, ਇਹ ਉਹ ਨਹੀਂ ਕੋਈ ਹੋਟਲ ਵਾਲਾ, ਜਿਹੜਾ ਹੋਟਲ ਵਾਲਾ ਜਿੱਦਾਂ ਤੂੰ ਕਵੇਂ ਮਨ ਨਹੀਂ ਕਰਦਾ ਮੇਰਾ, ਆਪਸ਼ਨ ਨਹੀਂ ਹੈਗਾ ਇੱਥੇ। ਦੂਜਾ ਵਾ ਇਹ ਪ੍ਰਮਾਤਮਾ ਦਾ ਵੱਖਰੀ ਡਿਲੀਵਰੀ ਸਿਸਟਮ ਨਿੱਜਰ ਸਾਹਿਬ। ਹਾਂ ਇਹ ਬੈਕ ਨਹੀਂ ਹੋਣਾ, ਆਰਡਰ ਵਾਪਸ ਨਹੀਂ ਹੋਣਾ, ਕੈਂਸਲ ਨਹੀਂ ਹੋਣਾ। ਕਹਿੰਦੇ ਆ ਚਰਨਜੀਤ ਇਹ ਆਰਡਰ ਤੈਨੂੰ ਪਤਾ ਨਹੀਂ ਹੈ, ਤੇ ਇਹ ਤੇ ਸਲੇਟ ਏਦਾਂ ਦੀ ਇੱਥੇ ਲਿਖਦੀ ਹੈ ਤੇ ਮੁੜ ਕੇ ਮਿਟਦਾ ਨਹੀਂ। ਬਿਲਕੁਲ। ਤੇ ਤੈਨੂੰ ਪਤਾ ਨਹੀਂ, ਤੈਨੂੰ ਗ੍ਰੰਥਾਂ ਨੇ ਦੱਸਿਆ ਨਹੀਂ ਸੀ ਕਿ ਕਰਮ ਕਰਦੇ ਆ ਤੇ ਮੁੜ ਕੇ ਮਿਟਣੇ ਨਹੀਂ। ਤੂੰ ਥਾੜ ਤੇ ਆਰਡਰ ਕਰੀ ਜਾਂਦਾ, ਜੋ ਸਵੇਰ ਤੋਂ ਨਿਕਲਦਾ ਤੈਨੂੰ ਤੇ ਦਿਖਦਾ ਕੁਛ ਨਹੀਂ, ਤੈਨੂੰ ਧਰਤੀ ਦਿਖਦੀ ਨਹੀਂ, ਵੀ ਸ਼ਾਮ ਤੱਕ ਅੰਨਾ ਹੋ ਜਾਣਾ। ਜਦ ਤੱਕ ਤੂੰ 500-600 ਆਰਡਰ ਕਰ ਨਹੀਂ ਆਉਂਦਾ, ਉਹਨਾਂ ਚ ਤੈਨੂੰ ਚੈਨ ਨਹੀਂ ਆਉਂਦਾ। ਬਿਲਕੁਲ ਸਹੀ ਹੈ ਗੁਰਪ੍ਰੀਤ ਸਾਹਿਬ, ਬਿਲਕੁਲ ਯਥਾਰਥ ਆ, ਬਿਲਕੁਲ ਦੇਖ ਲਓ ਭਾਈ, ਸਾਰੇ ਜਾਣੇ ਇਹ ਗੱਲ ਨੂੰ ਸਮਝ ਲਈਏ ਆਪਾਂ, ਬਹੁਤ ਕੀਮਤੀ ਨੁਕਤਾ ਹੈਗਾ। ਉਹੀ ਇੱਕ ਨੁਕਤਾ ਤੇ ਆਰਡਰ ਨਾ ਕਰਿਆ ਕਰੋ ਐਮਾਜ਼ੋਨ ਵਾਂਗੂ ਨਾ, ਉਹ ਪੈਸੇ ਦੇ ਕੇ ਜਾਨੀ ਛੁੱਟ ਜਾਣੀ ਹੈ, ਤੁਹਾਡੇ ਜਨਮ ਮੰਗਣੇ ਨੇ। ਆਰਡਰ ਕਰੋ, ਔਰ ਇਹ ਜਿਹੜਾ ਨਾ ਸਮਝੋ ਨਿੱਜਰ ਸਾਹਿਬ ਆਪੇ ਪਛਤਾਊਗਾ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ। ਮੁੜ ਕੇ ਵੇਲਾ ਹੱਥ ਨਹੀਂ ਆਉਣਾ। ਵੇਲਾ ਹੱਥ ਨਹੀਂ ਆਉਣਾ। ਔਰ ਸਾਧ ਸੰਗਤ ਜੀ ਇੱਕ ਚੀਜ਼ ਹੋਰ ਆ, ਘਰੇ ਵੀ ਨਾ ਥੋੜੀ ਸ਼ਾਂਤੀ ਬਣਾ ਕੇ ਰੱਖਿਆ ਕਰੋ, ਘਰੇ ਪਿਆਰ ਨਾਲ ਰਿਹਾ ਕਰੋ। ਜੇ ਮੰਨ ਲਓ ਤੁਹਾਡੀ ਨੂੰਹ ਆ, ਗਰਮ ਰੋਟੀ ਤੁਹਾਨੂੰ ਦੇਂਦੀ ਆ ਤੇ ਉਹਦਾ ਧੰਨਵਾਦ ਕਰੋ। ਤੁਸੀਂ ਇਹ ਨਾ ਕਹੋ ਕਿ ਰੋਜ਼ ਦੀ ਦੇਣ ਦੀ ਉਹਦੀ ਕੋਈ ਜ਼ਿੰਮੇਵਾਰੀ ਥੋੜੀ ਆ, ਤੁਹਾਡੀ ਰੋਜ਼ ਦੀ ਪਕਾ ਕੇ ਦੇਵੇ। ਅਗਰ ਲੈ ਕੇ ਆਈ ਆ ਗਰਮ ਖਾਣਾ, ਤੁਸੀਂ ਮੰਜੇ ਤੇ ਬੈਠੇ ਜੋ, ਤੁਹਾਡੇ ਕੋਲ ਦੇ ਕੇ ਜਾ ਰਿਹਾ, ਕੋਈ ਚਾਹ ਬਣੀ ਆ ਰਹੀ ਆ, ਕੋਈ ਨੌਕਰ ਥੋੜੀ, ਕੋਈ ਰੈਸਟੋਰੈਂਟ ਹੋਟਲ ਸਿਸਟਮ ਥੋੜੀ ਹੈਗਾ, ਪੂਰੇ ਤੇ ਖੁਦ ਬਣਾਉਂਦੇ ਆ। ਪਰ ਜੇ ਚੀਜ਼ ਮਿਲਦੀ ਆ ਤਾਂ ਥੈਂਕ ਯੂ ਯੂਜ਼ ਕਰੋ। ਜੇ ਆਪਾਂ ਰੋਟੀ ਰੋਜ਼ ਖਾ ਸਕਦੇ ਆ ਤੇ ਥੈਂਕ ਯੂ ਕਹਿਣ ਲੱਗੇ ਸਾਡੀ ਜ਼ੁਬਾਨ ਥੱਕਦੀ। ਠੀਕ ਹੈ ਜੀ ਸਰ, ਬਿਲਕੁਲ ਠੀਕ ਹੈ ਜੀ। ਇਹ ਹੈਪੀ ਜੀ ਕੁਝ ਕਹਿਣਾ ਚਾਹੁੰਦੇ ਆ ਗੁਰਪ੍ਰੀਤ ਜੀ। ਹੈਪੀ ਜੀ ਕੁਝ ਤੁਸੀਂ ਕਹਿਣਾ ਚਾਹੁੰਦੇ ਸੀਗੇ? ਹਾਂਜੀ ਹੈਪੀ ਜੀ ਬੋਲੋ। ਹਾਂਜੀ ਬਾਬਾ ਜੀ। ਹਾਂਜੀ ਇੱਕ ਨਾ ਕੱਲ ਬਾਣੀ ਪੜ੍ਹਦੇ ਸੀਗੇ ਤੇ ਉਹਨਾਂ ਵਿੱਚ ਸ਼ਬਦ ਆਇਆ, ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਕਹਿੰਦੇ ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਸਾਨੂੰ ਉਹਦਾ ਤੇ ਵਾਹਿਗੁਰੂ ਦਾ ਪਤਾ ਨਹੀਂ ਗਾ, ਸਾਨੂੰ ਤੁਹਾਨੂੰ ਦੋਨਾਂ ਦਾ ਪਤਾ ਹੈ। ਨਹੀਂ ਭਾਈ ਇਹ ਨਹੀਂ, ਇਹ ਤਾਂ ਇੱਕ ਸੰਤ ਹੈ ਇੱਕ ਰਾਮ ਹੈ। ਨਹੀਂ ਅਸੀਂ ਤੇ ਹੈਪੀ ਜੀ ਤੇ ਕਹਿੰਦੇ ਆ ਕਿ ਬਸ ਇਹ ਐਮਾਜ਼ੋਨ ਵਾਂਗੂ ਗਲਤ ਆਰਡਰ ਨਾ ਕਰੋ, ਬਸ ਅਸੀਂ ਤੇ ਇਹ ਕਹਿੰਦੇ ਆ। ਅਸੀਂ ਵੀ ਤੇ ਆਪਣਾ ਆਰਡਰ ਵੇਖਣ ਦੇ। ਅਸੀਂ ਵੀ ਤਾਂ ਆਰਡਰ ਵਾਲੇ ਹੀ ਹੈਗੇ ਆ। ਨਿੱਜਰ ਸਾਹਿਬ ਆਪਣਾ ਵੇਖ। ਨਹੀਂ ਬਾਈ ਸਹੀ ਕਹਿੰਦੇ, ਗਲਤ ਆਰਡਰ ਨਾ ਹੋ ਜੇ। ਤੁਸੀਂ ਸਹੀ ਕਹਿੰਦੇ ਆ। ਮੈਂ ਕਹਿੰਦਾ ਐਮਾਜ਼ੋਨ ਤੋਂ ਏਦਾਂ ਕੁਛ ਨਾ ਕੁਛ, ਜਿੰਨੇ ਸਾਰੇ ਐਪ ਸੀਗੇ ਨਾ, ਮੈਂ ਤੁਹਾਡੀ ਗੱਲ ਸੁਣੀ, ਕਹਿੰਦੇ ਵੀ ਜਿਹੜਾ
ਜਦੋਂ ਵੀ ਕੋਈ ਵੀ ਐਪ ਤੁਸੀਂ ਦੇਖਦੇ ਆ, YouTube ਹੋ ਗਏ, Google ਹੋ ਗਏ, ਕੁਛ ਵੀ ਦੇਖਦੇ ਹੋ ਗਾਹ ਤੋਂ ਗਾਹ ਖੁੱਲੇ ਹੀ ਆਉਂਦਾ ਕੁਛ ਨਾ ਕੁਛ। ਨਿੱਜੇ ਸਾਹਿਬ ਵੀ ਦੱਸਦੇ, ਕਹਿੰਦੇ ਵੀ ਏਦਾਂ ਪਾਈਏ, ਮੈਂ ਸਾਰੇ ਡਿਲੀਟ ਕਰਦੇ ਚੱਕ ਕੇ। ਉਧਰ ਦਾ ਇੰਨਾ ਸੁਖੀ ਆ ਨਾ, ਮਤਲਬ ਕੋਈ ਫੁਰਨਾ ਹੀ ਨਹੀਂ ਹੈਗਾ। ਬਹੁਤ ਵਧੀਆ ਜੀ, ਬਹੁਤ। ਉਹਨਾਂ ਤੋਂ ਹੀ ਫੁਰਨੇ ਖੜੇ ਹੁੰਦੇ ਆ ਨਾ, ਮਤਲਬ ਕਿ ਇਹਨਾਂ ਜਿਹੜਾ ਚੀਜ਼ਾਂ ਨੂੰ ਦੇਖਦੇ ਆ, ਉਦਾਂ ਦੀ ਮੈਂ ਕਥਾ ਸੁਣਦਾ ਤੇ ਇਹ ਸੁਣਦੇ, ਉਹੀ ਨਾ ਤੁਹਾਡੀ ਵਿਚਾਰ ਚੱਲਦੀ ਰਹਿੰਦੀ ਆ, ਕਥਾ ਦੀ ਜਾਂ ਕੀਰਤਨ ਦੀ, ਇਹਦੀ ਵਿਚਾਰ ਚੱਲਦੀ ਰਹਿੰਦੀ ਆ। ਮਤਲਬ ਕਿ ਪਤਾ ਹੀ ਨਹੀਂ ਹੈਗਾ। ਜਦੋਂ ਤੁਹਾਡੇ ਤੇ ਮੁੱਖ ਤੋਂ ਸੁਣਿਆ ਨਾ, ਮੈਂ ਚੱਕ ਕੇ ਰਾਈਟ ਵੇ ਡਿਲੀਟ ਕੀਤੇ ਇਹਨਾਂ ਨੂੰ। ਮੈਂ ਕਿਹਾ ਤੇ ਚੇਤਾ ਭੁੱਲ ਜਾਂਦਾ ਸਾਨੂੰ, ਬਾਅਦ ਚ ਫੇਰ ਫੜ ਲੈਂਦੇ ਸਾਨੂੰ। ਬਿਲਕੁਲ ਬਿਲਕੁਲ, ਇਹੀ ਤਾਂ ਗੱਲ ਹੈਗੀ ਆ ਜੀ। ਮਨ ਨੂੰ ਬੋਲੋ ਤੁਸੀਂ ਫਿਰ। ਮੈਂ ਕਹਿ ਰਿਹਾ ਸੀ, ਸੌਰੀ ਮੈਂ ਤੁਹਾਨੂੰ ਵਿੱਚੇ ਉਹ ਕਰਤਾ, ਕਿਉਂਕਿ ਪਤਾ ਨਹੀਂ ਲੱਗਦਾ ਨਾ ਕਿਹੜੇ ਟਾਈਮ ਕਿਹਨੇ ਬੋਲਣਾ ਹੈ। ਇਹ ਤਾਂ ਹੋ ਹੀ ਜਾਣਾ ਹੈ ਕਿਉਂਕਿ ਜਿਹੜਾ ਪਿੱਛੇ ਤੁਸੀਂ ਮਾਈਕ ਮਿਊਟ ਕਰ ਦਿਓ ਜੀ। ਹਾਂ ਮਿਊਟ ਕਰ ਦਿਓ। ਹਾਂਜੀ ਠੀਕ ਹੈ ਜੀ, ਬੋਲੋ ਨਿੱਜਰ ਸਾਹਿਬ। ਨਹੀਂ ਤਾਂ ਆਪਾਂ ਨੂੰ ਵਾਇਰਲੈਸ ਵਾਸਤੇ ਜਿਹੜਾ ਨਾ ਕੋਈ ਕੋਡ ਰੱਖਣਾ ਪੈਣਾ ਹੈ ਬਈ ਓਵਰ ਬੋਲਣਾ ਪੈਣਾ ਹੈ, ਤਾਂ ਫਿਰ ਦੂਸਰਾ ਸ਼ੁਰੂ ਕਰੂਗਾ। ਤੇ ਇਹਦੇ ਵਿੱਚ ਨਹੀਂ ਉਹ ਥੋੜਾ ਡਿਲੇ ਹੈਗਾ ਨਾ ਆਪਣੀ ਆਵਾਜ਼ ਦੇ, ਇਸ ਕਰਕੇ। ਹਾਂਜੀ ਹਾਂਜੀ। ਤੇ ਇਹਦੇ ਵਿੱਚ ਜਿਹੜਾ ਮੈਂ ਇਹ ਕਹਿ ਰਿਹਾ ਸੀਗਾ ਕਿ ਇਹ ਮਨ ਜਿਹੜਾ ਹੈ ਨਾ ਐਸਾ ਬਾਂਦਰ ਹੈਗਾ, ਇਹਨੂੰ ਆਰਡਰ ਕਰਨ ਵਾਸਤੇ ਸਮਾਂ ਹੀ ਨਾ ਦਿਓ ਇਹਨੂੰ, ਬਸ ਇਹਨੂੰ ਉਲਝਾ ਕੇ ਰੱਖੋ। ਬਿਲਕੁਲ ਇਹ ਨਾਮ ਵਾਲੇ ਜਿਹੜਾ ਹੈਗਾ, ਇਹ ਬਾਣੀ ਜਾਂ ਧਿਆਨ ਸਿਮਰਨ ਜਾਂ ਬਾਣੀ ਗਿਆਨ ਲੈਣਾ, ਇਹਦੇ ਵਿੱਚ ਹੀ ਇਹਨੂੰ ਚੜਾਈ ਜਾਓ, ਖੰਭਿਆਂ ਦੇ ਉੱਤੇ ਪਾਈ। ਜੇ ਨਾਮ ਵਾਲੇ ਖੰਭੇ ਤੇ ਚੜ ਜਾ, ਨਹੀਂ ਉਹ ਨਹੀਂ ਜੀ ਕਰਦਾ, ਇੱਧਰ ਜਿਹੜਾ ਬਾਣੀ ਵਾਲੇ ਖੰਭੇ ਤੇ ਚੜ ਜਾ, ਫਿਰ ਗਿਆਨ ਲੈ ਲਾ, ਦੋਨਾਂ ਦੇ ਵਿੱਚ ਚਲੀ ਜਾ, ਉਲਝਾਈ ਰੱਖੋ ਇਹਨੂੰ, ਤੇ ਆਰਡਰ ਨਹੀਂ ਕਰੂਗਾ ਭਾਈ ਇਸ ਤਰੀਕੇ ਨਾਲ। ਨਿੱਜਰ ਸਾਹਿਬ ਜਦੋਂ ਵੀ ਤੁਸੀਂ ਨਾਮ ਦਾ ਆਰਡਰ ਕਰਤਾ ਨਾ, ਤੇ ਬਾਅਦ ਦੇ ਵਿੱਚ ਇਹਨੇ ਕੁਝ ਆਰਡਰ ਹੀ ਨਹੀਂ ਕਰਨਾ, ਆਟੋਮੈਟਿਕਲੀ ਸ਼ਾਂਤ ਹੋ ਜਾਣਾ। ਇਹਨੇ ਸਾਰੀ ਉਹ ਹੈਪੀ ਹੋਊਗਾ, ਬੁੱਕਾਂ ਪੱਕਾ ਪਾੜ ਕੇ ਸੁੱਟ ਦੇਣੀ। ਇਹਨੇ ਕਹਿਣਾ ਮੈਂ ਨਹੀਂ ਆਰਡਰ ਕਰਨਾ, ਕਿਉਂਕਿ ਇੱਕ ਵਾਰੀ ਆਰਡਰ ਕੀਤਾ ਗੱਲ ਖਤਮ ਥੋੜੀ ਹੋ ਜਾਂਦੀ ਆ, ਉਹ ਤੇ ਸ਼ੁਰੂਆਤ ਆ। ਰੈਸਟੋਰੈਂਟ ਤੇ ਤੁਸੀਂ ਇੱਕ ਰੋਟੀ ਮੰਗਾ ਕੇ ਗੱਲ ਥੋੜੀ ਖਤਮ ਕਰ ਦਿੰਦੇ, ਮੁੜ ਕੇ ਤੈਨੂੰ ਆਈਸਕ੍ਰੀਮ ਵੀ ਚਾਹੀਦੀ ਹੈ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਇੱਕ ਆਰਡਰ ਦੇ ਪਿੱਛੇ ਕਾਫੀ ਸੀਕੁਐਂਸ ਹੈਗੀ ਆ। ਫਿਰ ਤੁਸੀਂ ਕਹਿੰਦੇ ਜਾਣ ਤੋਂ ਪਹਿਲਾਂ ਲਿਆ ਵੀ ਸੌਂਫ ਵੀ ਲਿਆ, ਖੰਡ ਲਿਆ, ਨਾਲ ਮਿਸ਼ਰੀ ਲਿਆ, ਤੇ ਉਹ ਸੋ ਕਾਈਂਡ ਆਫ ਇੱਕ ਆਰਡਰ ਕੀਤਾ ਗੱਲ ਨਹੀਂ ਬਣਦੀ। ਜਦੋਂ ਆਪਾਂ ਇੱਕ ਔਗਣ ਦਾ ਆਰਡਰ ਕਰਦੇ ਹਾਂ ਨਾ, ਉਹਦੇ ਨਾਲ ਇੱਕ ਲੜੀ ਹੁੰਦੀ ਮਤਲਬ, ਫਿਰ ਬਾਰ-ਬਾਰ ਅਸੀਂ ਉਹਨੂੰ ਭੋਗਣਾ ਚਾਹੁੰਦੇ ਹਾਂ। ਔਰ ਇਹ ਮਨ ਬੜਾ ਸ਼ਰਾਰਤੀ ਹੈ, ਔਰ ਮਨ ਤੁਹਾਨੂੰ ਉਸੇ ਚੀਜ਼ ਬਾਰ-ਬਾਰ ਕਰਦਾ। ਹਾਂਜੀ ਨਿੱਜਰ ਸਾਹਿਬ, ਕਥਾ ਅੱਗੇ ਲੱਗੀ ਜੀ। ਹਾਂਜੀ ਹਾਂਜੀ, ਅੱਗੇ ਜਿਹੜਾ ਹੈਗਾ ਦੇਖ ਲਓ, ਮਹਾਰਾਜ ਜਿਹੜੇ ਹੈਗੇ ਇਹੀ ਦੱਸਦੇ। ਜੇ ਆਪਾਂ ਨੇ ਹੁਣ ਦੇਖੋ ਪਿੱਛੇ ਮਹਾਰਾਜ ਨੇ ਸਾਰਾ ਦੱਸਿਆ ਵੀ ਆਪਾਂ ਨੇ ਕੀ ਆਰਡਰ ਕਰਨਾ ਹੈ, ਤੇ ਜਿਨ੍ਹਾਂ ਨੇ ਨਾਮ ਦਾ ਆਰਡਰ ਕੀਤਾ, ਜਿਹੜੇ ਕਹਿੰਦੇ ਆ ਮੈਨੂੰ ਆਪਣੇ ਗਲ ਨਾਲ ਲਗਾ ਲਾ, ਆਹ ਅਰਦਾਸ ਜਿਹੜੇ ਕਰ ਰਹੇ ਆ। ਤੇ ਫਿਰ ਜਿਹੜੀ ਹੈਗੀ ਅਗਲਾ ਜਿਹੜਾ ਸ਼ਲੋਕ ਹੈਗਾ, ਉਹ ਵੀ ਪੰਜਵੀਂ ਪਾਤਸ਼ਾਹੀ ਦਾ ਹੈਗਾ। ਉਹ ਕਹਿੰਦੇ ਆ, ਉੱਠੇ ਮੇਘ ਸੁਹਾਵਣੇ, ਮਹੱਲਾ ਪੰਜਵਾਂ, ਉੱਠੇ ਮੇਘ ਸੁਹਾਵਣੇ, ਹੁਕਮ ਕੀਤਾ ਕਰਤਾਰ। ਮਾਲਕ ਪਰਮਾਤਮਾ ਨੇ ਬੱਦਲਾਂ ਨੂੰ ਹੁਕਮ ਕਰਤਾ, ਸੋਹਣੇ ਬੱਦਲ, ਗੁਰੂ ਰੂਪ ਬੱਦਲ ਸੋਹਣੇ ਜਿਹੜੇ ਹੈਗੇ ਆ, ਨਾਮ ਦੀ ਵਰਖਾ ਕਰਨ ਦੇ ਵਾਸਤੇ ਜਿਹੜੇ ਹੈਗੇ ਆਰਡਰ ਹੋ ਗਿਆ। ਉੱਠੇ ਮੇਘ ਸੁਹਾਵਣੇ, ਪੂਰੀ ਜਿਹੜੀ ਘਟਾ ਬਣ ਕੇ ਆ ਗਿਆ, ਥੱਲੇ ਝੁੱਕ ਕੇ ਆ ਗਿਆ, ਜਿਹੜਾ ਹੈਗਾ ਨਾਮ ਦੀ ਦਾਤ ਦੇਣ ਵਾਸਤੇ। ਉੱਠੇ ਮੇਘ ਸੁਹਾਵਣੇ, ਹੁਕਮ ਕੀਤਾ ਕਰਤਾਰ। ਉਸ ਮਾਲਕ ਨੇ ਆਰਡਰ ਕਰ ਦਿੱਤਾ, ਦਾਤੇ ਨੇ, ਵੀ ਆ ਨਾਮ ਵਾਲੀ ਦਾਤ ਲੈਣ ਵਾਸਤੇ ਕੋਈ ਕਿਧਰੋਂ ਸਪਲਾਈ ਆਈ ਹੈ ਭਾਈ, ਬੜੀ ਮੁਸ਼ਕਲ ਨਾਲ ਆਈ ਹੈ। ਇਹ ਤਾਂ ਕੋਈ ਸਪਲਾਈ ਨਹੀਂ ਆਉਂਦੀ ਹੁੰਦੀ, ਇਹਦੀ ਡਿਮਾਂਡ ਹੀ ਨਹੀਂ ਆਉਂਦੀ ਹੁੰਦੀ, ਇਹ ਤਾਂ ਕੋਈ ਮਸਾਂ ਹੀ ਡਿਮਾਂਡ ਆਈ ਹੈ ਨਾਮ ਵਾਲੀ। ਉੱਠੇ ਮੇਘ ਸੁਹਾਵਣੇ, ਹੁਕਮ ਕੀਤਾ ਕਰਤਾਰ, ਰਿਜ ਕੋ ਪਾਇਨ ਅਗਲਾ, ਠਾਂਡ ਪਈ ਸੰਸਾਰ। ਅਗਲਾ ਦਾ ਮਤਲਬ ਹੈ, ਅਗਲਾ ਮਤਲਬ ਅੱਗੇ ਵਾਲਾ ਨਹੀਂ, ਬਹੁਤਾ। ਬਾਣੀ ਦੇ ਵਿੱਚ ਜਿੱਥੇ ਅਗਲਾ ਆਊਗਾ ਉਹਦਾ ਮਤਲਬ ਬਹੁਤਾ। ਕਹਿੰਦੇ ਇੰਨਾ ਰਿਜਕ ਦੇ ਦਿੱਤਾ, ਇੰਨਾ ਨਾਮ ਦਾ ਧਨ ਦੇ ਦਿੱਤਾ ਕਿ ਪੂਰਾ ਸੰਸਾਰ ਦੇ ਵਿੱਚ ਆਇਆ ਇਨਸਾਨ ਜਿਹੜਾ ਹੈਗਾ, ਪੂਰਾ ਦਾ ਪੂਰਾ ਜਿਹੜਾ ਹੈਗਾ, ਪੂਰੀ ਤਰ੍ਹਾਂ ਜਿਹੜਾ ਹੈਗਾ ਠੰਡਾ ਠਾਰ ਔਰ ਖੁਸ਼ਹਾਲ ਆਨੰਦਿਤ ਹੋ ਗਿਆ। ਪੂਰੀ ਦੁਨੀਆ ਨੂੰ, ਸ੍ਰਿਸ਼ਟੀ ਨੂੰ ਮਾਲਕ ਪਰਮਾਤਮਾ ਇਸੇ ਤਰੀਕੇ ਨਾਲ ਦੇਖ ਲਓ, ਅੰਨ ਪਾਣੀ ਵੀ ਮਾਲਕ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਸਾਰਾ ਕੁਝ ਦੇ ਰਿਹਾ ਹੈ। ਸਾਰੀ ਸ੍ਰਿਸ਼ਟੀ ਇਸੇ ਤਰ੍ਹਾਂ ਹਰੀ ਭਰੀ ਹੁੰਦੀ ਹੈ। ਪਰ ਇਹ ਜਿਹੜੀ ਹੈਗੀ ਇਸ ਟਾਈਮ ਚੌਥੇ ਪਦ ਦੀ ਗੱਲ ਹੋ ਰਹੀ ਹੈ। ਤਨ ਮਨ ਹਰਿਆ ਹੋਇਆ, ਸਿਮਰਤ ਅਗਮ ਅਪਾਰ। ਆ ਦੇਖੋ ਇੱਥੇ ਦੱਸ ਰਿਹਾ ਭਾਈ, ਇਹ ਚੌਥੇ ਪਦ ਦੀ ਗੱਲ ਹੋ ਰਹੀ ਹੈ। ਇਹ ਕਿਹੜੇ ਰਿਜਕ ਦੀ ਗੱਲ ਹੋ ਰਹੀ ਹੈ? ਇਹ ਨਾਮ ਦੀ ਗੱਲ ਹੋ ਰਹੀ ਹੈ। ਤਨ ਮਨ ਹਰਿਆ ਹੋਇਆ, ਤਨ ਵੀ ਤੇ ਮਨ ਵੀ, ਕਹਿੰਦੇ ਦੋਨੋਂ ਦੇਖ ਲਓ, ਤੁਹਾਡੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਵੀ ਹਰੀਆਂ ਭਰੀਆਂ ਹੋ ਜਾਂਦੀਆਂ ਹੈ। ਇਹ ਜਿਹੜੀਆਂ ਇਹ ਸੁੱਕੀ ਜਾ ਰਹੀਆਂ ਹੈ, ਦੂਸਰੇ ਜਿਹੜੇ ਹੈਗੇ ਮਾਇਆ ਵੱਲ ਨੂੰ, ਬਾਹਰ ਭੋਗ ਵਿਲਾਸਾਂ ਵੱਲ ਜਿਹੜੇ ਆਰਡਰ ਕਰਕੇ, ਇਹ ਵੀ ਜਿਹੜੇ ਹੈਗੇ ਹੁਣ ਨਾਮ ਦੇ ਨਾਲ ਜਿਹੜੀ ਹੈਗੀ ਧਿਆਨ ਸਿਮਰਨ ਦੇ ਵਿੱਚ ਜਿਹੜੀਆਂ ਸਹਾਇਤਾ ਕਰਨ ਲੱਗ ਪਈਆਂ। ਤਨ ਮਨ ਹਰਿਆ ਹੋਇਆ, ਮਨ ਵੀ ਤੇ ਤਨ ਵੀ, ਮਨ ਤੋਂ ਔਗਣ ਨਿਕਲ ਗਏ। ਤਨ ਮਨ ਹਰਿਆ ਹੋਇਆ, ਮੈਲ ਨਿਕਲ ਗਈ ਮਨ ਦੀ।
ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ, ਉਸ ਅਗਮ ਉਸ ਅਪਾਰ ਮਾਲਕ ਪਰਮਾਤਮਾ ਨੂੰ ਸਮਰਨ ਕਰਨ ਦੇ ਨਾਲ। ਸਮਰਨ ਕਰਨਾ ਕੀ ਹੈ? ਵੀ ਮਾਲਕ ਵੱਲ ਨੂੰ ਆਰਡਰ ਕੀਤਾ ਹੈ ਆਪਾਂ ਨੇ ਮਾਲਕ ਨੂੰ ਯਾਦ ਕੀਤਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਆਪਾਂ ਨੇ ਪ੍ਰੇਮ ਕੀਤਾ ਹੈ ਮਾਲਕ ਪਰਮਾਤਮਾ ਦੇ ਨਾਲ। ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਣਹਾਰ। ਕਹਿੰਦੇ ਇਸ ਤਰੀਕੇ ਦੇ ਨਾਲ ਕਿਰਪਾ ਕਰਦਾ ਹੈ। ਖਰੇ ਕਿਰਪਾ ਕਰ ਨਹੀਂ ਕਰ ਹੋਏਗਾ ਤੇ ਫਿਰ ਉਹਨੂੰ ਔਂਕੜ ਲੱਗੀ ਹੋਏਗੀ। ਕਹਿੰਦਾ ਇਸ ਤਰ੍ਹਾਂ ਮਾਲਕ ਪਰਮਾਤਮਾ ਕਿਰਪਾ ਕਰਦਾ ਹੈ, ਉਹ ਸੱਚਾ ਸਿਰਜਣਹਾਰ ਜਿਹੜਾ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਆਪਾਂ ਨੂੰ ਪੈਦਾ ਕਰਨ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਜਿਹੜਾ ਮਾਲਕ ਪਰਮਾਤਮਾ ਸਿਰਜਣਾ ਕਰਨ ਵਾਲਾ ਆ। ਕਹਿੰਦੇ ਉਹ ਇਸ ਤਰ੍ਹਾਂ ਕਿਰਪਾ ਕਰਦਾ ਹੈ ਭਾਈ। ਕਰੇ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਣਹਾਰ। ਕੀਤਾ ਲੋੜੇ ਸੋ ਕਰੇ ਨਾਨਕ ਸਦ ਬਲਿਆਰ। ਮਾਲਕਾ ਜੋ ਤੂੰ ਚਾਹੁੰਦਾ ਆ ਉਹੀ ਤੂੰ ਕਰਦਾ ਆ। ਮੈਂ ਤਾਂ ਬਲਿਹਾਰ ਜਾਣਾ ਆ ਮਾਲਕਾ, ਮੈਂ ਤਾਂ ਬਲਿਹਾਰ ਜਾਣਾ ਇਸ ਤੇਰੀ ਖੇਡ ਤੋਂ, ਇਸ ਤੇਰੀ ਇਹ ਜਿਹੜੇ ਜੋ ਰਚਨਾ ਕੀਤੀ ਆ, ਮੈਂ ਤਾਂ ਬਲਿਹਾਰ ਆ ਤੇਰੇ ਤੋਂ। ਹਾਂਜੀ ਵੀਰ ਜੀ। ਮਹੱਲਾ ਪੰਜਵਾਂ। ਹਾਂ ਸਾਧ ਸੰਗਤ ਜੀ, ਇੱਥੇ ਬੜੀ ਹਾਂਜੀ ਬਾਣੀ ਦੇ ਵਿੱਚ ਨਾ ਬੜਾ ਸੋਹਣਾ ਆਪਾਂ ਨੂੰ ਸਮਝਾਇਆ, ਤੇ ਮੈਂ ਸਾਰ ਤੇ ਸਮਝਾਦਾ ਨਿੱਜਰ ਸਾਹਿਬ। ਹਾਂਜੀ ਸੌਖਾ ਹੀ ਕਰਦਾ, ਤੁਸੀਂ ਬੋਲੋ ਨਾ ਹੀ। ਬਿਲਕੁਲ ਵਧੀਆ ਜੀ, ਵਧੀਆ, ਬਹੁਤ ਵਧੀਆ। ਉਹ ਬਾਣੀ ਪਤਾ ਕੀ ਕਹਿੰਦੀ ਆ, ਇੱਕ ਸਿੰਪਲ ਜੀ ਗੱਲ ਸਮਝਾਉਂਦੀ ਆ। ਜਿੰਦਾ ਚਰਨਜੀਤ ਹੋਰ ਚੀਜ਼ਾਂ ਜਿਹੜੀਆਂ ਤੂੰ ਆਰਡਰ ਕਰਦਾ ਤੇ ਔਨ ਦਾ ਸਪੌਟ ਹੀ ਡਿਲੀਵਰੀ ਆ, ਪਰ ਨਾਮ ਦੀ ਜਿਹੜੀ ਡਿਲੀਵਰੀ ਆ ਨਾ ਉਹ ਛੇਤੀ ਹੁੰਦੀ ਨਹੀਂ ਆ। ਤੈਨੂੰ ਕਾਫੀ ਵਾਰੀ ਰਿਪੀਟ ਕਰਨਾ ਪੈਣਾ, ਬਾਰ-ਬਾਰ ਹਰ ਦਿਨ ਰਿਪੀਟ ਕਰਨਾ ਪੈਣਾ। ਉਹਨਾਂ ਕਹਿਣਾ ਫੇਲ 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 ਫੇਲ, ਕਿਉਂਕਿ ਉਹ ਕਾਫੀ ਮਹਿੰਗਾ ਆਰਡਰ ਕਰ ਰਿਹਾ ਤੂੰ, ਕਾਫੀ ਵੱਡਾ। ਉਹ ਇਹ ਨਾ ਸੋਚ ਕਿ ਨਾਰਮਲ ਆਰਡਰ ਨਹੀਂ ਹੈਗਾ ਤੇਰਾ, ਕਹਿੰਦੇ ਕਿ ਤੇਰੇ ਅਕਾਊਂਟ 'ਚ ਪੈਸਾ ਨਹੀਂ ਹੈਗਾ। ਆਰਡਰ ਬਹੁਤ ਮਹਿੰਗੀ ਚੀਜ਼ ਕਰਨੇ ਆ। ਬਹੁਤ ਵਧੀਆ ਗੋਰਕੀ ਸਾਹਿਬ, ਬਹੁਤ ਵਧੀਆ। ਜਿਹੜੇ ਕਹਿੰਦੇ ਨਾ ਜੀ ਮੈਨੂੰ ਕੁਛ ਹੋ ਤਾਂ ਰਿਹਾ ਨਹੀਂ ਆ, ਆ ਦੇਖ ਲਓ ਹੁਣ ਭਾਈ। ਹਾਂਜੀ, ਉਹ ਕਹਿੰਦੇ ਆ ਕਿ ਬਈ ਤੇਰੇ ਅਕਾਊਂਟ ਦੇ ਵਿੱਚ ਪੈਸੇ ਥੋੜੇ ਆ, ਤੂੰ ਆਰਡਰ ਬਹੁਤ ਵੱਡਾ ਕਰਨੇ ਆ ਵਾ। ਤੇਰੀ ਬੈਂਕ 'ਚ ਲਿਮਟ ਹੀ ਨਹੀਂ ਹੈਗੀ, ਤੇਰੇ ਖਾਤੇ ਤੇ ਹੈਗੇ ਜੇ ਪੈਸੇ ਹੀ ਨਹੀਂ ਹੈਗੇ। ਤੂੰ ਸੋਚਣੀ ਆ ਹੁਣ ਮੈਨੇਜਰ ਸਾਹਿਬ, ਹੁਣ ਮੈਂ ਇੱਥੇ $500 ਦੀ ਆਈਟਮ ਹੈ ਤੇ ਮੈਂ $40-50 ਨਾਲ ਖਰੀਦ ਲੂੰਗਾ। ਦੱਸੋ ਮੈਨੂੰ, ਇੱਕ ਲੌਜੀਕਲੀ ਗੱਲ ਕਰਦੇ ਆ ਆਪਾਂ, ਸੰਧਾਰੇ ਨਹੀਂ ਗੱਲ ਕਰ ਰਹੇ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਉਹ ਕਹਿੰਦੇ ਵਸਤੂ ਪਾ ਲਾ ਤਕੜੀ 'ਚ ਲੈ ਜਾ ਇਹਨੂੰ ਚੁੱਕ ਕੇ, ਫ੍ਰੀ ਆ, ਪਰ ਉਹਦੇ ਬਰਾਬਰ ਦੀ ਤੈਨੂੰ ਚੀਜ਼ ਦੇਣੀ ਪੈਣੀ। ਉਹ ਤੈਨੂੰ ਤੇਰਾ ਸਿਰ ਮੰਗਦੇ ਹੀ ਅਗਲੇ, ਸਿਰ ਪਾ ਦੇ ਵਿੱਚ ਉਹਦੇ ਤਕੜੀ 'ਚ। ਜਿੱਦਣ ਤੂੰ ਪੂਰਾ ਪਾਤਾ, ਹਜੇ ਤੂੰ ਪਾਉਂਦਾ ਤਾਂ ਹੈਗਾ, ਮਾੜਾ ਜਿਹਾ ਪਾਉਂਦਾ ਵਾ, ਪੂਰਾ ਥੋੜੀ ਪਾਉਂਦਾ। ਪਰ ਜਿੱਦਣ ਤੂੰ ਪੂਰਾ ਸਿਰ ਪਾ ਦੇਂਗਾ ਆਪਣਾ, ਤੇ ਉਹ ਤੈਨੂੰ ਚੀਜ਼ ਮਿਲ ਜਾਏਗੀ, ਡਿਲੀਵਰੀ ਹੋ ਜਾਏਗੀ। ਉਹਦੇ ਚ ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਤੇ ਮੁੱਢ ਤੋਂ ਰੂਲ ਹੈ। ਪਰ ਉਹ ਪਾਤਰਤਾ ਪੂਰੀ ਚਾਹੀਦੀ, ਉਹਦੇ ਚ ਕੋਈ ਮਾਫੀ ਨਹੀਂ ਹੈਗੀ, ਕਿਉਂਕਿ ਸੱਚ ਦੀ ਤਕੜੀ ਹੈ, ਉਹ ਤੇ ਵੱਧ ਘੱਟ ਚੁੱਕਦਾ ਹੀ ਨਹੀਂ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਜੀ। ਇਸ ਕਰਕੇ ਕਹਿੰਦੇ ਪਰ ਜਦੋਂ ਜਿੱਦਣ ਤੈਨੂੰ ਆਰਡਰ ਮਿਲ ਗਿਆ ਫਿਰ ਕੀ ਹੋਣਾ? ਫਿਰ ਕਹਿੰਦੇ ਕਿ ਤੇਰਾ ਤਨ ਤੇ ਮਨ ਹਰਿਆ ਹੋ ਜਾਣਾ। ਫਿਰ ਕਿਉਂ ਹਰਿਆ ਹੋਣਾ? ਫਿਰ ਜਦੋਂ ਹਰਿਆ ਹੋਇਆ ਤੇ ਫਿਰ ਇਹਨਾਂ ਕੀ ਕਰਨਾ ਵਾ, ਇਹਨਾਂ ਨੇ ਇੰਦਰੀਆਂ ਨੇ ਵੀ ਸ਼ਾਂਤ ਹੋ ਜਾਣਾ। ਤੇ ਤੂੰ ਗਲਤ ਆਰਡਰ ਨਹੀਂ ਕਰ ਸਕਦਾ, ਕਿਉਂਕਿ ਤੇਰੇ ਅੰਦਰ ਤੇ ਗਿਆਨ ਪ੍ਰਗਟ ਹੋ ਗਿਆ। ਫਿਰ ਤੇਰੇ ਚ ਇੱਕ ਹੋਰ ਫਰਕ ਪਊਗਾ। ਲੋਕੀ ਸੋਚਦੇ ਆ ਧਰਮ ਕੋਈ ਬਾਹਰ ਦੇ ਮੇਰੇ ਦਿਖਾਵੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਧਰਮ ਦਾ ਮਤਲਬ ਕਿ ਮੈਂ ਅੰਦਰੋਂ ਕੀ ਆ, ਮੈਂ ਅੰਦਰ ਕਿੱਥੇ ਬੈਠਾ ਵਾਂ, ਮੇਰੀ ਅੰਦਰ ਦੀ ਮਾਨ ਦੀ ਮੇਰੀ ਸਥਿਤੀ ਕੀ ਆ, ਮੈਂ ਹਰਿਆ ਵਾਂ ਜਾਂ ਸੜਿਆ ਹੋਇਆ ਵਾਂ ਅੰਦਰੋਂ, ਮੈਂ ਸਾਰਾ ਦਿਨ ਕੀ ਆਰਡਰ ਕਰ ਰਿਹਾ ਵਾਂ, ਉਹ ਹੈ ਧਰਮ। ਮੈਂ ਆਪਣੇ ਜੀਵਨ ਨੂੰ ਚੁੱਕ ਰਿਹਾ ਕਿ ਥੱਲੇ ਨੱਪ ਰਿਹਾ ਵਾਂ, ਮੈਂ ਉੱਪਰ ਜਾ ਰਿਹਾ ਜਾਂ ਮੈਂ ਥੱਲੇ ਨੂੰ ਜਾ ਰਿਹਾ ਵਾਂ, ਕਿ ਮੈਂ ਆਰਡਰ ਗਲਤ ਕਰਕੇ ਸਮਾਨ ਆਪਣੀ ਜਿਹੜੀ ਸਵਾਹ ਵਾਲੀ ਪੰਡ ਭਰੀ ਤੇ ਨਹੀਂ ਜਾਣ ਦਿਆ। ਨਿੱਜਰ ਸਾਹਿਬ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਉਹੀ ਨਿੱਜਰ ਸਾਹਿਬ ਸਵਾਦ ਦੀ ਗੱਲ ਬਾਬੇ ਨੇ ਵੀ ਉਸੇ ਤਰੀਕੇ ਨਾਲ ਸਮਝਾਈ ਹੈ। ਜਿੱਦਾਂ ਆਪਾਂ ਉਦੋਂ ਹੋ ਸਕਦਾ ਟੈਕਨੋਲੋਜੀ ਘੱਟ ਹੋਏ, ਆਪਾਂ ਲੇਟੈਸਟ ਕਰਤੀ ਆ, ਉਦੋਂ ਵੀ ਸਵਾਦ ਦੀ ਗੱਲ ਉਹੀ ਕਹਿੰਦੇ ਆ। ਉਹ ਕਹਿੰਦੇ ਜਿਹੜੇ ਤੂੰ ਆਰਡਰ ਕੀਤੇ ਉਹ ਸਾਰੀ ਤੇਰੀ ਸਵਾਹ ਇਕੱਠੀ ਹੋ ਗਈ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਕਿਉਂਕਿ ਆਰਡਰ ਜ਼ਿਆਦਾ ਹੀ ਨਾ, ਇੱਕ ਕਰਕੇ ਸਵਾਹ ਦੇਤੀ ਹੈ ਕਿ ਸਵਾਹ ਦੇ ਕਣਾਂ ਦੇ ਹਿਸਾਬ ਨਾਲ ਲੈ ਜਾ ਚੁੱਕ ਕੇ, ਚੱਲ ਮੋਢੇ ਤੇ ਰੱਖ ਆਪਣੀ, ਇਹ ਤੇਰੇ ਤੇ ਆਰਡਰ ਹੈ ਸਾਰੇ, ਹੁਣ ਇਹਨਾਂ ਦਾ ਭੁਗਤਾਨ ਕਰਨਾ ਪੈਣਾ ਤੈਨੂੰ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ। ਅੱਗੇ ਚੱਲ ਜੀ ਬਾਣੀ। ਹਾਂਜੀ ਅੱਗੇ ਮੇਰੇ ਕੋਲ ਪੌੜੀ ਹੈ। ਹਾਂਜੀ ਪੌੜੀ ਹੈਗੀ, ਆਖਰੀ ਪੌੜੀ ਹੈ ਜੀ। ਦੇਖੋ ਕਿੰਨੀ ਵਾਰ ਜਿਹੜੀ ਹੈ, ਕੀ ਉਚਾਈ ਹੈ ਵਾਰ ਦੀ। ਮੈਂ ਤਾਂ ਕਹਿੰਦਾ ਹੈ ਬਈ ਮਾਲਕਾ ਦੇਣ ਨਹੀਂ ਦੇ ਸਕਦੇ, ਇੰਨਾ ਤੂੰ ਆਹ ਚੀਜ਼ ਸਾਨੂੰ ਦਿੱਤੀ ਹੈ, ਅਸੀਂ ਤਾਂ ਪਾਤਰ ਹੀ ਹੈ ਨਹੀਂ ਗੇ ਇਸ ਚੀਜ਼ ਦੇ। ਪੌੜੀ ਵੱਡਾ ਆਪ ਅਗੰਮ
ਵੱਡਾ ਆਪ ਅਗੰਮ ਹੈ, ਵੱਡੀ ਵਡਿਆਈ। ਕਹਿੰਦੇ ਉਹ ਮਾਲਕ ਪਰਮਾਤਮਾ ਬਹੁਤ ਵੱਡਾ ਹੈ ਪਿਆਰਿਆ, ਬਹੁਤ ਵੱਡਾ। ਦੇਖ ਸਾਰੀ ਇੰਨੀ ਵੱਡੀ ਖੇਡ ਚਲਾ ਰਿਹਾ, ਮਾਇਆ ਦੀ ਵੀ ਖੇਡ ਚਲਾ ਰਿਹਾ ਹੈ ਔਰ ਜਿਹੜੀ ਹੈ ਨਾਮ ਦੀ ਵੀ ਜਿਹੜੀ ਹੈ, ਦੋਨੋਂ ਖੇਡ ਚਲਾ ਰਿਹਾ। ਲਿਵ ਵਾਲੀ ਵੀ ਤੇ ਧਾਤ ਵਾਲੀ ਵੀ ਮਾਲਕ ਪਰਮਾਤਮਾ ਦੋਨੋਂ ਖੇਡਾਂ ਆਪ ਖੇਡ ਰਿਹਾ। ਕਮਾਲ ਹੈ, ਕਮਾਲ। ਗੁਰ ਸ਼ਬਦੀ ਵੇਖ ਵਿਗਸਿਆ ਅੰਤਰ ਸ਼ਾਂਤ ਆਈ। ਕਹਿੰਦੇ ਕਿਵੇਂ ਪਤਾ ਲੱਗਿਆ ਇਹ ਮਾਲਕ ਦੀ ਜਿਹੜੀ ਹੈਗੀ ਖੇਡ ਦਾ? ਕਹਿੰਦੇ ਖੁਸ਼ੀ ਕਿਵੇਂ ਆ ਗਈ ਤੇਰੇ ਅੰਦਰ, ਕਿਵੇਂ ਜਿਹੜਾ ਹੈਗਾ ਤੂੰ ਇੰਨੇ ਖੇਡ ਦੇ ਵਿੱਚ ਆ ਗਿਆ, ਕਿਵੇਂ ਵਿਕਸਿਤ ਹੋ ਗਿਆ, ਕਿਵੇਂ ਤੂੰ ਜਿਹੜਾ ਹੈਗਾ ਆਨੰਦਿਤ ਹੋ ਗਿਆ, ਕਿਵੇਂ ਤੇਰੇ ਅੰਦਰ ਸ਼ਾਂਤੀ ਆ ਗਈ? ਕਹਿੰਦੇ ਗੁਰੂ ਦੇ ਸ਼ਬਦ ਅਭਿਆਸ ਦੇ ਨਾਲ ਆ ਗਏ। ਇਹ ਜਿਹੜਾ ਹੈਗਾ ਇਹ ਧਿਆਨ ਸਿਮਰਨ ਦੇ ਦੁਆਰਾ ਆਹ ਚੀਜ਼ ਆਈ ਹੈ। ਗੁਰ ਸ਼ਬਦੀ ਵੇਖ ਵਿਗਸਿਆ ਅੰਤਰ ਸ਼ਾਂਤ ਆਈ, ਅੰਦਰ ਸ਼ਾਂਤੀ ਆ ਗਈ। ਸਭ ਆਪੇ ਆਪ ਵਰਤਦਾ ਆਪੇ ਹੈ ਪਾਈ। ਉਹ ਮਾਲਕ ਪਰਮਾਤਮਾ ਸਾਰੀ ਖੇਡ ਨੂੰ ਚਲਾਉਣ ਵਾਲਾ ਕੱਲਮ ਕੱਲਾ ਹੈਗਾ, ਆਪੇ ਹੀ ਹੈ ਸਾਰਾ, ਕੋਈ ਦੂਸਰਾ ਨਹੀਂ ਹੈਗਾ। ਉਹਦੇ ਵਿੱਚੋਂ ਹੀ ਜਿਹੜੇ ਜੀਵ ਨਿਕਲੇ ਆ, ਆਪਾਂ ਵੀ ਉਹਦੇ ਵਿੱਚੋਂ ਹੀ ਆ, ਸਾਰੀ ਸ੍ਰਿਸ਼ਟੀ ਉਹਦੇ ਵਿੱਚੋਂ ਹੈਗੀ ਭਾਈ। ਆਪ ਹੀ ਆਪ ਖੁਦ ਹੀ ਜਿਹੜਾ ਹੈਗਾ, ਜਿਹੜਾ ਜਿਸ ਤਰ੍ਹਾਂ ਆਪਾਂ ਕੰਪਿਊਟਰ ਦੇ ਉੱਤੇ ਜਿਹੜਾ ਇੱਕ ਪਾਸੇ ਕੰਪਿਊਟਰ ਖੇਡਦਾ, ਇੱਕ ਪਾਸੇ ਆਪਾਂ ਖੇਡਦੇ ਆ, ਇਹ ਮਾਲਕ ਪਰਮਾਤਮਾ ਆਪ ਹੀ ਖੇਡ ਰਿਹਾ ਭਾਈ, ਆਪ ਖੁਦ ਹੀ। ਸਭ ਆਪੇ ਆਪ ਵਰਤਦਾ ਆਪੇ ਹੈ ਭਾਈ, ਆਪ ਨਾਥ ਸਭ ਨੱਥੀਆਂ ਸਭ ਹੁਕਮੇ ਚਲਾਈ। ਕਹਿੰਦੇ ਆਪ ਮਾਲਕ ਹੈਗਾ, ਨਾਥ ਹੈਗਾ, ਕੰਟਰੋਲਰ ਹੈਗਾ, ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਉਹਨੂੰ ਨੱਥ ਕੇ ਰੱਖਿਆ ਹੋਇਆ ਹੈ। ਸਾਰਿਆਂ ਨੂੰ ਜਿਹੜਾ ਨੱਥਾਂ ਪਾਈਆਂ ਹੋਈਆਂ, ਬਿਲਕੁਲ ਮਜਾ ਲਿਆ ਕੁਸਕ ਜਾਏ ਕੋਈ, ਆਪਣੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਚਲਾ ਰਿਹਾ ਹੈ ਉਹ ਮਾਲਕ ਪਰਮਾਤਮਾ। ਨਾਨਕ ਹਰ ਭਾਵੇ ਸੋ ਕਰੇ, ਸਭ ਚੱਲੇ ਰਜਾਈ। ਮਿੱਤਰਾ ਯਾਦ ਰੱਖ ਲਾ, ਜੋ ਮਾਲਕ ਨੂੰ ਭਾਉਂਦਾ ਆ ਉਹ ਕਰਦਾ ਹੈਗਾ। ਇਸ ਕਰਕੇ ਸਾਰੀ ਸ੍ਰਿਸ਼ਟੀ ਉਹਦੀ ਰਜ਼ਾ ਦੇ ਵਿੱਚ ਚੱਲਦੀ ਆ। ਤੂੰ ਵੀ ਪਿਆਰਿਆ ਉਸ ਮਾਲਕ ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲ। ਸੁੱਧ ਦਾ ਮਤਲਬ ਆ, ਇਹ ਬਾਣੀ ਜਿਹੜੀ ਲਿਖਦੇ ਸੀਗੇ ਉਸ ਟਾਈਮ ਨਾ ਕੰਪਿਊਟਰ ਹੁੰਦੇ ਸੀਗੇ, ਨਾ ਲੈਪਟਾਪ ਸੀਗੇ, ਨਾ ਸਾਈਕਲੋਸਟਾਈਲ ਸੀ, ਨਾ ਪ੍ਰਿੰਟਰ ਸੀਗੇ। ਕਿਸ ਤਰ੍ਹਾਂ ਜਿਹੜੇ ਹੈਗੇ ਦੇਖ ਲਓ, ਕਿਸ ਤਰ੍ਹਾਂ ਜਿਹੜੇ ਹੈਗੇ ਉਸ ਟਾਈਮ ਦੇ ਵਿੱਚ ਕਲਪਨਾ ਕਰਕੇ ਦੇਖੋ, ਕਿਸ ਤਰ੍ਹਾਂ ਲਿਖਦੇ ਹੋਣੇ ਹੱਥਾਂ ਦੇ ਨਾਲ। ਕਿੰਨੇ ਕੁ ਜਿਹੜੇ ਸਿੱਖ ਬੈਠਦੇ ਹੋਣੇ ਆ ਇਹਨੂੰ ਮਹਾਰਾਜ ਦੇ ਇਹਨੂੰ ਸ਼ੁੱਧ ਕਰਨ ਵਾਸਤੇ। ਨਹੀਂ ਤਾਂ ਐਡਾ ਵੱਡਾ 1430 ਅੰਗ ਜਿਹੜੇ ਹੈਗੇ ਆ, ਇਹ ਕਿਸ ਤਰ੍ਹਾਂ ਇਹਨਾਂ ਦੀ ਸੁਧਾਈ ਹੁੰਦੀ ਹੋਣੀ ਆ ਕਿ ਬਿਲਕੁਲ ਇਹਦੇ ਵਿੱਚ ਜਿਹੜਾ ਹੈਗਾ ਕੋਈ ਵੀ ਜਰਾ ਵੀ ਜਿਹੜੀ ਹੈ ਇਹਦੇ ਵਿੱਚ ਕੋਈ ਗਲਤੀ ਨਹੀਂ। ਆ ਦੇਖੋ ਸੁੱਧ ਲਿਖ ਦਿੱਤਾ, ਸਟੈਂਪ ਲਾ ਦਿੱਤੀ ਬਈ ਇਹ ਵਾਰ ਜਿਹੜੀ ਹੈਗੀ ਇਹ ਸੁੱਧ ਹੋ ਚੁੱਕੀ ਹੈ। ਇੱਕ ਵਾਰੀ ਲਿਖਾਈ, ਫਿਰ ਉਹਦੇ ਚੋਂ ਫਿਰ ਦੁਬਾਰਾ ਦੇਖਿਆ, ਫਿਰ ਦੇਖਿਆ, ਦੇਖ ਕੇ ਸਟੈਂਪ ਲਗਾ ਦਿੱਤੀ ਬਈ ਇਹ ਸ਼ੁੱਧ ਹੈਗੀ, ਹੁਣ ਇਹਦੇ 'ਚ ਕੋਈ ਗਲਤੀ ਨਹੀਂ ਹੈਗੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ, ਜਿੱਥੇ ਪਹਿਲੀ ਤੋਂ ਬੋਲਦਾ ਜੀ। ਹਾਂਜੀ, ਪੌੜੀ ਵੱਡਾ ਆਪ ਅਗੰਮ ਹੈ, ਵੱਡੀ ਵਡਿਆਈ। ਗੁਰ ਸ਼ਬਦੀ ਵੇਖ ਵਿਗਸਿਆ ਅੰਤਰ ਸ਼ਾਂਤ ਆਈ। ਹਾਂਜੀ ਵੀਰ ਜੀ, ਉਹ ਮਾਲਕ ਪਰਮਾਤਮਾ ਦੇ ਬਾਰੇ ਕਹਿ ਰਹੇ ਆ ਵੀ ਵੱਡਾ ਆ, ਅਗੰਮ ਹੈਗਾ, ਨਹੀਂ ਗੰਮਿਆ ਜਾਂਦਾ ਇਸ ਤਰ੍ਹਾਂ। ਉਹਦੀ ਵਡਿਆਈ ਵੱਡੀ ਹੈ, ਉਹ ਵੱਡਾ ਵੀ ਹੈ ਤੇ ਉਹਦੀ ਵਡਿਆਈ ਵੀ ਬਹੁਤ ਵੱਡੀ ਹੈ। ਹਾਂਜੀ ਵੀਰ ਇਹ ਠੀਕ ਹੈ। ਸਾਧ ਸੰਗਤ ਜੀ ਵੇਖ ਲਓ, ਹੈ ਤੇ ਪਰਮਾਤਮਾ ਵੱਡਾ ਹੀ ਆ, ਹਾਂ ਕਾਫੀ ਵੱਡਾ। ਹੁਣ ਮੇਰੇ ਵਰਗੇ ਨੂੰ ਤੁਸੀਂ ਨਾ 2-3 ਪੇਜਾਂ ਦਾ ਹਿਸਾਬ ਕਰਨ ਵਾਸਤੇ ਦੇ ਦਿਓ ਤੇ ਮੈਨੂੰ ਸਮਝ ਨਹੀਂ ਆਉਣੀ ਕਿ ਮੈਂ ਲਿਖਣਾ ਕੀ ਹੈ। ਬਿਲਕੁਲ, ਕਿਉਂਕਿ ਮੈਨੂੰ ਪਤਾ ਮੇਰੀ ਕੈਪੈਸਿਟੀ ਨਹੀਂ ਹੈਗੀ। ਪਰ ਉਹਦੀ ਕੈਲਕੂਲੇਸ਼ਨ ਵੇਖ ਲਓ, ਕਿੱਦਾਂ ਤਾਰੇ, ਕਿੱਦਾਂ ਧਰਤੀਆਂ, ਕਿੱਦਾਂ ਹਵਾ, ਕਿੱਦਾਂ ਸਮੁੰਦਰ, ਕਿੱਦਾਂ ਸਿਸਟਮ ਦੇ ਵਿੱਚ ਚੱਲ ਰਹੇ ਨੇ, ਭੈ ਦੇ ਵਿੱਚ ਹੈਗੇ ਨੇ ਸਾਰੇ, ਉਹਦੇ ਡਰਦੇ ਨੇ ਉਹਦੇ ਤੋਂ। ਔਰ ਅਨੰਤ ਜਨਮਾਂ ਤੋਂ, ਅਨੰਤ ਯੁਗਾਂ ਤੋਂ ਉਸੇ ਤਰ੍ਹਾਂ ਹੀ ਉਹ ਕੰਮ ਕਰ ਰਹੇ ਨੇ, ਇੰਨੇ ਭੈ ਦੇ ਵਿੱਚ ਨੇ। ਕੀ ਮਜਾਲ ਹਿੱਲ ਜਾਣੋ, ਜਿੱਦਾਂ ਉਹਦਾ ਹੁਕਮ ਆ, ਜਿੱਦਾਂ ਦੀ ਉਹਦੀ ਪ੍ਰੋਗਰਾਮਿੰਗ ਕੀਤੀ ਆ ਬ੍ਰਹਮ ਨੂੰ, ਇਹ ਸਾਰੇ ਬ੍ਰਹਿਮੰਡ ਨੂੰ, ਇੱਕ ਇੱਕ ਚੀਜ਼ ਉਹਨੂੰ ਫੋਲੋ ਕਰ ਰਹੀ ਆ। ਇੱਥੋਂ ਤੱਕ ਕਿ ਕੀੜੀ ਵੀ ਉਹਦੀ ਨਜ਼ਰ ਤੋਂ ਉਸੇ ਤਰ੍ਹਾਂ ਹੀ ਚੱਲ ਰਹੀ ਹੈ, ਜਿੱਦਾਂ ਉਹਦੀ ਸੋਚ ਹੈ, ਜਿੱਦਾਂ ਉਹਨੇ ਪਲੈਨਿੰਗ ਕੀਤੀ ਹੋਈ ਹੈ। ਪਰ ਬਹੁਤ ਤਗੜਾ ਪਲੈਨਰ ਹੈਗਾ ਜੇ, ਇੱਥੇ ਬੇਵਕੂਫੀ ਹੈ ਤੇ ਬਿਲਕੁਲ ਜਗ੍ਹਾ ਨਹੀਂ ਹੈਗੀ। ਔਰ ਜਿਹੜਾ ਖਾਸ ਕਰਕੇ ਜਿਹੜਾ ਮੈਂ 5ਵਾਂ ਪੁਆਇੰਟ ਤੁਹਾਨੂੰ ਖਾਸ ਕਰਕੇ ਸਮਝਾਇਆ ਹੈ, ਅਧਿਆਤਮਿਕ ਹੀਨ ਤੌਰ ਤੇ ਜਿਹੜੇ ਲੋਕ ਹੀਨ ਹੋ ਜਾਂਦੇ ਨਾ, ਦੀਨ ਹੋ ਜਾਂਦੇ ਨੇ, ਉਹਦਾ ਕਾਰਨ ਇਹੋ ਹੀ ਆ ਕਿ ਬੰਦਾ ਫਿਰ ਸਹੀ ਗਿਆਨ ਨੂੰ ਪ੍ਰਾਪਤ ਨਹੀਂ ਕਰਦਾ, ਸੁਣਨਾ ਨਹੀਂ ਚਾਹੁੰਦਾ ਸਹੀ ਗਿਆਨ ਨੂੰ। ਉਹ ਕੀ ਕਰਦਾ, ਇੱਧਰ ਉੱਧਰ ਭੱਜਾ ਫਿਰਦਾ ਹੈ, ਆਪਣੇ ਮਨ ਦੀ ਸੁਣਦਾ ਹੈ। ਜੇਕਰ ਸਹੀ ਗਿਆਨ ਮਿਲਦਾ ਪਿਆ ਤੇ ਸਾਧ ਸੰਗਤ ਜੀ ਉਹ ਤੋਂ ਪੂਰਾ ਫਾਇਦਾ ਉਠਾਓ, ਕਿਉਂਕਿ ਸੰਗਤ ਇੱਕ ਐਸੀ ਚੀਜ਼ ਹੈ, ਪਰਮਾਤਮਾ ਨੇ ਨਾ ਇੱਕ ਕਲੌਜ਼ ਦਿੱਤੀ ਹੋਈ ਹੈ। ਬੇਸ਼ੱਕ ਬੰਦੇ ਦੇ ਕਿੰਨੇ ਮਰਜ਼ੀ ਪਾਪ ਹੋਣ, ਪਰ ਜਦੋਂ ਬੰਦਾ ਲਗਾਤਾਰ ਸੰਗਤ ਕਰਦਾ ਹੈ ਨਾ, ਤੇ ਉਹਦੇ ਅੰਦਰ ਕੀ ਹੁੰਦਾ ਕਿ ਬਾਣੀ ਦੀ ਧਾਰਾ ਉਹਦਾ ਅਗਿਆਨ ਇਹਨੂੰ ਨਸ਼ਟ ਕਰ ਦਿੰਦੀ ਹੈ। ਬੜੀ ਤਗੜੀ ਚੀਜ਼ ਹੈ। ਪਰ ਸੰਗਤ 'ਚ ਬਹਿਣਾ ਬੜਾ ਔਖਾ, ਕਿਉਂਕਿ ਸੰਗਤ ਜਿਹੜੀ ਆ ਸੱਚ ਹੀ ਬੋਲਦੀ ਆ, ਸੱਚ ਦੇ ਬਾਰੇ ਗੱਲ ਕਰਦੇ ਨੇ। ਪਰ ਜੇਕਰ ਬੰਦਾ ਸੱਚ ਬੋਲਦਾ ਹੋਵੇ
ਔਰ ਉਹਦੇ ਜੀਵਨ 'ਚ ਵੀ ਸੱਚ ਹੋਵੇ ਤੇ ਸੁਣਨ ਵਾਲੇ ਦਾ ਜੀਵਨ ਆਟੋਮੈਟਿਕਲੀ ਹੀ ਬਦਲ ਜਾਂਦਾ। ਨਿੱਤਰ ਸਾਹਿਬ ਇਹ ਗੱਲ ਸੱਚ ਜੀ, ਬਿਲਕੁਲ ਇਹ ਪ੍ਰੈਕਟੀਕਲ ਜੋ ਗੱਲ ਹੈ, ਕਿਉਂਕਿ ਜੇ ਕੋਈ ਚੀਜ਼ ਹੈ ਹੀ ਨਹੀਂ ਉਹ ਕਿੱਦਾਂ ਦੇ ਦੂਗਾ ਤੁਹਾਨੂੰ? ਅਕਾਊਂਟ 'ਚ ਚਾਹੀਦਾ ਥੋੜਾ ਬਹੁਤਾ। ਔਰ ਪ੍ਰਮਾਤਮਾ ਪਤਾ ਕੀ ਕਹਿੰਦਾ ਵਾ, ਉਹ ਕਹਿੰਦਾ ਜਿਹੜਾ ਜੋ ਵੀ ਹੈ, ਮੈਂ ਕਹਿੰਦਾ ਕਿ ਉਹ ਕਹਿੰਦਾ ਕਿ ਜਿਹੜਾ ਬੰਦਾ ਵੀ ਤੇਰੇ ਕੋਲ ਇੱਕ ਗੁਣ ਹੈਗਾ ਵਾ ਤੇ ਤੂੰ ਦੂਜੇ ਨੂੰ ਦੇ ਦੇ, ਜੇ ਹੈਗਾ ਤੇ ਬਿਲਕੁਲ, ਪਰ ਜੇ ਨਹੀਂ ਹੈਗਾ ਫਿਰ ਨਹੀਂ ਦੇ ਸਕਦਾ। ਮੈਂ ਇਸ ਸਾਧ ਸੰਗਤ ਜੀ ਬਿਲਕੁਲ ਬਾਣੀ ਕਿਉਂ ਕਹਿੰਦੀ ਬਾਰ-ਬਾਰ ਆਪਾਂ ਨੂੰ ਇਸ਼ਾਰਾ ਕਰਦੀ ਹੈ, ਜਿਹਦੇ ਕੋ ਹੈਗਾ ਉਹ ਦੇ ਸਕਦਾ, ਤੇ ਜਾਂ ਕਹਿੰਦੇ ਤੂੰ ਪੈਦਾ ਕਰ ਲਾ, ਤੇ ਜਾਂ ਤੂੰ ਲੱਭ ਲਾ, ਜਾਂ ਤੂੰ ਢੂੰਡ ਲਾ, ਦੋ ਆਪਸ਼ਨ ਹੈਗੇ ਆ। ਤੇ ਇਹਦੇ ਵਿੱਚ ਕੀ ਹੁੰਦਾ, ਜਿਹਦੇ ਕੋ ਨਹੀਂ ਹੈਗੀ ਚੀਜ਼ ਨਹੀਂ ਦੇ ਸਕਦਾ, ਇਟ ਇਜ਼ ਨਾਟ ਪੋਸੀਬਲ। ਇੱਥੇ ਚਲਾਕੀ ਦਾ ਕੋਈ ਕੰਮ ਨਹੀਂ ਹੈਗਾ, ਕੋਈ ਹੁਸ਼ਿਆਰੀ ਦਾ ਵੀ ਕੋਈ ਕੰਮ ਨਹੀਂ ਹੈਗਾ। ਹੁਸ਼ਿਆਰੀ ਨਾਲ ਕੀ ਕਰਾਂਗੇ ਆਪਾਂ? ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹਾਂ, ਬ੍ਰਹਮ ਨੂੰ ਬਣਾ ਸਕਦੇ ਹਾਂ ਆਪਾਂ। ਬ੍ਰਹਮ ਦੇ ਗਾੜੀ ਉੱਥੇ ਕੋਈ ਬੇਵਕੂਫੀ ਨਹੀਂ ਚੱਲਣੀ। ਜੋ ਬਾਣੀ ਸਾਨੂੰ ਕਹਿ ਰਹੀ ਹੈ, ਸ਼ੁੱਧ ਗਿਆਨ ਦੇ ਰਹੀ ਆ, ਸਾਨੂੰ ਉਹਨੂੰ ਸੁਣਨਾ ਪਵੇਗਾ। ਹਾਂਜੀ ਨਿੱਜਰ ਸਾਹਿਬ, ਹਾਂ ਇਹਦੇ ਵਿੱਚ ਦੇਖ ਲਓ ਕਿ ਫੁੱਲ ਨੂੰ ਥੋੜੀ ਨਾ ਕਹਿਣਾ ਪੈਂਦਾ ਹੈ ਵੀ ਬਈ ਖੁਸ਼ਬੂ ਜਿਹੜਾ ਹੈਗਾ ਮੈਂ ਜਿਹੜਾ ਹੈਗਾ ਇਹਨੂੰ ਦੇਣੀ ਹੈ, ਇਹਨੂੰ ਨਹੀਂ ਦੇਣੀ। ਫੁੱਲ ਦੀ ਖੁਸ਼ਬੂ ਤਾਂ ਪਾਈ ਜਿਹਨੂੰ ਜ਼ੁਕਾਮ ਨਹੀਂ ਆ ਉਹ ਕੋਈ ਵੀ ਫੁੱਲ ਦੀ ਖੁਸ਼ਬੂ ਲੈ ਸਕਦਾ ਹੈ। ਪਰ ਆਪਣੀ ਵਿਡੰਬਨਾ ਆ ਹੈਗੀ ਕਿ ਆਪਾਂ ਨੂੰ ਜ਼ੁਕਾਮ ਹੋਇਆ ਪਿਆ, ਮਾਇਆ ਦਾ ਜ਼ੁਕਾਮ ਹੈ ਆਪਾਂ ਨੂੰ। ਹਾਂਜੀ ਵੀਰ ਜੀ। ਹਾਂਜੀ ਨਿੱਜਰ ਸਾਹਿਬ ਠੀਕ ਹੈ। ਅਗਲੀ ਤੁਕ ਗੁਰ ਸ਼ਬਦੀ ਵੇਖ ਵਿਗਸਿਆ ਅੰਤਰ ਸ਼ਾਂਤ ਆਈ। ਗੁਰੂ ਦੇ ਸ਼ਬਦ ਦੇ ਦੁਆਰਾ, ਧਿਆਨ ਸਿਮਰਨ ਦੇ ਦੁਆਰਾ ਇਨਸਾਨ ਦੇ ਅੰਦਰ ਜਿਹੜਾ ਹੈਗਾ ਖੇੜਾ ਆਉਣੀ ਆ, ਸ਼ਾਂਤੀ ਆਉਣੀ ਆ, ਔਰ ਉਹ ਇਹ ਦੇਖ ਕੇ ਹੈਰਾਨ ਹੋ ਜਾਂਦਾ ਹੈ ਮਾਲਕ ਪਰਮਾਤਮਾ ਦੀ ਇਹ ਖੇਡ ਜਿਹੜੀ ਹੈ। ਜਦ ਉਹਦੇ ਅੰਦਰ ਜਿਹੜਾ ਹੈਗਾ ਪਤਾ ਲੱਗਦਾ ਹੈ ਉਹਨੂੰ ਵੀ ਆਹ ਹੈਗਾ ਭਾਈ ਮਾਲਕ ਪਰਮਾਤਮਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਜਿਹੜਾ ਵੀ ਬੰਦਾ ਧਿਆਨ ਸਿਮਰਨ ਕਰਦਾ ਹੈ ਉਹਦੇ ਚਿੱਤ ਦੇ ਅੰਦਰ ਅਸ਼ਾਂਤੀ ਪ੍ਰਵੇਸ਼ ਨਹੀਂ ਕਰ ਸਕਦੀ। ਤੁਸੀਂ ਲਗਾਤਾਰ 3-4 ਮਹੀਨੇ ਧਿਆਨ ਸਿਮਰਨ ਕੀਤਾ ਹੈ ਨਾ, ਤੇ ਤੁਹਾਡੇ ਅੰਦਰ ਤੁਹਾਡਾ ਜਿਹੜਾ ਚਿੱਤ ਹੈ ਨਾ, ਚਿੱਤ ਦੇ ਵਿੱਚ ਮਨ 'ਚ ਨਹੀਂ ਪੈਂਦੀ ਜੇ, ਚਿੱਤ 'ਚ ਪੈਂਦੀ ਜੇ। ਚਿੱਤ ਦੇ ਉੱਪਰ ਅਸ਼ਾਂਤੀ ਨਹੀਂ ਆਊਗੀ, ਤੇ ਜਦੋਂ ਅਸ਼ਾਂਤੀ ਨਹੀਂ ਆਈ ਤੇ ਸ਼ਾਂਤੀ ਰਹਿ ਜਾਣੀ ਫਿਰ। ਠੀਕ ਹੈ ਜੀ। ਤੇ ਇਹ ਫਿਰ ਆਪਣੇ ਆਪ ਹੀ ਆ ਜਾਣੀ ਹੈ। ਗੁਰੂ ਦਾ ਸ਼ਬਦ ਵੇਖ ਵਿਗਸਿਆ ਅੰਤਰ ਸ਼ਾਂਤੀ ਆਈ, ਸ਼ਾਂਤ ਆਈ। ਹਾਂਜੀ, ਜਿਹੜੀ ਸ਼ਾਂਤ ਆਈ ਸਾਡੇ ਅੰਦਰ, ਜਿਹੜੀ ਹੈ ਨਾ ਸ਼ਾਂਤੀ ਹੈ ਨਾ, ਸ਼ਾਂਤ ਦਾ ਮਤਲਬ ਹਾਂ ਸ਼ਾਂਤੀ ਹੈ, ਸ਼ਾਂਤ ਦਾ ਮਤਲਬ ਬਸ ਇਹ ਪੰਜਾਬੀ ਦੀ ਲਿਖਤ ਹੈ ਬਈ। ਹਾਂ ਤੱਤੇ ਦੀ ਸਿਹਾਰੀ ਦੇ ਨਾਲ। ਹਾਂ ਇਹ ਹਾਂਜੀ ਬਿਲਕੁਲ ਠੀਕ ਹੈ। ਅੰਦਰ ਨਾ ਖੇੜਾ ਪੈਦਾ ਹੋ ਜਾਂਦਾ, ਜਿੱਦਾਂ ਗੁਲਾਬ ਦਾ ਫੁੱਲ ਖਿੜ ਨਹੀਂ ਜਾਂਦਾ, ਉਸੇ ਤਰ੍ਹਾਂ ਤੁਹਾਡਾ ਅੰਤਰਾ ਕਰਨਾ ਖਿੜ ਜਾਏਗਾ। ਤੁਸੀਂ ਕਹੋਗੇ ਜੀਵਨ ਤੇ ਆਇਆ ਕੁਛ ਵੀ ਨਹੀਂ, ਨਾ ਕੁਛ ਆਇਆ ਨਾ ਕੁਛ ਗਿਆ, ਸਾਰਾ ਕੁਝ ਤਾਂ ਉੱਥੇ ਪਿਆ। ਹੋਇਆ ਕੀ ਹੋਇਆ? ਹੁਣ ਹੋਇਆ ਵਾ ਕਿ ਤੁਹਾਡਾ ਆਪਣੇ ਆਪ ਨਾਲ ਸੰਬੰਧ ਸਥਾਪਿਤ ਹੋ ਗਿਆ। ਤੁਸੀਂ ਆਪਣੀ ਆਤਮਾ ਨੂੰ ਭੁੱਲ ਗਏ ਸੀ, ਤੁਸੀਂ ਵਾਪਸ ਆ ਗਏ। ਉਹਦੇ ਵਿੱਚ ਆਉਣ ਦੇ ਨਾਲ ਹੀ ਸ਼ਾਂਤੀ ਆ ਗਈ। ਬਾਹਰ ਤੇ ਕੁਛ ਵੀ ਨਹੀਂ ਹੈਗਾ, ਬਾਹਰ ਮਾਇਆ ਵਾ, ਪ੍ਰਪੰਚ ਹੈਗਾ। ਤੁਸੀਂ ਬਾਹਰ ਜਾਓਗੇ ਤੇ ਤੁਹਾਨੂੰ ਭਰਮ ਨੇ ਠੱਗ ਲੈਣਾ। ਲੋਕਾਂ ਦੇ ਪਿੱਛੇ ਨਾ ਜਾਇਆ ਕਰੋ। ਮੈਂ ਤੁਹਾਨੂੰ ਰਿਕੁਐਸਟ ਕਰਦਾ, ਬਾਣੀ ਵੀ ਇਹ ਕਹਿੰਦੀ ਹੈ ਨਾ ਜਾਇਆ ਕਰੋ। ਤੁਸੀਂ ਕਿਸੇ ਨੂੰ ਥੋੜੀ ਧੋਖਾ ਦੇ ਰਹੇ, ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ। ਉਹ ਲੋਕ ਵੀ ਮਾਰਗ ਤੋਂ ਭਟਕੇ ਜੇ, ਤੁਹਾਨੂੰ ਵੀ ਭਟਕਾ ਦੇਣਾ ਉਹਨਾਂ ਨੇ। ਕਿਉਂਕਿ ਤੁਹਾਡੇ ਮਨ 'ਚ, ਤੁਹਾਡਾ ਮਨ ਜਿਹੜਾ ਨਾ, ਉਹ ਮਨ ਹੈ ਜਿਹੜਾ, ਉਹ ਮਨ ਨੂੰ ਤੇ ਪਦਾਰਥਾਂ ਦੇ ਵਿੱਚ ਸੁੱਖ ਮਿਲਣਾ ਚਾਹੀਦਾ। ਉਹ ਕੀ ਕਰਦਾ? ਧਰਮ 'ਚੋਂ ਵੀ ਸੁੱਖ ਭਾਲਦਾ। ਸੁੱਖ ਤੇ ਬਾਹਰ ਨਹੀਂ ਹੈਗਾ। ਕੋਈ ਵੀ ਗ੍ਰੰਥ ਫਰੋਲ ਕੇ ਵੇਖ ਲਓ, ਸਾਡੇ ਅੰਦਰ ਹੀ ਸੁੱਖ ਹੈ, ਇੰਨਾ ਕਰੀਬ ਆ, ਸਾਡੇ ਅੰਦਰ ਆ। ਕਿਉਂਕਿ ਸਾਡੇ ਅੰਦਰ ਹੀ ਸਾਡੀ ਆਤਮਾ ਹੈ, ਆਤਮਾ 'ਚ ਹੀ ਸ਼ਾਂਤੀ ਆ। ਹੋਰ ਬਾਹਰ ਸਾਡੇ, ਜਦੋਂ ਅਸੀਂ ਬਾਹਰ ਜਾਂਦੇ ਹਾਂ ਅਸੀਂ ਦੁਖੀ ਤੇ ਪਰੇਸ਼ਾਨ ਹੁੰਦੇ ਹਾਂ। ਤੁਸੀਂ ਕਿਸੇ ਨੂੰ ਵੀ ਪਿਆਰ ਕਰਦੇ ਜੋ, ਭੈਣ ਭਰਾ, ਪਤੀ ਪਤਨੀ ਨੂੰ, ਕਿਸੇ ਨੂੰ ਵੀ ਕਰਦੇ ਜੋ, ਆਖਰ ਤੇ ਦੁੱਖ ਹੀ ਮਿਲਣਾ ਤੁਹਾਨੂੰ। ਨਹੀਂ ਯਕੀਨ ਹੁੰਦਾ ਤਾਂ ਵੇਖ ਲਓ ਕਰਕੇ। ਇਸੇ ਲਈ ਕਹਿੰਦੇ ਆ ਕਿ ਤੂੰ ਮੋਹ 'ਚ ਨਾ ਆ, ਜੋ ਤੇਰਾ ਬਣਦੀ ਹੈ ਤੇਰੀ ਜ਼ਿੰਮੇਵਾਰੀ ਤੂੰ ਉਹ ਕਰ, ਤੇ ਕੱਲ ਨੂੰ ਤੈਨੂੰ ਦੁੱਖ ਨਾ ਹੋਵੇ। ਦਾਨ ਵੀ ਕਰਦਾ ਉਹਨਾਂ ਕੀ ਕਰ ਜਿੰਨਾ ਤੂੰ ਵਾਪਸ ਨਾ ਮਿਲੇ। ਜੇ ਕੋਈ ਦੇ ਕੇ ਵਾਪਸ ਮੰਨਦੇ ਉਹਨਾਂ ਨੂੰ ਵਾਪਸ ਮਿਲੂਗਾ ਤਾਂ ਉਹ ਵੀ ਦੁੱਖ ਬਣ ਗਿਆ, ਉਹ ਕਦਾ ਦਾਨ ਹੋਇਆ। ਨਿੱਜਰ ਸਾਹਿਬ ਠੀਕ ਹੈ ਜੀ? ਠੀਕ ਹੈ ਜੀ, ਬਿਲਕੁਲ ਠੀਕ ਹੈ। ਹਾਂਜੀ ਅਗਲੀ ਤੱਕ ਬੋਲੋ ਜੀ। ਸਭ ਆਪੇ ਆਪ ਵਰਤਦਾ ਆਪੇ ਹੈ ਭਾਈ। ਦੇਖ ਲਾ, ਫਿਰ ਇਨਸਾਨ ਜ਼ਿਆਦਾ ਜੇ ਧਿਆਨ ਸਿਮਰਨ ਕਰਦਾ ਹੈ, ਗੁਰੂ ਦੇ ਸ਼ਬਦ ਦੇ ਦੁਆਰਾ ਸ਼ਬਦ ਅਭਿਆਸ ਕਰਦਾ ਹੈ, ਸ਼ਬਦ 'ਚ ਜੁੜਦਾ ਹੈ, ਤੇ ਫਿਰ ਜਿਹੜਾ ਪਤਾ ਲੱਗਦਾ ਵੀ ਇਹ ਸਾਰਾ ਕੁਛ ਤਾਂ ਮਾਲਕ ਪਰਮਾਤਮਾ ਹੈ ਸਾਹਮਣੇ ਵਾਲੇ ਦੇ ਵਿੱਚ, ਜਿਹਨੂੰ ਮੈਂ ਦੂਜਾ ਸਮਝਦਾ, ਜਿਹਦੇ ਨਾਲ ਮੇਰੀ ਰੋਜ਼ ਹੀ ਜਿਹੜੀ ਹੈਗੀ ਮੇਰੇ ਸਿੰਘ ਫਸਦੇ ਸੀਗੇ, ਸਾਰੇ ਜਿਹੜੇ ਹੈਗੇ ਕਹਿੰਦੇ ਤਾਂ ਉਹ ਮਾਲਕ ਪਰਮਾਤਮਾ ਆਪ ਹੀ ਹੈ ਭਾਈ। ਉਹਦੇ ਵਿੱਚ ਵੀ ਸਾਰਿਆਂ ਦੇ ਵਿੱਚ ਉਹ ਮਾਲਕ ਪਰਮਾਤਮਾ ਆਪ ਵਰਤ ਰਿਹਾ ਹੈ, ਆਪ ਹੀ ਹੈਗਾ ਭਾਈ। ਸਭ ਆਪੇ ਆਪ ਵਰਤਦਾ ਆਪੇ ਹੈ ਭਾਈ। ਹਾਂਜੀ ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਉਹ ਦੇਖੋ ਜਿੱਥੇ ਮਰਜੀ ਹੈਗੀ ਹੈ ਨਾ ਸ਼ਕਤੀ ਤੇ ਬ੍ਰਹਮ ਹੀ ਹੈ। ਬ੍ਰਹਮ ਤੋਂ ਬਾਹਰ ਕੁਛ ਨਹੀਂ ਹੈਗਾ।
ਪਾਣੀ ਮੇਰੇ ਘਰੇ ਜਾਂ ਨਿੱਜਰ ਸਾਹਿਬ ਦੇ ਘਰੇ ਕੈਨੇਡਾ ਚ ਜਾਂ ਕੋਈ ਫਰਾਂਸ ਹੈ, ਇਟਲੀ, ਜਰਮਨ, ਉਹ ਪਾਣੀ ਸਮੁੰਦਰ ਚ ਹੀ ਆਇਆ ਵਾ ਸਾਰਾ। ਪਾਣੀ ਦੀ ਹੋਂਦ ਵੱਖਰੀ ਕਿੱਥੋਂ ਆ ਦੱਸੋ ਮੈਨੂੰ? ਜਿਹੜੀ ਤੁਹਾਡੇ ਅੰਦਰ ਚੇਤਨਾ ਕੰਮ ਕਰਦੀ ਪਈ ਉਹ ਮੇਰੇ ਅੰਦਰ ਹੀ ਕੰਮ ਕਰ ਰਹੀ ਆ। ਹੋ ਸਕਦਾ ਕਿ ਥੋੜੀ ਬਹੁਤੀ ਵੱਧ ਘੱਟ ਦਾ ਫਰਕ ਹੋਵੇ, ਪ੍ਰਗਟ ਉਨੀ ਹੈਗੀ ਆ। ਹੁਣ ਦੇਖੋ ਆਪਣੇ ਘਰ ਆ, ਹੁਣ ਕਈਆਂ ਦੇ ਘਰ ਬੜੀ ਸਫਾਈ ਹੁੰਦੀ, ਕਈਆਂ ਘਰ ਗੰਦ ਹੁੰਦਾ, ਘਰ ਤੇ ਸੇਮ ਹੀ ਆ ਬਿਲਕੁਲ। ਬਟ ਇਹ ਕੀ ਸਫਾਈ ਤੇ ਸਾਡੇ ਆਪਣੇ ਹੱਥਾਂ ਚ ਹੁੰਦੀ ਆ। ਇਸੇ ਤਰ੍ਹਾਂ ਚੇਤਨਾ ਵਾ, ਕਈਆਂ ਦੀ ਜ਼ਿਆਦਾ ਪ੍ਰਗਟ ਹੈ ਤੇ ਕਈਆਂ ਦੀ ਘੱਟ ਆ। ਪਰ ਇੱਕ ਗੱਲ ਹੈ ਕਿ ਜਦੋਂ ਚੇਤਨਾ ਪ੍ਰਗਟ ਹੋ ਗਈ ਨਾ, ਤੁਹਾਡੇ ਅੰਦਰ ਫੁੱਲ ਖਿੜ ਜਾਣਾ। ਫਿਰ ਤੁਸੀਂ ਉਹਨੇ ਫੁੱਲ ਦਾ ਸੁਭਾਅ ਹੀ ਇਹੋ ਆ, ਉਹਨੇ ਮੈਂ ਕੀ ਦੇਣੀ ਆ ਤੁਹਾਨੂੰ, ਕਿਉਂਕਿ ਉਹਨੇ ਤੁਹਾਡੇ ਜੀਵਨ ਨੂੰ ਚੁੱਕਣਾ। ਫੁੱਲ ਨੇ, ਫੁੱਲ ਦੇ ਅੰਦਰ ਹੈ ਖੂਬੀ। ਉਹ ਜਦੋਂ ਵੀ ਚੇਤਨਾ ਦਾ ਫੁੱਲ ਪ੍ਰਗਟ ਹੋ ਗਿਆ, ਫਿਰ ਅਗਿਆਨ ਦਾ ਹਨੇਰਾ ਦੂਰ ਹੋ ਜਾਣਾ ਜੀ। ਠੀਕ ਹੈ ਨਿਜਰ ਸਾਹਿਬ? ਹਾਂਜੀ। ਫਿਰ ਦਿਖ ਪੈਣਾ ਕਿ ਸਾਰਾ ਤੇ ਪ੍ਰਮਾਤਮਾ ਹੀ ਹੈਗਾ, ਇਸ ਪ੍ਰਮਾਤਮਾ ਤੋਂ ਵੱਖਰਾ ਕੁਛ ਵੀ ਨਹੀਂ ਹੈਗਾ। ਕਿਹਦੇ ਨਾਲ ਲੜਨਾ ਆਪਾਂ? ਬਿਲਕੁਲ। ਦੋ ਹੱਥ ਆ, ਇੱਕ ਸੱਜਾ ਹੱਥ ਹੈ, ਇੱਕ ਖੱਬਾ ਹੱਥ ਆ, ਲੜਾਈ ਜੋ ਇਤਨਾ ਕਿੰਨੇ ਆ? ਫਿਰ ਗਿਆਨ ਹੋ ਜਾਣਾ ਤੇ ਹੱਥ ਮੇਰਾ ਵਾ, ਕਿਉਂਕਿ ਜਿੰਨੇ ਪ੍ਰਾਪਤ ਕਰਨਾ ਹੈ, ਜਿਹਦੀ ਪ੍ਰਾਪਤੀ ਹੋਣੀ, ਉਹ ਦੋ ਨਹੀਂ ਹੈਗੇ, ਇੱਕੋ ਹੈਗੇ। ਠੀਕ ਹੈ ਨਿਜਰ ਸਾਹਿਬ? ਬਸ ਇਹੀ ਚੀਜ਼ ਅਗਲੀਆਂ ਦੋ ਤੁਕਾਂ ਇਹੀ ਗੱਲ ਕਹਿ ਰਹੀਆਂ। ਕਹਿੰਦੇ ਕਿ ਆਪ ਨਾਥ ਸਭ ਨੱਥੀਆਂ ਸਭ ਹੁਕਮ ਚਲਾਈ। ਕਹਿੰਦੇ ਉਹ ਮਾਲਕ ਪਰਮਾਤਮਾ ਨਾਥ ਹੈਗਾ, ਉਹਨੇ ਸਾਰੀ ਸ੍ਰਿਸ਼ਟੀ ਨੂੰ ਨੱਥਿਆ ਹੋਇਆ ਆ। ਸਾਰੀ ਸ੍ਰਿਸ਼ਟੀ ਜਿਹੜੀ ਹੈਗੀ, ਜਿਵੇਂ ਆਪਾਂ ਜਿਹੜੇ ਹੈ ਬਲਦ ਨੂੰ ਜਿਹੜਾ ਹੈਗਾ ਨੱਥ ਨੇ ਨੱਕ ਪਾਉਂਦੇ, ਜਿਵੇਂ ਘੋੜੇ ਦੇ ਨਕੇਲ ਪਾ ਦਿੰਦੇ ਆਪਾਂ, ਲਗਾਮ ਪਾ ਦਿੰਦੇ ਆ, ਉਸੇ ਤਰੀਕੇ ਦੇ ਨਾਲ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਮਾਲਕ ਦੀ ਲਗਾਮ ਦੇ ਵਿੱਚ ਚੱਲ ਰਹੀ ਆ ਭਾਈ, ਉਹਦੇ ਹੁਕਮ ਦੇ ਵਿੱਚ ਚੱਲ ਰਹੀ ਆ। ਆਪ ਨਾਥ ਸਭ ਨੱਥੀਆਂ ਸਭ ਹੁਕਮ ਚਲਾਈ, ਆਪਣੇ ਹੁਕਮ 'ਚ ਚਲਾ ਰਿਹਾ ਸਾਰੀ ਸ੍ਰਿਸ਼ਟੀ ਨੂੰ। ਨਾਨਕ ਹਰ ਭਾਵੇ ਸੋ ਕਰੇ ਸਭ ਚੱਲੇ ਰਜਾਈ। ਜੋ ਮਾਲਕ ਨੂੰ ਪਾਉਂਦਾ ਆ ਉਹ ਕਰਦਾ ਹੈ ਭਾਈ, ਸਾਰੀ ਉਹਦੀ ਰਜਾ ਦੇ ਵਿੱਚ ਚੱਲ ਰਹੇ ਆ, ਚੱਲਦੇ ਆ। ਆਪਾਂ ਵੀ ਜਿਹੜੇ ਹੈਗੇ ਉਸ ਮਾਲਕ ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਹੁਕਮੇ ਰਜਾਈ ਚੱਲਣਾ। ਨਾਨਕ ਲਿਖਿਆ ਨਾਲ, ਜਿਹੜਾ ਹੁਕਮ ਆਪਣਾ ਨੂੰ ਨਾਲ ਲਿਖਿਆ ਹੋਇਆ ਆਪਾਂ ਨੂੰ, ਜੋ ਮਨੁੱਖੀ ਸਰੀਰ ਦੇ ਵਿੱਚ ਆਪਾਂ ਆਏ ਆ, ਇਸ ਜਾਮੇ ਦੇ ਵਿੱਚ ਆਪਣਾ ਹੁਕਮ ਹੈਗਾ ਭਾਈ, ਜਿਹੜਾ ਹੈਗਾ ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਆਪਣੇ ਵਾਸਤੇ ਹੁਕਮ ਹੈ ਭਾਈ, ਆਪਾਂ ਇਸ ਹੁਕਮ ਦੇ ਅਨੁਸਾਰ ਇਸ ਨੂੰ ਕਮਾਈਏ। ਇਹੀ ਬੇਨਤੀ ਹੈ ਜੀ। ਨਾਨਕ ਹਰ ਭਾਵੇ ਸੋ ਕਰੇ ਸਭ ਚੱਲੇ ਰਜਾਈ। ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹਦੀ ਰਜ਼ਾ ਦੇ ਵਿੱਚ ਚੱਲਦੀ ਹੈ, ਸ਼ੁੱਧ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ, ਇੱਥੇ ਬਾਣੀ ਆਪਾਂ ਨੂੰ ਇਹੋ ਕਹਿ ਰਹੀ ਹੈ, ਸਭ ਹੁਕਮ ਚਲਾਏ। ਉਹ ਤਾਂ ਹੁਕਮ ਜਿੱਦਾਂ ਦਾ ਉਹਦੇ ਨਾਲ ਹੀ ਚੱਲਣ ਦੇ ਨੇ ਸਾਰੇ। ਹੁਣ ਜਿੱਦਾਂ ਦਾ ਕੋਈ ਮੇਰੇ ਵਰਗਾ ਆਰਡਰ ਕਰਨ ਦਿਆ, ਉਦਾਂ ਦੀ ਡਿਲੀਵਰੀ ਹੋ ਰਹੀ ਹੈ। ਬਿਲਕੁਲ। ਉਹ ਆਪਸ਼ਨ ਸਾਡਾ ਵਾ, ਅਸੀਂ ਕੀ ਆਰਡਰ ਕਰਨਾ ਜੀਵਨ ਦੇ ਵਿੱਚ। ਦੇਖੋ ਬਾਣੀ ਚ ਕਿਹਾ ਹੋਇਆ ਹੈ, ਜੈਸਾ ਕਰਮ ਕਰੇ ਇਨਸਾਨ ਤੈਸਾ ਫਲ ਦੇਵੇ ਭਗਵਾਨ। ਕਿਉਂਕਿ ਜਿੱਦਾਂ ਦਾ ਆਪਾਂ ਕਰਮ ਕਰਾਂਗੇ, ਫਲ ਵੀ ਤਾਂ ਉਦਾਂ ਦਾ ਹੀ ਪੈਦਾ ਹੋਣਾ ਵਾ। ਜੋ ਚੀਜ਼ ਬੀਜੀ ਉਹੀ ਉਗਣੀ ਆ। ਹਾਂਜੀ ਗੋਰਖ ਸਾਹਿਬ, ਇਹਦੇ ਵਿੱਚ ਨਾ ਮੈਂ ਤੁਸੀਂ ਇਹਦੀ ਜਗ੍ਹਾ ਤੇ ਆਹ ਕੋਟ ਕਰ ਦਿਆ ਕਰੋ ਕਿ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਤੁਹਾਡੀ ਗੱਲ ਵਿੱਚ ਉਹਦਾ ਮੀਨਿੰਗ ਬਿਲਕੁਲ ਸੇਮ ਆ, ਪਰ ਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਉਹ ਚੀਜ਼, ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਹਾਂਜੀ ਹਾਂਜੀ। ਹਾਂ, ਕਹਿੰਦੇ ਖੇਤ ਰੂਪੀ ਜਿਹੜਾ ਸਰੀਰ ਆ, ਉਹਦੇ ਚ ਆਪਾਂ ਜਿਹੜੀ ਵੀ ਚੀਜ਼ ਬੀਜਦੇ ਆ ਉਹਨੇ ਉਗਣਾ। ਬਸ ਬਸ ਬਸ, ਉਹ ਬਦਲੀ ਨਹੀਂ ਜਾ ਸਕਦੀ। ਉਹਦੇ ਚ ਪ੍ਰਮਾਤਮਾ ਨੇ ਸਾਨੂੰ ਬੀਜਣ ਦੀ ਜਿਹੜੀ ਆ, ਪ੍ਰਮਾਤਮਾ ਨੇ ਸਾਨੂੰ ਆਜ਼ਾਦੀ ਦਿੱਤੀ ਹੈ। ਔਰ ਫਿਰ ਜਿੱਦਾਂ ਦਾ ਹੁਕਮ ਹੈਗਾ ਚੱਲਣਾ ਤੇ ਉਹਦੇ ਅਨੁਸਾਰ ਹੀ ਚੱਲਣਾ ਵਾ। ਜਿੱਦਾਂ ਦਾ ਸਾਡਾ ਅਸੀਂ ਆਪਣਾ ਕਾਰਨ ਸਰੀਰ ਨਾਲ ਲੈ ਕੇ ਚੱਲਦੇ ਹਾਂ, ਔਰ ਉਦਾਂ ਦਾ ਹੀ ਸਾਨੂੰ ਉਹਨੂੰ ਭੋਗਣਾ ਪਊਗਾ। ਉਹਦਾ ਰਿਜ਼ਲਟ ਹੀ ਉਹੀ ਹੈਗਾ। ਹੁਣ ਸਿਆਲ ਆ ਰਿਹਾ, ਮੇਰੇ ਕੋਲ ਸਰਦੀਆਂ ਦੇ ਕੱਪੜੇ ਨਹੀਂ ਹੈਗੇ ਤੇ ਮੈਂ ਮਿਹਨਤ ਕਰਕੇ 2-4 ਕੰਬਲ ਇਕੱਠੇ ਕਰ ਲੈਣਾ ਤੇ ਸਿਆਲ 'ਚ ਮੈਂ ਸੌਖਾ ਰਹੂੰਗਾ। ਤੇ ਜੇ ਮੈਂ ਪਰਵਾਹ ਹੀ ਨਹੀਂ ਕਰਦਾ ਪਿਆ, ਮੈਂ ਮਤਲਬ ਸੋਚਦਾ ਹੀ ਨਹੀਂ ਕਿ ਸਿਆਲ ਆਉਣ ਵਾਲਾ, ਤੇ ਫਿਰ ਮੇਰੇ ਕੋਲ ਕੰਬਲ ਕਿੱਥੋਂ ਆਊਗਾ ਦੱਸੋ? ਮੈਨੂੰ ਰਜਾਈ ਕਿੱਥੋਂ ਆਊਗੀ? ਕਿੱਥੋਂ ਲੱਕੜਾਂ ਇਕੱਠੀਆਂ ਹੋਣਗੀਆਂ? ਇਹ ਤੇ ਪਹਿਲਾਂ ਐਡਵਾਂਸ ਪਲੈਨਿੰਗ ਕਰਨੀ ਪੈਂਦੀ ਹੈ ਬੰਦੇ ਨੂੰ। ਮਰਨ ਤੋਂ ਬਾਅਦ ਕਿੰਨੇ ਵੇਖਿਆ? ਔਰ ਇੱਕ ਜੀਵਨ ਦੇਖੋ, ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਿੰਨਾ ਵੀ ਬ੍ਰਹਮ ਗਿਆਨੀਆਂ ਨੇ ਬਾਣੀ ਦਾ ਉਚਾਰਨ ਕੀਤਾ ਹੈ, ਸਾਨੂੰ ਸੇਧ ਦੇ ਕੇ ਗਏ ਨੇ। ਨਿਸ਼ਾਨਾ ਜਿਹੜਾ ਸਾਨੂੰ ਖੁਦ ਆਪ ਵਿੰਨਣਾ ਪੈਣਾ ਹੈ। ਬਿਲਕੁਲ। ਉਹਨਾਂ ਨੇ ਕੇਵਲ ਸਾਡਾ ਮਾਰਗ ਕੀਤਾ, ਕੇਵਲ ਲੈਂਡ ਮਾਰਕ ਉਹਨਾਂ ਨੇ ਦੱਸਿਆ ਵਾ ਕਿ ਆਹ ਜਿਹੜੇ ਚੀਜ਼ਾਂ ਵਾ ਇਹਨਾਂ ਤੋਂ ਤੁਸੀਂ ਪਰਹੇਜ਼ ਕਰਨਾ ਹੈ। ਜਿੱਦਾਂ ਪਰਹੇਜ਼ ਨਹੀਂ ਕਰਦੇ, ਪਰਹੇਜ਼ ਲਿਖੇ ਹੁੰਦੇ ਕਿ ਪਰਹੇਜ਼। ਬਾਣੀ ਸਾਨੂੰ ਪਰਹੇਜ਼ ਕਰਨ ਵਾਸਤੇ ਕਹਿ ਰਹੀ ਆ ਕਿ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰਨਾ। ਖਾਸ ਕਰਕੇ ਆਹ ਚੀਜ਼ ਖਾਏਗਾ ਤੇ ਚਰਨਜੀਤ ਤੇਰੇ ਸਰੀਰ ਚ ਆਹ ਫਾਇਦਾ ਹੋਊਗਾ ਹੀ,
ਜੇ ਤੂੰ ਆਹ ਚੀਜ਼ ਖਾਣਾ ਤੇ ਇਹਦੇ ਨਾਲ ਤੇਰਾ ਨੁਕਸਾਨ ਹੋਊਗਾ। ਬਾਣੀ ਇਹੋ ਦੱਸਣ ਦੀ ਨੇਚਰ ਸਭ ਤੋਂ ਹੋਰ ਕੁਝ ਦੱਸਣ ਦੀ ਮੈਂ ਬਿਲਕੁਲ ਇਹ ਦੋਨੋਂ ਰਸਤੇ ਦੱਸ ਰਹੀ ਹੈ ਬਾਣੀ, ਦੋਨੋਂ ਰਸਤੇ ਪੂਰੇ ਬਾਰ-ਬਾਰ ਕੰਪੇਅਰ ਕਰਦੇ ਆ ਮਹਾਰਾਜ, ਕਦੀ ਇੱਧਰ ਕਦੀ ਉੱਧਰ ਕਦੀ ਇੱਧਰ ਕੰਪੇਅਰ ਕਰਕੇ ਆਪਾਂ ਨੂੰ ਦੱਸ ਰਹੇ। ਇਸ ਤੋਂ ਇਲਾਵਾ ਬਾਣੀ ਕੁਝ ਨਹੀਂ ਕਹਿ ਰਹੀ। ਹਾਂ, ਉਸ ਤੋਂ ਬਾਅਦ ਸਾਧ ਸੰਗਤ ਜੀ ਸਭ ਤੋਂ ਵੱਡੀ ਜਿਹੜੀ ਨਾ ਧਰਤੀ ਦੇ ਉੱਤੇ ਸਭ ਤੋਂ ਵੱਡੀ ਜਿਹੜੀ ਮੈਂ ਚੀਜ਼ ਵੇਖਦਾ ਪਿਆ, ਜਿਹੜੀ ਮਾਇਆ ਨਾ, ਮਾਇਆ ਨੇ ਧਾਰਮਿਕ ਸਥਾਨ ਵੀ ਕਬਜ਼ੇ ਵਿੱਚ ਲਿਆਂਦੇ ਹੋਏ ਨੇ। ਬਿਲਕੁਲ ਹੈਗਾ, ਬਾਣੀ 'ਚ ਲਿਖਿਆ ਹੋਇਆ ਬਿਲਕੁਲ। ਇਹਨੇ ਮਾਇਆ ਦੀ ਤਾਂ ਧਰਤ ਪਤਾਲ ਆਕਾਸ਼ ਤਿੰਨੋਂ ਜਗ੍ਹਾ ਤੇ ਜਿਹੜਾ ਇਹਦਾ ਮਾਫ ਕਰਨਾ ਜੀ, ਇਹਦਾ ਜਿਹੜਾ ਪੂਰਾ ਜ਼ੋਰ ਹੈਗਾ ਧਰਤੀ ਤੇ ਵੀ, ਪਤਾਲ ਤੇ ਵੀ, ਆਕਾਸ਼ ਤੇ ਵੀ, ਬਸ 3 ਭਾਵਨਾ ਤੇ। ਹਾਂ, ਪਰ ਇੱਕ ਚੀਜ਼ ਹੈਗੀ, ਜਿਹੜਾ ਬੰਦਾ ਆਪ ਡੁੱਬਿਆ ਹੋਇਆ ਨਾ ਉਹ ਤੁਹਾਨੂੰ ਕੱਢ ਨਹੀਂ ਜੇ ਸਕਦਾ। ਇਹ ਗੱਲ ਯਾਦ ਰੱਖਣਾ। ਬੇਵਕੂਫ ਬਣਾਉਣਾ ਤੇ ਆਪਣੇ ਆਪ ਨੂੰ ਜਿਹੜਾ ਮਰਜ਼ੀ ਬਣਾਓ। ਅੱਜ ਉਹ ਕਿਹਾ ਹੈਗਾ ਨਾ, ਅਧਿਆਤਮਿਕ ਤੌਰ ਤੇ ਵੀ ਲੋਕ ਹੀਨ ਹੋ ਜਾਂਦੇ ਨੇ ਕਿਉਂਕਿ ਉਹ ਆਪ ਵੀ ਉਹਨਾਂ ਦਾ ਇੰਨਾ ਲੈਵਲ ਥੱਲੇ ਆ ਗਿਆ, ਔਰ ਜਿਹੜਾ ਬੰਦਾ ਡਿੱਗਿਆ ਉਹਨਾਂ ਨੂੰ ਉਹੀ ਚੰਗਾ ਲੱਗਦਾ। ਬਿਲਕੁਲ, ਉਹਦੀਆਂ ਗੱਪਾਂ ਚੰਗੀਆਂ ਲੱਗਦੀਆਂ ਨੇ। ਕਿਉਂ ਚੰਗੀਆਂ ਲੱਗਦੀਆਂ ਨੇ? ਕਿਉਂਕਿ ਆਪ ਹੀ ਡਿੱਗੇ ਹੋਏ ਨੇ ਉਹ ਇਨਸਾਨ। ਕਿਉਂਕਿ ਉਹ ਲੈਵਲ ਨਹੀਂ, ਉਹ ਮਹਿੰਗੀ ਵਸਤੂ ਵੱਲ ਨਹੀਂ ਜਾਂਦੇ ਉਹ, ਕਿਉਂਕਿ ਮਹਿੰਗੀ ਤੇ ਕਹਿੰਦੀ ਆ ਵੀ ਇੱਧਰ ਆ, ਉਹ ਤੇ ਕਹਿੰਦੀ ਖੰਡੇ ਤਿੱਖੀ ਤੇ ਵਾਲੋ ਨਿੱਕੀ। ਤੋ ਇਹ ਗੱਲਾਂ ਹੈਗੀਆਂ ਨੇ। ਹੈ ਤੋ ਆਪ ਸਾਧ ਸੰਗਤ ਜੀ ਅੱਜ ਦੀਆਂ ਗੱਲਾਂ ਦਾ ਬੜਾ ਹੀ ਆਪਾਂ ਫਾਇਦਾ ਲੈ ਸਕਦੇ ਹਾਂ। ਸੋ ਲਾਸਟ ਤੇ ਆਪਾਂ ਇਹ ਕਹਿੰਦੇ ਆ ਕਿ ਜੀਵਨ ਸਾਡਾ ਵਾ, ਤੁਹਾਡਾ ਜੀਵਨ ਹੈ, ਤੁਹਾਡਾ ਮੇਰਾ ਨੇਚਰ ਸਾਹਿਬ ਦਾ। ਮੇਰੀ ਮਾਤਾ ਵੀ ਵਿੱਚ ਬੈਠੀ, ਮੈਂ ਮੰਮੀ ਨੂੰ ਕਿਹਾ, ਮੈਂ ਮਾਤਾ ਤੇਰਾ ਧਿਆਨ ਸਿਮਰਨ ਤੇਰੇ ਕੰਮ ਆਊਗਾ, ਮੇਰਾ ਉਹ ਬਾਣੀ ਵੈਸੇ ਕਹਿੰਦੀ ਕਿ ਕੁਲ ਵੀ ਤਰ ਜਾਂਦੀ ਆ, ਉਹ ਗੱਲ ਵੱਖਰੀ ਆ, ਪਰ ਇਹਦਾ ਮਤਲਬ ਇਹ ਕਿ ਜੇ ਤੇਰੀ ਰੋਟੀ ਖਾਧੀ ਮੈਨੂੰ ਨਹੀਂ ਮਿਲਦੀ ਵੀ ਤੇ ਮੇਰੀ ਤੈਨੂੰ ਕਿੱਥੋਂ ਮਿਲ ਜੂ? ਇੱਕ ਕਾਮਨ ਸੈਂਸ ਆ। ਕੁੱਲ ਦਾ ਮਤਲਬ ਇਹ ਹੁੰਦਾ ਕਿ ਜਿਹੜੀ ਅਗਲੀਆਂ ਨਸਲਾਂ ਉਹਨਾਂ ਚੋਂ ਵੀ ਲੋਕੀ ਤਰੀ ਜਾਂਦੇ ਨੇ, ਲੈਂਡਮਾਰਕ ਬਣ ਜਾਂਦਾ ਹੈ। ਇਹ ਕੋਈ ਨਾ ਕੋਈ ਚੀਜ਼ ਨਿਕਲਦਾ ਹੀ ਹੁੰਦਾ, ਸੰਗਤ ਕਰ ਲੈਂਦੇ ਆ। ਸੰਗਤ ਆਪੋ ਆਪਣੀ ਖਾਦੀ ਥਾਲੀ ਆ, ਪਰ ਮਤਲਬ ਜੇ ਸੌਦਾ ਜਮਾ ਕੀਤਾ ਮਾਤਾ ਨੇ ਤੇ ਫਿਰ ਤੂੰ ਖਾ ਸਕਦਾ ਬਾਅਦ ਚ ਵੀ ਤੈਨੂੰ ਦੱਸਾਂ। ਐਵੇਂ ਜੀ ਉਹ ਕੋਟ ਦਿੰਦੇ ਆਧਾਰ ਉਹਨਾਂ ਕਿ रामदास सरोवर निष्का जो नावे अपनी कुल तरावे आधार हुआ है जी का। ये मैं तेरी राशि जमा कर दी ना तो तू खा सकता हूँ, पर तेनू अपना भी करनी पैनी कमाई तेन मैं दसाई। पर माता वो ते हैगा वा, पर माता घर च बंदा भी तो उन्ने पावरफुल चाहिदा ना, उन्ना पावरफुल बंदा भी तो चाहिदा ना कि जेड़ा इन्ना कवे कि सारी कुल में चुक लेना। ठीक है ना? गुरखी ये है ना जेड़ा हुण सौदा दे विगंडिया, ये हुण कोई नसीबा वाला हो जेड़ा ले लूगा, बाकी जेड़ा बेभागा बंदा हो जेड़ा रह जूगा। इहदे सब तुसीं कित्थों जे असीं कित्थों आ, कित्थों जे ਆਪਾਂ ਸੰਗਤ ਰਹੀ ਇਹ ਪਰਮੇਸ਼ਰ ਨੇ ਰਾਈ ਕੋਈ ਵਿਧ ਬਣਾਈ ਆ, ਕਿਉਂਕਿ ਅਸੀਂ ਤੁਹਾਨੂੰ ਨਹੀਂ ਜਾਣਦੇ, ਤੁਸੀਂ ਸਾਨੂੰ ਨਹੀਂ ਜਾਣਦੇ। ਬਿਲਕੁਲ ਸਹੀ ਹੈ। ਇਹ ਤਾਂ ਹੁਣ ਸੌਦਾ ਵਿਕਣ ਡਿਆ ਵਾ। ਹਾਂ, ਬਹੁਤ ਵਧੀਆ। ਇਹ ਕਰਮਾਂ ਵਾਲਾ ਜਿਹੜਾ ਜੀ ਉਹਨੇ ਝੋਲੀ ਚ ਪਾ ਲੈਣਾ ਜੀ, ਜੇ ਨਹੀਂ ਕਰਮਾ ਚਾਹਗਾ ਉਹਨੇ ਮੇਰੇ ਅੱਗੇ ਰੱਖਣ ਜਿਹੜੇ ਬੈਠਾ ਮਰੀ ਜਾਣ ਡਿਆ, ਗੁਰਕ ਵੀ ਆਪਣੀਆਂ ਐਵੇਂ ਮਾਰਨ ਡਿਆ ਗੱਲਾਂ। ਇਹ ਚੀਜ਼ਾਂ ਵਾ ਇਹ ਕਰਮਾਂ ਵਾਲੇ ਨੇ ਜਿਹੜਾ ਉਹਨੇ ਪਾ ਲੈਣਾ ਆਪਣੀ ਝੋਲੀ ਚ, ਬਹੁਤ ਫਰਕ ਪੈਣਾ ਇਹਦੇ ਨਾਲ। ਮਾਤਾ ਕੰਬਲੀਆਂ ਨਹੀਂ ਕੋਈ ਮਾਰਦਾ, ਉਹਨਾਂ ਦਾ ਮਨ ਜਿਹੜਾ ਹੁੰਦਾ ਨਾ, ਮਨ ਮੰਨਣ ਨਹੀਂ ਦਿੰਦਾ ਬੰਦੇ ਨੂੰ। ਉਹ ਅਧਿਆਤਮਿਕ ਤੌਰ ਤੇ ਬੰਦੇ ਹੀਨ ਹੁੰਦੇ ਨੇ, ਉਹ ਪਤਾ ਕੀ ਸੋਚਦੇ ਨੇ, ਉਹਨਾਂ ਦਾ ਮਨ ਥੋੜੀ ਉਹਨਾਂ ਨੂੰ ਸਹੀ ਜਗ੍ਹਾ ਲੈ ਕੇ ਜਾਣਾ ਚਾਹੁੰਦਾ ਵਾ। ਜੇ ਉਹ ਚਲੇ ਵੀ ਗਏ ਨਾ ਉੱਥੇ ਵੀ ਉਹਨੇ ਭੱਜ ਜਾਣਾ ਵਾ, ਕਿਉਂਕਿ ਉਹਦੇ ਅੰਦਰ ਤਿਆਰ ਹੀ ਨਹੀਂ ਹੈਗਾ ਮਨ। ਕਈ ਵਾਰੀ ਵੇਖੋ ਨਾ ਕਿ ਆਪਾਂ ਦੁਕਾਨ ਚ ਚੱਲ ਜਾਈਦਾ, ਆਪਾਂ ਸੌਦਾ ਲੈਂਦੇ ਨਹੀਂ, ਉੱਥੇ ਹੀ ਖਾਲੀ ਹੱਥੀਂ ਬਾਹਰ ਆ ਜਾਈਦਾ, ਕਿਉਂਕਿ ਸਾਡਾ ਇੰਟਰਸਟ ਨਹੀਂ ਹੁੰਦਾ, ਗਲਤੀ ਨਾਲ ਦੁਕਾਨ ਚ ਵੜ ਗਏ ਹੁੰਦੇ। ਇਹ ਥੋੜੀ ਕਿ ਆਪਾਂ ਹਰ ਇੱਕ ਦੁਕਾਨ ਚ ਵੜਦੇ ਉੱਥੇ ਸਮਾਨ ਲੈ ਲਈਦਾ, ਚੰਗਾ ਵੀ ਸਮਾਨ ਹੋਊਗਾ ਤਾਂ ਵੀ ਨਹੀਂ ਲੈਂਦੇ ਆਪਾਂ, ਕਿਉਂਕਿ ਆਪਾਂ ਸੋਚਦੇ ਨਹੀਂ ਯਾਰ ਇਹ ਦੁਕਾਨ ਦੂਜੀ, ਆਪਾਂ ਇੱਥੋਂ ਨਹੀਂ ਸਮਾਨ ਖਰੀਦਣਾ, ਆਪਾਂ ਨਾ ਫਲਾਨੀ ਦੁਕਾਨ ਚੋਂ ਸਮਾਨ ਲੈਂਦੇ ਆ। ਪਰ ਇੱਥੇ ਇਹ ਗੁਰਬਾਣੀ ਕਹਿੰਦੀ ਹੈ ਕਿ ਦੁਕਾਨ ਚ ਵੜ ਤੇ ਗਿਆ ਵਾ, 10 ਮਿੰਟ ਲਾ ਸਬਰ ਨਾਲ, ਉੱਥੇ ਦੁਕਾਨ ਚ ਸਮਾਨ ਵੇਖ, ਰੇਟ ਰੂਟ ਚੈੱਕ ਕਰ, ਸਮਾਨ ਵੇਖ, ਕਿੰਨੇ ਟਾਈਮ ਤੋਂ ਚੀਜ਼ਾਂ ਵਰਤਦੇ ਆ, ਹੋ ਸਕਦਾ ਇੱਥੇ ਚੀਜ਼ ਵਧੀਆ ਮਿਲਦੀ ਹੋਵੇ। ਬਿਲਕੁਲ, ਕਿਉਂ ਕਾਹਨੂੰ ਬੇਵਕੂਫੀ ਕਰਨੇ ਆ ਵਾ। ਹਾਂ ਠੀਕ ਹੈ, ਤੇਰੀ ਪੁਰਾਣੀ ਦੁਕਾਨ ਚ ਬੜੀ ਪਛਾਣ ਆ, 25-30 ਸਾਲ ਤੋਂ ਤੇ ਜਾ ਰਹੇ ਆ ਵਾ, ਪਰ ਤੂੰ ਵੇਖਣ ਦਿਆ ਵਾ ਕਿ ਉਹ ਜਿਹੜੀ ਤੈਨੂੰ ਚੀਜ਼ ਵੇਚਣ ਦੇ ਉਹਦੇ ਨਾਲ ਤੇਰਾ ਸਰੀਰ ਤੇ ਸਹੀ ਨਹੀਂ ਹੋਣ ਦਿਆ, ਨਾ ਤੇਰਾ ਮਨ ਤੇ ਨਾ ਤੇਰਾ ਤਨ ਹਰਿਆ ਹੋਣ ਦਿਆ, ਤੇ ਕਿਉਂ ਨਾ ਤੂੰ ਨਵਾਂ ਪ੍ਰੋਡਕਟ ਹੈਗਾ ਉਹਨੂੰ ਵੇਖ, ਤੇ ਪਰਮਾਤਮਾ ਨੇ ਤੈਨੂੰ ਆਪਸ਼ਨ ਦਿੱਤਾ ਵਾ, 40 ਸਾਲ ਤੋਂ ਤੂੰ ਇੱਕ ਚੀਜ਼ ਕਰ ਰਿਹਾ ਵਾ, ਤੂੰ ਆਹ ਨਵਾਂ ਪ੍ਰੋਡਕਟ ਵੀ ਯੂਜ਼ ਕਰਕੇ ਵੇਖ। ਪਰ ਇੱਕ ਗੱਲ ਹੈਗੀ ਆ, ਪੁਰਾਣੀ ਦੁਕਾਨ ਛੱਡੇਗਾ ਤੇ ਨਵੀਂ ਦੁਕਾਨ ਦਾ ਸਮਾਨ ਤੈਨੂੰ ਤਾਂ ਮਿਲਣਾ ਵਾ, ਕਿਉਂਕਿ ਤੂੰ ਪੁਰਾਣੀ ਇਹ ਨਹੀਂ ਕਰ ਸਕਦਾ। ਹਾਂ, ਇਹ ਨਹੀਂ ਹੁੰਦਾ ਕਿ ਤੂੰ ਹੁਣ ਤੁਸੀਂ ਘਰ ਦੀ ਨੇ ਵੀ ਕਹਿਣਾ ਕਿ ਆ ਵੀ 3 ਕਿਲੋ ਚੌਲ ਇੱਥੋਂ ਹੀ ਲਿਆ, 3 ਕਿਲੋ ਉੱਥੋਂ ਲਿਆ, ਇਹ ਨੀ ਕੰਮ ਹੋਣਾ। ਇਹ ਦੁਕਾਨ ਦਾ ਇਹ ਫਰਕ ਹੈਗਾ ਵਾ ਕਿ ਪੁਰਾਣੀ ਦੁਕਾਨ ਤੋਂ 5-10 ਦਿਨ 20 ਦਿਨ ਤੈਨੂੰ ਬ੍ਰੇਕ ਮਾਰਨੀ ਪੈਣੀ ਆ। ਨਹੀਂ ਉਹ ਤੇ ਰਾਜੇ ਛੱਡਣਾ ਹੀ ਪੈਣਾ, ਉਹ ਤੇ ਰਾਜੇ ਛੱਡਣਾ ਪੈਣਾ।
ਇਹ ਦੇਖੋ ਇਹ ਕਿਸ਼ਤੀਆਂ ਦੋ ਕਿਸ਼ਤੀਆਂ ਦੇਖੋ ਅਧਿਆਤਮਿਕ ਜੀਵਨ ਚ ਨਿਚਰਦਾ ਮੈਂ ਵੇਖਿਆ ਬੜੇ ਬੜੇ ਬੰਦੇ ਦੂਰ ਜਾ ਕੇ ਵੀ ਡਿੱਗ ਜਾਂਦੇ ਆ। ਹਾਂ ਡਿੱਗ ਜਾਂਦੇ ਆ ਕਾਰਨ ਇਹ ਕਿਉਂਕਿ ਦੋ ਕਿਸ਼ਤੀਆਂ ਦੇ ਵਿੱਚ ਪੈਰ ਨਹੀਂ ਰੱਖਿਆ ਜਾਂਦਾ। ਬਿਲਕੁਲ ਇਹ ਜਿਹੜੀ ਕਿਸ਼ਤੀ ਮਾਤਾ ਇਹ ਤੇ ਪ੍ਰਮਾਤਮਾ ਵੀ ਆਂਦਾ ਆ ਕਿ ਦੋ ਕਿਸ਼ਤੀਆਂ ਦੇ ਨਾਲ ਚੜੋ ਕਿਤੇ ਚੜੋ ਬਾਰ-ਬਾਰ ਹੀ ਕਰਦੇ ਹੁੰਦੇ। ਗੋਰਖੀ ਸਾਹਿਬ ਇੱਕ ਗੱਲ ਜਿਹੜੀ ਹੈਗੀ ਆਖਰੀ ਜੇ ਪਹਿਲੀ ਪਾਤਸ਼ਾਹੀ ਜਿਹੜੀ ਹੈਗੀ ਇਹ ਸੌਦੇ ਦੇ ਬਾਰੇ ਦੱਸ ਰਹੇ ਆ ਵੀ ਇਹ ਨਾਮ ਵਾਲਾ ਸੌਦਾ ਜਿਹੜਾ ਹੈਗਾ ਇਹ ਕਿੰਨੀ ਕਿਹਦੀ ਡਿਮਾਂਡ ਸਪਲਾਈ ਚੱਲ ਰਹੀ ਹੈ ਭਾਈ। ਉਹ ਕਹਿੰਦੇ ਆ ਕਿ ਵੱਖਰ ਨਾਮ ਦੇਖਣ ਸਭ ਜਾਏ ਨਾ ਕੋ ਚਾਖੇ ਨਾ ਕੋ ਖਾਏ। ਦੇਖ ਲੋ ਵੱਖਰ ਨਾਮ ਦੇਖਣ ਸਭ ਜਾਏ ਨਾ ਕੋ ਚਾਖੇ ਨਾ ਕੋ ਖਾਏ। ਬਸ ਉੱਥੇ ਹੀ ਰੱਖ ਦਿੰਦੇ ਆ ਭਾਈ ਇਹ ਚੀਜ਼ ਨਹੀਂ ਚੱਲ ਉਧਰ ਚੱਲੀਏ ਬੇਟਾ ਇੱਧਰ ਆ ਨਹੀਂ ਆ ਦੂਜੇ ਪਾਸੇ ਉਧਰ ਜਾਈਏ ਉਹ ਚੀਜ਼ ਲੈਣੀ ਆਪਾਂ ਨੇ। ਕਹਿੰਦੇ ਜਿੰਨਾ ਕੁ ਹੁੰਦਾ ਹੈ ਨਾ ਇਹ ਸੌਦਾ ਜਿੰਨਾ ਕੁ ਹੁੰਦਾ ਓਨਾ ਹੀ ਰਹਿ ਜਾਂਦਾ ਹੈ। ਕੋਈ ਲੈਂਦਾ ਹੀ ਨਹੀਂ ਗਾਹਕ ਹੀ ਨਹੀਂ ਹੈ ਕੋਈ ਹੈਗਾ। ਪਹਿਲੀ ਪਾਤਸ਼ਾਹੀ ਕਹਿ ਰਹੀ ਹੈ। ਬਾਪ ਰੇ ਬਾਪ ਵੇਖ ਲਓ ਸਾਧ ਸੰਗਤ ਜੀ ਇਹਦਾ ਮਤਲਬ ਇਹ ਕਿ ਜਿੱਥੇ ਭੀੜ ਹੈਗੀ ਆ ਉੱਥੇ ਸੌਦਾ ਜੀ ਨਹੀਂ ਜੇ ਮਿਲਦਾ ਪਿਆ। ਇੱਕ ਮੇਰੀ ਗਰੰਟੀ ਦੇ ਦਿੰਦਾ ਮੈਂ ਜਿੱਥੇ ਭੀੜ ਹੈਗੀ ਨੱਜਰ ਸਾਹਿਬ ਉੱਥੇ ਉਹ ਸੌਦਾ ਨਹੀਂ ਹੈਗਾ। ਇਸ ਤੋਂ ਵੱਧ ਤੇ ਨਹੀਂ ਆ ਭਾਵੇਂ ਸਾਡੇ ਆ ਜਾਂ ਕੋਈ ਵੀ ਆ। ਮੈਂ ਤੇ ਕਹਿੰਦਾ ਜਿੱਥੇ ਭੀੜ ਇਕੱਠੀ ਹੋਈ ਹੈ ਨਾ ਉੱਥੇ ਨਹੀਂ ਜੇ ਸੌਦਾ ਹੈਗਾ। ਕਬੀਰ ਜੀ ਨਹੀਂ ਤੇ ਏਦਾਂ ਨਾ ਕਹਿੰਦੇ ਇੱਕ ਔਖਦ ਘਾਟੀ ਰਾਮ ਕੀ ਤੈਂ ਚੜ੍ਹ ਰਹੋ ਕਬੀਰ। ਬਿਲਕੁਲ ਜਹ ਪਾਛੇ ਪੰਡਤ ਗਏ ਪਾਛੇ ਪੜੀ ਬਹੀਰ ਇਕਾਓ ਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਹਾਂਜੀ ਕਬੀਰ ਉੱਥੇ ਭੀੜ ਨਹੀਂ ਜੇ ਹੈਗੀ ਕਿਤੇ ਵੀ ਨਹੀਂ ਭੀੜ ਹੈਗੀ। ਜਿੱਥੇ ਭੀੜ ਹੈਗੀ ਉੱਥੇ ਪ੍ਰਮਾਤਮਾ ਨਹੀਂ ਹੈਗਾ। ਮੈਨੂੰ ਮਸਕੀਨ ਸਾਹਿਬ ਜੀ ਦੀ ਅਜੇ ਵੀ ਗੱਲ ਯਾਦ ਆਉਂਦੀ ਆ। ਕਹਿੰਦਾ ਕਿ ਸੰਸਾਰ ਤੇ ਸਿਆਣਿਆਂ ਮਨੁੱਖਾਂ ਦੀ ਕਿਤੇ ਭੀੜ ਨਹੀਂ ਹੁੰਦੀ ਤੇ ਭੀੜ ਚ ਅਕਸਰ ਸਿਆਣੇ ਮਨੁੱਖ ਨਹੀਂ ਹੁੰਦੇ। ਕਿਉਂਕਿ ਭੀੜਾਂ ਜਿਹੜੀਆਂ ਹੁੰਦੀਆਂ ਭੇਡਾਂ ਦੀ ਤੇ ਬੱਕਰੀਆਂ ਦੀ ਹੁੰਦੀਆਂ ਜਿਨ੍ਹਾਂ ਦੀ ਆਪਣੀ ਸਿਆਣਾ ਬੰਦਾ ਜਿਹੜਾ ਹੁੰਦਾ ਨਾ ਉਹ ਬੜਾ ਵਿਵੇਕ ਬੰਨਾ ਚੱਲਦਾ ਹੈ। ਉਹ ਬੰਦਾ ਭੀੜ ਦਾ ਹਿੱਸਾ ਨਹੀਂ ਬਣਦਾ। ਪਰ ਇੱਕ ਚੀਜ਼ ਹੈਗੀ ਆ ਬੰਬੇ ਮੈਂ ਵੇਖਿਆ ਸੀ ਨੱਚਰ ਸਾਹਿਬ ਜਦੋਂ ਮੈਂ ਨਾ 98 ਚ ਬੰਬੇ ਗਿਆ ਨਾ। ਉੱਥੇ ਵੀਟੀ ਦੇ ਤੁਸੀਂ ਵੀ ਵੇਖਿਆ ਹੋਣਾ ਵੀਟੀ ਦੇ ਨਾ ਸਾਹਮਣੇ ਬਾਹਰ ਨਾ ਫੜੀਆਂ ਲੱਗੀਆਂ ਹੁੰਦੀਆਂ। ਉੱਥੇ ਕੀ ਕਰਦੇ ਆ ਉਹ ਬੜੇ ਸ਼ਰਾਰਤੀ ਲੋਕ 25-30 ਬੰਦੇ ਉਹਨਾਂ ਦੇ ਆਪਣੇ ਹੁੰਦੇ ਆ ਤੇ ਇੱਕ ਬੰਦਾ ਸਮਾਨ ਵੇਚਦਾ 25-30 ਬੰਦੇ ਆ ਵੀ ਦੇ ਦੇ ਏਦਾਂ ਕਰੀ ਜਾਂਦੇ ਆ। ਔਰ ਜਦੋਂ ਮੇਰੇ ਵਰਗਾ ਅਣਜਾਣ ਬੰਦਾ ਜਿਹੜਾ ਗਿਆ ਹੁੰਦਾ ਵਾ ਉਹਨੂੰ ਉਹ ਭਰਮ ਚ ਪੈ ਜਾਂਦਾ ਕਿ ਇਹ ਸਮਾਨ ਸੱਚੀ ਵਧੀਆ ਜਿਹੜੇ ਇੰਨੇ ਬੰਦੇ ਖਰੀਦਣ ਦੇ ਆ ਮੈਂ ਵੀ ਖਰੀਦ ਲੈਣਾ। ਬਿਲਕੁਲ ਇਹ ਸ਼ੁਰੂ ਤੋਂ ਹੀ ਇਸ ਚੀਜ਼ ਦਾ ਇਹ ਲੋਕਾਂ ਨੇ ਫਾਇਦਾ ਉਠਾਇਆ। ਧਾਰਮਿਕ ਲੋਕ ਵੀ ਏਦਾਂ ਕਰਦੇ ਤੇ ਰਾਜਨੀਤਿਕ ਲੋਕ ਵੀ ਏਦਾਂ ਹੀ ਕਰਦੇ ਆ। ਧਾਰਮਿਕ ਲੋਕ ਵੇਖ ਲਓ ਕੀ ਕਰਦੇ ਭੀੜ ਇਕੱਠੀ ਕੀਤੀ ਦੂਜੀ ਭੀੜ ਹੋਰ ਆਈ ਜਾਂਦੀ ਵੇਖੋ ਵੇਖੀ ਇੱਕ ਮੱਖੀ ਆਈ 3 4 5 ਮੱਖੀਆਂ ਇਕੱਠੀਆਂ ਕਰ ਲੈਂਦੇ ਆ। ਕਿਉਂਕਿ ਰਾਜਨੀਤਿਕ ਲੋਕ ਵੀ ਏਦਾਂ ਕਰਦੇ ਆ। ਅਸੀਂ ਬੰਬੇ ਹੁੰਦੇ ਹਾਂ ਉਦੋਂ ਵੀ ਏਦਾਂ ਹੀ ਅੰਮ੍ਰਿਤਸਰ ਵੀ ਏਦਾਂ ਹੀ ਇਲੈਕਸ਼ਨ ਆਉਣੀ ਆ ਪੈਸੇ ਦੇ ਕੇ 500 ਰੁਪਇਆ ਬੋਤਲ ਸ਼ਰਾਬ ਦੀ ਦੇਣੀ ਆ ਭੀੜ ਇਕੱਠੀ ਕਰ ਲੈਣੀ ਆ। ਹੁਣ ਉਹ ਭੀੜ ਵੇਖ ਲੈਂਦੇ ਨੇ। ਹੁਣ ਜਦੋਂ ਅਖਬਾਰ ਤੇ ਫੋਟੋ ਪਾਈਦੀ ਆ ਲੋਕਾਂ ਨੂੰ ਥੋੜੀ ਪਤਾ ਕਿ 500 ਦੇ ਕੇ ਬੰਦੇ ਲਿਆਂਦੇ ਆ। ਲੋਕੀ ਤੇ ਇਹ ਸੋਚਦੇ ਕਿ ਮਿਨਿਸਟਰ ਨੂੰ ਸੁਣਨ ਵਾਸਤੇ ਬਹੁਤ ਬੰਦੇ ਆਏ ਆ। ਠੀਕ ਹੈ ਸਰ ਬਿਲਕੁਲ ਠੀਕ ਹੈ ਜੀ। ਹਾਂ ਚਲੋ ਅੱਜ ਦੀ ਵਿਚਾਰ ਤੇ ਇੱਥੇ ਸਮਾਪਤ ਕਰੀਏ। ਠੀਕ ਹੈ ਜੀ ਬਹੁਤ ਵਧੀਆ। ਅੱਜ ਦੀ ਵਿਚਾਰ ਤਾਂ ਇੰਨੀ ਜਿਹੜੀ ਹੈਗੀ ਭਾਗਾਂ ਵਾਲੀ ਵਿਚਾਰ ਆ ਭਾਈ। ਜਿਹੜੇ ਭਾਗਾਂ ਵਾਲੇ ਲੈ ਲੈਣਗੇ ਇਹਨੂੰ ਤੇ ਭਾਗ ਬਦਲ ਜਾਣਗੇ ਭਾਈ। ਬਹੁਤ ਕੀਮਤੀ ਹੈ। ਬੇਨਤੀ ਹੈ ਭਾਈ ਸਾਧ ਸੰਗਤ ਜੀ ਮਾਲਕ ਮਿਹਰ ਕਰੇ ਜੀ। ਹਾਂਜੀ ਓਕੇ ਜੀ ਬਸ ਆਰਡਰ ਧਿਆਨ ਨਾ ਕਰਿਆ ਕਰੋ। ਬਸ ਬਹੁਤ ਵਧੀਆ।